आदमी पार्टी का सब तो बड़ा हार का कारण एक ही मनाया जाता है भी मुख्य मंत्री के चेहरे का ऐलान ना करना। कि इस बार आम आदमी पार्टी ये गलती दोहराऊगी? हरेक राजनीतिक पार्टी के एक अपने सिद्धांत ने, पर चोणां जितण दे लई अपने सिद्धांत नूं छिक्के टंग के गठजोड़ हुंदे ने। की सही है? MLA 5 साल बनते हैं, सारी उम्र पेंशन खाते हैं। एक पासे मुलाजम 40-40 साल की नौकरी करते हैं कि पेंशन लिए तरस रहे हैं। असल में राजनीति माड़ी कदे नहीं होती, माड़े बंदे राजनीति जा जाते हैं। आम आदमी तक नाम ही है जिहड़े सीटां ने शरेआम भी मुੱਲ बेचियां गईयां ने। काफ़ी बंदियां नूं सीटां जो दित्तियां सी गलत दित्तियां गईयां, जो ਜਿਹੜੀਆਂ नहीं ਬਣਦੀਆਂ ਸੀ। ਬੁਢਲਾਡਾ विधान सभा हलका ਦੇ ਲੋਕਾਂ ਨੂੰ ਹਮੇਸ਼ਾ ਹੀ ਗਿਲਾ ਰਿਹਾ ਕਿ ਸਰਕਾਰ ਕੋਈ ਹੋਰ ਬਣ ਜਾਂਦੀ ਹੈ ਤੇ ਇੱਥੇ MLA ਕਿਸੇ ਹੋਰ ਪਾਰਟੀ ਦਾ ਬਣ ਜਾਂਦਾ ਹੈ। ਵਿਧਾਨ ਸਭਾ ਦੇ ਵਿੱਚ ਇੱਕ ਦਿਨ ਵੀ ਨਹੀਂ ਰਿਹਾ ਜਿੱਦੇ ਮੈਂ ਨਾ ਬੋਲਿਆ ਹਾਂ ਕਿਸੇ ਮੁੱਦੇ ਤੇ ਉੱਪਰਲੀ ਸਰਕਾਰ ਫਿਰ MLA ਨੂੰ ਸੁਵਿਧਾਵਾਂ ਉਪਲਬਧ ਹੀ ਨਹੀਂ ਕਰਾਉਂਦੀ। ਐਤਕੀ ਕੀ ਲੱਗਦਾ ਹੈ ਵੀ ਤੁਸੀਂ ਉਹ ਦਾਗ ਲਾ ਪਾਏ? ਪਾਸ ਮੈਂ ਕਾਦੀ ਸੜਕ ਟੱਕ ਲਾਦਾ ਕਿਸੇ ਕਾਂਗਰਸੀ ਨੇ। 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਬੁਢਲਾਡਾ ਵਿਧਾਨ ਸਭਾ ਹਲਕਾ ਦੀ ਸੀਟ ਲੋਕ ਕਰਨ ਤਾਂ ਤੁਸੀਂ ਲੜੋਗੇ, ਸੱਚ ਹੈ ਇਹ? सत श्री अकाल दोस्तों, मैं सुखी मंघाणिया अज तुहाडे रूबरू करवा रहे हैं बुढलाडा विधान सभा हलका दे MLA साहब बुधराम जी, जिन्हां ने 2017 दियां विधान सभा दे विच एक अध्यापक दी नौकरी तो रिटायरमेंट हुंदिया ही राजनीतिक पारी खेडी ते MLA शिप दी जिहड़ी जिੱਤ है वो प्राप्त करते हैं। सो अज गल्लां करदे आ कुछ गल्लां उन्हां दे निजी जिंदगी नाल संबंधित ते बहुत सारियां गल्लां उन्हां दी राजनीति बारे, समय दी सियासत बारे। सर सत श्री अकाल जी। सत श्री अकाल जी। सत श्री अकाल सुखी जी, सारी टीम नूं मेरा सत श्री अकाल ते सारे ਸਰੋਤਿਆਂ ਨੂੰ भी मेरा सत श्री अकाल। सर ਅਸੀਂ ਪਹਿਲਾ ਹੀ ਸਵਾਲ ਹੈ ਵੀ ਜਿਹੜਾ ਬੁਧਰਾਮ ਨਾਮ ਹੈ ਆਮ ਤੌਰ ਤੇ ਤੁਹਾਡੀ ਜਿਹੜੀ ਪਰਸਨੈਲਿਟੀ ਹੈ ਜਾਂ ਅਸੀਂ ਆਮ ਤੌਰ ਤੇ ਅਲੱਗ-ਅਲੱਗ ਧਰਮਾਂ ਦੇ ਵਿੱਚ ਅਸੀਂ ਅਲੱਗ-ਅਲੱਗ ਨਾਮ ਸਿੰਘ, ਖਾਨ, ਰਾਮ ਇਸ ਤਰ੍ਹਾਂ ਨਾਮ ਲਗਾਏ ਜਾਂਦੇ ਨੇ। ਤੁਹਾਡਾ ਨਾਮ ਬੁਧਰਾਮ ਹੈ ਜਿਹੜਾ ਮਾਂ ਪਿਓ ਨੇ ਕਿਵੇਂ ਰੱਖਿਆ ਸੀ? ਦੇਖੋ ਇਹ ਗੱਲ ਕਾਫੀ ਵਾਰੀ ਵੀ ਮੇਰੇ ਵਾਪਰਿਆ ਹੈ। ਮੈਂ 2001 ਦੇ ਵਿੱਚ ਜਦੋਂ PCS ਕੁਆਲੀਫਾਈ ਕੀਤਾ, ਮੈਂ ਸਿਲੈਕਟ ਹੋ ਗਿਆ ਸੀ ਲਾਈਟ ਦੇ ਵਿੱਚ, PCS ਲਾਈਟ ਦੇ ਵਿੱਚ ਜੀ। ਤਾਂ ਇੰਟਰਵਿਊ ਦੇ ਵਿੱਚ ਮੇਰਾ ਪਹਿਲਾ ਕੁਐਸਚਨ ਹੀ ਮੈਨੂੰ ਇੰਟਰਵਿਊ ਬੋਰਡ ਵੱਲੋਂ ਇਹ ਸੀਗਾ ਵੀ ਤੁਹਾਡਾ ਚਿਹਰਾ ਮੋਹਰਾ ਲੱਗਦਾ ਨਹੀਂ ਹੈ, ਵੀ ਤੁਸੀਂ ਵੀ ਫੋਟੋ ਦੇਖ ਕੇ ਤੁਹਾਨੂੰ ਐਂ ਲੱਗਿਆ ਵੀ ਯਾਰ ਬੰਦਾ ਬੁਧਰਾਮ ਹੈ, ਕੌਣ ਹੈ, ਵੀ ਨਾਂ ਕਿਵੇਂ ਪਿਆ ਜੀ। ਤਾਂ ਮੈਂ ਉਹਨੂੰ ਦੱਸਿਆ ਵੀ ਦੇਖੋ ਗੱਲ ਇਹ ਹੈ ਵੀ ਮਾਂ ਪਿਓ ਨੇ ਪਹਿਲਾਂ ਤਾਂ ਜਿਹੜਾ ਨਾਂ ਹੈ ਕੋਈ ਵੀ ਮਾੜਾ ਨਹੀਂ ਹੁੰਦਾ ਜੀ, ਮਾਂ ਪਿਓ ਨੇ ਜੋ ਨਾਂ ਰੱਖਤਾ ਉਹ ਸਿਰ ਮੱਥੇ ਹੈ ਜੀ ਜੀ। ਪਰ ਮੈਂ ਆਪਣੇ ਬਾਪੂ ਜੀ ਨੂੰ ਪੁੱਛਿਆ ਵੀ ਬਾਪੂ ਜੀ ਇਹ ਨਾਮ ਬੁਧਰਾਮ ਕਿਉਂ ਰੱਖਿਆ? ਕਿ ਜਦੋਂ ਕਿ ਤੁਸੀਂ ਭਾਗ ਸਿੰਘ ਹੋ, ਮੇਰਾ ਬਾਪੂ ਜੀ ਨਾਲ ਭਾਗ ਸਿੰਘ ਹੈ, ਬਾਬੇ ਨਾਲ ਵੀਰ ਸਿੰਘ ਹੈ, ਭਰਾ ਮੇਜਰ ਸਿੰਘ ਸਾਬਕਾ ਪੰਚ ਨੇ, ਬੇਟਾ ਨਾਲ ਸਿੰਘ ਨੇ। ਉਹ ਕਹਿੰਦਾ ਪੁੱਤਰਾ ਗੱਲ ਇਹ ਹੈ ਵੀ ਮੈਂ ਜਿਹਦੇ ਸੰਤਾਂ ਨੂੰ ਅਸੀਂ ਜਿਹੜੇ ਮੰਨਦੇ ਹੁੰਦੇ ਕੋਈ ਸੁੱਖ ਸੁੱਖ ਹੁੰਦੇ ਤੁਹਾਡੇ ਪੈਦਾ ਹੋਣ ਤੋਂ ਬਾਅਦ, ਤਾਂ ਅਸੀਂ ਪੁੱਛਿਆ ਵੀ ਬਾਬਾ ਜੀ ਬੱਚਾ ਹੋਇਆ ਨਾਂ ਕੀ ਰੱਖੀਏ ਜੀ? ਕਿਉਂਕਿ ਸੰਤ ਆਮ ਤੌਰ ਜਿਹੜੇ ਪੁਰਾਣੇ ਸੰਤ ਸੀਗੇ ਉਹ ਥੋੜ੍ਹਾ ਜਿਹਾ ਮਤਲਬ ਹਿੰਦੂ ਧਰਮ ਦੇ ਨਾਮਾਂ 'ਚ ਕੋਈ ਜ਼ਿਆਦਾ ਉਹ ਨਹੀਂ ਸਮਝਦੇ ਸੀ। ਉਹ ਕਹਿੰਦੇ ਅੱਛਾ ਜੀ ਚੰਗਾ ਬੁਧਰਾਮ ਰੱਖ ਦੇ। ਅੱਛਾ ਜੀ। ਤੇ ਉਹ ਮਤਲਬ ਡੇਰਿਆਂ ਦੇ ਸੰਤ ਹੁੰਦੇ ਜਿਹੜੇ ਸੀ ਜੀ, ਤਾਂ ਉਹਨਾਂ ਨੇ ਬੁਧਰਾਮ ਰੱਖਤਾ ਜੀ। ਤਾਂ ਮੈਂ ਵੀ ਕਈ ਵਾਰੀ ਇੱਕ ਵਾਰੀ ਮੇਰੇ ਬਾਪੂ ਜੀ ਕਾਫੀ ਬੜੇ ਗਿਆਨੀ ਧਿਆਨੀ ਬੰਦੇ ਸੀਗੇ ਜੀ। ਮੈਂ ਪੁੱਛਿਆ ਬਾਪੂ ਜੀ ਵੀ ਨਾਮ ਬੁਧਰਾਮ ਰੱਖਿਆ ਵੀ ਜਦੋਂ ਮੈਨੂੰ ਪਤਾ ਸਾਰੇ ਲੋਕ ਇਹ ਕਹਿੰਦੇ ਮਤਲਬ ਨਾਮ ਸਿੰਘ ਹੋਣਾ ਚਾਹੀਦਾ ਸੀ ਜੀ। ਤਾਂ ਬੜਾ ਵਧੀਆ ਉਹਨਾਂ ਨੇ ਗੱਲ ਕੀਤੀ। ਜਪਜੀ ਸਾਹਿਬ ਦੇ ਸ਼ਬਦ ਹੈ ਇੱਕ ਵੀ ਚੰਗਾ ਨਾਮ ਰਖਾਏ ਕਿ ਜਸ ਕੀਰ ਜਗ ਲੈ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਜੀ। ਚੰਗਾ ਨਾਮ ਰਖਾ ਕੇ ਤੁਸੀਂ ਲੋਕਾਂ ਜਸ ਤਾਂ ਲੈ ਸਕਦੇ ਹੋ,
ਜੀ। ਜੇ ਪਰਮਾਤਮਾ ਦੀ ਨਜ਼ਰ 'ਚ ਨਹੀਂ ਆਉਂਦੀ ਤੁਸੀਂ ਕੁਝ ਨਹੀਂ। ਜੀ ਜੀ। ਤਾਂ ਇਸ ਕਰਕੇ ਕਹਿੰਦੇ ਨਾ ਜੀ ਕੋਈ ਫਰਕ ਨਹੀਂ ਪੁੱਤ, ਕੰਮਾਂ ਦੇ ਹਿਸਾਬ ਨਾਲ ਹੀ ਬੰਦਾ ਵੱਡਾ ਹੁੰਦਾ ਹੈ। ਪਰ ਸਰ ਪਰਿਵਾਰ ਦੇ ਵਿੱਚ ਜਿਹੜੀ ਰਾਜਨੀਤੀ ਹੈ ਉਹ ਪਹਿਲਾਂ ਹੀ ਪਈ ਸੀ ਜਾਂ ਤੁਸੀਂ ਨੇ ਹੀ ਪਹਿਲੀ ਵਾਰੀ ਪਾਰੀ ਖੇਡੀ ਹੈ? ਨਹੀਂ ਸੁੱਖੀ ਜੀ, ਪਹਿਲਾਂ ਕੋਈ ਬੰਦਾ ਰਾਜਨੀਤੀ 'ਚ ਨਹੀਂ ਸੀ ਜੀ। ਨਾ ਹੀ ਕਿਤੇ ਸੋਚਿਆ ਸੀ ਕਿਸੇ ਨੇ ਇਸ ਲੈਵਲ ਦੀ ਵੀ MLA ਲੈਵਲ ਦਾ। ਜੀ। ਇਹ ਮੇਰਾ ਭਰਾ ਮੇਜਰ ਸਿੰਘ ਪੰਚੋ ਸਾਬਕਾ ਮੈਂਬਰ ਪੰਚਾਇਤ ਰਿਹਾ ਜੀ। ਪਰ MLA ਲੈਵਲ ਤੇ ਕੋਈ ਰਾਜਨੀਤੀ ਦਾ ਹੈ ਨਹੀਂ ਸੀਗਾ ਤੇ ਕੋਈ ਵਿਸ਼ੇਸ਼ ਇਹਦੇ ਬਾਰੇ ਕੋਈ ਯੋਜਨਾ ਵੀ ਨਹੀਂ ਸੀ ਜੀ। ਅਚਨਚੇਤ ਹੀ ਵਾਪਰਿਆ ਸਭ ਕੁਛ। ਨਹੀਂ ਇੱਕ ਨਾ ਦੇਖੋ, ਇੱਕ ਅਧਿਆਪਕ ਹੋਣਾ ਪਾਕ ਪਵਿੱਤਰ ਜਿਹੜਾ ਕਾਰਜ ਹੈ ਉਹਦੇ ਵਿੱਚ, ਤੇ ਦੂਸਰੇ ਪਾਸੇ ਰਾਜਨੀਤੀ ਵਿੱਚ ਜਿੱਤਣ ਵਾਸਤੇ ਸਾਨੂੰ ਰਾਜਨੀਤਿਕ ਬਾਰੇ ਚਾਲਾਂ ਖੇਡਣੀਆਂ ਪੈਂਦੀਆਂ ਨੇਗੀਆਂ। ਫਿਰ ਇਹ ਦਾ ਪੇਜ ਕਿਵੇਂ ਸਿੱਖ ਲਏ? ਨਹੀਂ, ਅਸਲ ਵਿੱਚ ਗੱਲ ਇਹ ਹੈ ਵੀ ਜਿਹੜਾ ਅਧਿਆਪਕ ਹੈ ਦਾ ਕਿੱਤਾ ਹੈ ਬਹੁਤ ਅੱਛਾ ਕੀਤਾ ਹੈ। ਮੈਂ 40 ਸਾਲ 4 ਮਹੀਨੇ ਲਗਾਤਾਰ ਕਿੱਤੇ 'ਚ ਰਿਹਾ, ਤੁਹਾਨੂੰ ਪਤਾ ਹੀ ਹੈ, ਤੁਸੀਂ ਵੀ ਝਲਬੂਟੀ ਸਟੂਡੈਂਟ ਹੁੰਦੇ ਸੀਗੇ ਜੀ, ਮੈਂ ਉਦੋਂ ਬੋਹਾ ਸੀਗਾ ਜੀ। ਅਸਲ ਵਿੱਚ ਰਾਜਨੀਤੀ ਮਾੜੀ ਕਿਤੇ ਨਹੀਂ ਹੁੰਦੀ, ਮਾੜੇ ਬੰਦੇ ਰਾਜਨੀਤੀ 'ਚ ਆ ਜਾਂਦੇ ਆ ਜੀ। ਦੇਖੋ ਯੂਰਪ ਦੀ ਅਸੀਂ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਬੱਚੇ ਭੇਜਦੇ ਆ, ਬੜਾ ਮਾਣ ਮਹਿਸੂਸ ਕਰਦੇ ਆ ਵੀ ਸਾਡੇ ਬੱਚੇ ਕੈਨੇਡਾ ਗਿਆ ਹੋਇਆ ਜੀ, ਮੇਰਾ ਬੱਚਾ ਅਮਰੀਕਾ ਗਿਆ ਹੋਇਆ। ਉੱਥੇ ਵੀ ਰਾਜਨੀਤੀ ਹੈ, ਉੱਥੇ ਵੀ MLA ਨੇ, MP ਨੇ, ਭਾਵੇਂ ਨਾ ਸੈਨੇਟ ਬਦਲਿਆ, ਸੈਨੇਟਰ ਬਦਲ ਗਿਆ, ਕਿਤੇ ਲਾਰਡ ਬਦਲ ਗਿਆ ਜੀ। ਅਸਲ ਵਿੱਚ ਸਾਡੇ ਦੇਸ਼ ਦੇ ਉੱਥੇ ਵੀ ਰਾਜਨੀਤਿਕ ਲੋਕ ਵਧੀਆ ਕੰਮ ਕਰਦੇ ਆ, ਇਮਾਨਦਾਰ ਨੇ, ਲੋਕਾਂ ਦੇ ਨਾਲ ਕੋਈ ਖਾਸ ਇਹ ਨਹੀਂ ਹੈ ਵੀ ਮੈਂ ਬਾਹਲਾ ਵੱਡਾ ਜੀ। ਪਰੰਤੂ ਸਾਡੇ ਥੋੜ੍ਹਾ ਜਿਹਾ ਜਗੀਰੂ ਸਿਸਟਮ ਹੋਣ ਕਰਕੇ ਪਹਿਲਾਂ ਅੰਗਰੇਜ਼ਾਂ ਦਾ ਸਿਸਟਮ ਹੋਣ ਕਰਕੇ ਸਾਡੇ ਵਿੱਚ ਮਾਨਸਿਕਤਾ ਭੁੱਖ ਇੰਨੀ ਵੱਧ ਚੁੱਕੀ ਹੈ ਨਿੱਜੀ ਤੌਰ ਤੇ ਜੀ, ਵੀ ਲੋਕਾਂ ਨੇ ਰਾਜਨੀਤੀ ਨੂੰ ਗੰਧਲਾ ਕਰਤਾ ਜੀ। ਤੁਸੀਂ ਰਾਜਨੀਤੀ 'ਚ ਰਹਿ ਕੇ ਵੀ ਤੁਸੀਂ ਵਧੀਆ ਪਾਕ ਪਵਿੱਤਰ ਅਧਿਆਪਕ ਕਿੱਤੇ ਵਾਂਗੂ ਰਹਿ ਸਕਦੇ ਹੋ। ਇਸ ਗੱਲ ਦੀ ਆਮ ਆਦਮੀ ਪਾਰਟੀ ਨੇ ਬਿਲਕੁਲ ਪੁਖਤਾ ਸਬੂਤ ਦੇਤਾ ਦਿੱਲੀ ਰਾਜਨੀਤੀ ਵਿੱਚ ਜੀ। ਅਰਵਿੰਦ ਕੇਜਰੀਵਾਲ ਇੱਕ ਇਨਕਮ ਟੈਕਸ ਦਾ ਬਹੁਤ ਵੱਡਾ ਅਫਸਰ ਰਿਟਾਇਰ ਹੋਇਆ, ਉਹਦੀ ਘਰ ਵਾਲੀ ਵੀ ਇਨਕਮ ਟੈਕਸ ਦੀ ਵੱਡੀ ਕਮਿਸ਼ਨਰ ਰੈਂਕ ਦੀ ਹੈਗੀ ਸੀ ਜੀ। ਤੇ ਮਨੀਸ਼ ਸੋਧੀਆ ਜੀ ਨੇ, ਸੰਜੇ ਸਿੰਘ ਨੇ, ਸਭ ਬਹੁਤ ਮਤਲਬ ਰਜਿੰਦਰ ਗੌਤਮ ਜੀ ਨੇ ਜੀ, ਤੇ ਕਾਫੀ ਬੰਦੇ ਨੇ ਜਿਹੜੇ ਮਤਲਬ ਜਿਨ੍ਹਾਂ ਨੇ ਤੀਜੀ ਵਾਰ ਉੱਥੇ ਮੁੱਖ ਮੰਤਰੀਸ਼ਿਪ ਲਈ ਹੈ ਜੀ, ਤੇ ਬਿਲਕੁਲ ਪਾਕ ਪਵਿੱਤਰ ਰਹੇ ਨੇ, ਕੋਈ ਸਵਾਲ ਨਹੀਂ ਪੈਦਾ ਹੁੰਦਾ ਜੀ। ਔਰ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿਣਾ ਕਿ ਮੈਨੂੰ 4 ਸਾਲ ਹੋ ਗਏ, 4.5 ਸਾਲ, ਸਵਾ 4 ਸਾਲ MLA ਬੜੇ ਨੂੰ ਜੀ, ਤੇ ਅਸੀਂ ਜਿਸ ਤਰ੍ਹਾਂ ਅਧਿਆਪਕ ਕਿੱਤੇ ਵਿੱਚ ਪਾਕ ਪਵਿੱਤਰ ਰਹੇ ਹਾਂ, ਇਸ ਤਰ੍ਹਾਂ ਰਾਜਨੀਤੀ ਵਿੱਚ ਵੀ ਮਤਲਬ ਹੈਗੇ ਨੇ। ਆਮ ਤੌਰ ਤੇ ਨਾ ਜਦੋਂ ਪਿੰਡਾਂ ਦੇ ਵਿੱਚ ਇੱਕ ਅਨਪੜ੍ਹ ਕਿਸੇ ਸਿੱਧੇ ਸਾਦੇ ਬੰਦੇ ਨੂੰ ਕਿਸੇ ਲੀਡਰ ਨੂੰ ਮਿਲਣਾ ਹੁੰਦਾ ਤਾਂ ਪਿੰਡ ਪੱਧਰ ਤੇ ਕਿਸੇ ਨਾ ਕਿਸੇ ਨੂੰ ਨਾਲ ਲੈ ਕੇ ਜਾਂ ਕਿਸੇ ਹਾੜੇ ਕੱਢ ਕੇ ਵੀ ਯਾਰ MLA ਸਾਹਿਬ ਕੋਲ ਬਾਗ ਚਲੋ। ਤੁਹਾਡੀ ਸਾਦਗੀ ਇਹ ਹੈ ਬਲਾਡਾ ਵਿਧਾਨ ਸਭਾ ਹਲਕਾ ਦੇ ਵਿੱਚ ਕਿ ਤੁਹਾਨੂੰ ਹਰ ਬੰਦਾ ਸਿੱਧਾ ਡਾਇਰੈਕਟ ਫੋਨ ਕਰ ਸਕਦਾ, ਕਿ ਤੁਹਾਡੀ ਸਾਦਗੀ ਅਸੀਂ ਹੁਣੇ ਦੇਖੀ ਹੈ ਕਿ ਨਹੀਂ ਕਿਸੇ ਲੀਡਰ ਕੋਲ ਜਾਂਦੇ ਆ 5-7 ਆਲੇ ਦੁਆਲੇ, ਪਾਣੀ ਕੋਈ ਹੋਰ ਲਿਆਉਂਦਾ ਚਾਹ, ਤੇ ਤੁਸੀਂ ਸਾਰਾ ਕੰਮ ਸਾਨੂੰ ਆਪ ਹੀ ਪਾਣੀ ਪਿਆ ਹੈ। ਤੁਹਾਨੂੰ ਲੱਗਦਾ ਨਹੀਂ ਠੁੱਕ 'ਚ ਫਰਕ ਪੈਂਦਾ? ਨਹੀਂ, ਮੈਂ ਕਹਿੰਦਾ ਵੀ ਇਹਦੇ ਨਾਲ ਠੁੱਕ ਬਣਦੀ ਹੈ ਜੀ। ਇੱਕ ਨੇਤਾ ਚਾਹੀਦੀ ਹੈ ਜੀ। ਮੈਂ ਦੇਖੋ ਜਦੋਂ ਮੈਂ ਪ੍ਰਿੰਸੀਪਲ ਤੌਰ ਤੇ ਆਫੀਸ਼ੀਅਲ ਤੌਰ ਤੇ ਕੰਮ ਕੀਤਾ ਤਾਂ ਜਿਹੜੇ ਉਦੋਂ ਪਹਿਲਾਂ ਹੈਡਮਾਸਟਰ ਦੇ ਪ੍ਰਿੰਸੀਪਲ ਸੀ ਉਹਨਾਂ ਦਾ ਕਾਫੀ ਰੋਹ ਹੁੰਦਾ ਸੀ ਜੀ। ਹੋਰ ਕਈ ਗੱਲਾਂ ਸੀਗੀਆਂ ਜਿਵੇਂ ਉਹਨਾਂ ਦਾ ਸਟਾਫ ਨਾਲ ਕੋਈ ਏਡੀ ਵੱਲ ਨਹੀਂ ਸੀ, ਆਪਦੇ ਮੁਤਾਬਕ ਚੱਲਦੇ ਸੀਗੇ। ਮੈਂ ਦੇਖਿਆ ਉਸ ਵਕਤ 92-93 ਦੇ ਵਿੱਚ ਜੀ ਜੀ ਜੀ, ਜਦੋਂ ਅਸੀਂ ਲੈਕਚਰਰ ਸਾਡਾ ਕਾਡਰ ਆਇਆ ਨਵਾਂ 93-94 'ਚ, ਅਸੀਂ ਉਸ ਤੋਂ ਬਾਅਦ ਅਸੀਂ ਫਨ ਪਾਵਰਾਂ ਮਿਲੀਆਂ DDO ਦੀਆਂ, ਪ੍ਰਿੰਸੀਪਲ ਬੜੇ, ਤਾਂ ਅਸੀਂ ਦਿਖਾਤਾ ਯਾਰ ਵੀ ਨਹੀਂ ਪ੍ਰਿੰਸੀਪਲ ਐ ਵੀ ਹੁੰਦੇ ਆ ਜੀ, ਹੈਡ ਐ ਵੀ ਹੁੰਦੇ ਆ, ਵੱਡੀ ਗੱਲ ਹੈ। ਤੇ ਇਸੇ ਕਰਕੇ ਜਿਹੜੇ MLA ਪੁਰਾਣੇ ਨੇ, ਮੈਂ ਵੀ MLA ਵਿਚਰਦਾ ਰਿਹਾ ਇਹਨਾਂ 'ਚ, ਦੇਖੋ ਆਪਣੀ ਮੇਰੀ ਉਮਰ ਵੀ 65+ ਹੈ ਜੀ, 65 ਸਾਲ ਦੀ ਹੋ ਗਈ, ਤਾਂ ਬਾਕੀ ਉਹਨਾਂ 'ਚ ਹੈਗਾ ਸੀਗਾ ਵੀ ਮਿਲਣ ਵਾਸਤੇ ਪਹਿਲਾਂ ਪੁਲਿਸ ਵਾਲੇ ਨੂੰ ਕਿਹੜਾ ਪੈਂਦਾ ਜਾਂ ਸੁਨੇਹਾ ਦੇਣਾ ਪੈਂਦਾ ਜੀ। ਤਾਂ ਅਸੀਂ ਰਾਜਨੀਤੀ ਇਸ ਕੀ ਬਦਲਣਾ ਵੀ ਯਾਰ ਨਹੀਂ MLA ਵੀ ਕੰਮ ਕਰ ਸਕਦੇ ਆ। MLA ਤੁਸੀਂ ਲੋਕਾਂ ਨੂੰ, ਹੁਣ ਮੈਂ ਸ਼ਾਮ ਨੂੰ ਜਾਣਾ, ਸਕੂਟਰ ਚੱਕਿਆ, ਵੱਡੀ ਗੱਡੀ ਤੇ ਮੈਂ ਥੋੜ੍ਹੀ ਜਾਣਾ ਵੀ ਖੜਾਵਾਂ ਗੱਡੀ ਨੂੰ, ਖੜਾਵਾਂ ਕਿਤੇ ਕਿਵੇਂ ਕਰਾਂ। ਮੈਂ ਮੋਟਰਸਾਈਕਲ ਚੱਕਿਆ, ਸਾਈਕਲ ਚੱਕਿਆ, ਦੁੱਖ ਹੈ ਸੁੱਖ ਹੈ, ਜਾਂ ਮੈਨੂੰ ਕੋਈ ਸੁਨੇਹਾ ਲਾ ਦੇ ਵੀ ਗੋਲ ਚੱਕਰ 'ਚ ਆਹ ਕੰਮ ਹੈ ਜੀ, ਮੈਂ ਕਿਹਾ ਚਲੋ ਮੈਂ ਆ ਗਿਆ, ਮੈਂ ਸਾਈਕਲ ਚੱਕਣਾ, ਸਕੂਟਰ ਚੱਕਣਾ, ਮੈਂ ਚਲੇ ਜਾਣਾ ਜੀ। ਜੇ ਆਪਾਂ ਮਤਲਬ ਆਪਾਂ ਇੱਕ ਲੀਡ ਕਰਨਾ ਜੀ, ਇਹ ਥੋੜ੍ਹੀ ਹੈ ਵੀ ਅਸੀਂ ਕੋਈ ਉਹਨਾਂ ਤੋਂ ਅਲੱਗ ਹਾਂ ਜੀ। ਅਲੱਗਪਨਾ ਵਾਲਾ ਤਾਂ ਆਮ ਆਦਮੀ ਪਾਰਟੀ ਨੇ ਬਿਲਕੁਲ ਖਤਮ ਕਰ ਦੇਣਾ। ਤੁਸੀਂ ਕੱਲ੍ਹ ਨੂੰ ਰੱਬ ਸੁੱਖ ਰੱਖੇ ਸਾਡੀ ਸਰਕਾਰ ਬਣ ਜੇ, ਤੁਹਾਨੂੰ ਦਿਖਾ ਦਾਂਗੇ ਵੀ ਅਸੀਂ ਜਿਹੜੇ ਸਾਡੇ ਮਿਨਿਸਟਰ ਨੇ ਉਹ ਵੀ ਤੁਸੀਂ ਮਤਲਬ ਆਮ ਲੋਕਾਂ ਵਾਂਗੂ ਕਰਦੇ ਵੇਖੋਗੇ। ਜਦੋਂ ਤੁਸੀਂ ਅਧਿਆਪਕ ਸੀ ਉਦੋਂ ਹੀ ਸੋਚਿਆ ਰਾਜਨੀਤੀ ਵਿੱਚ ਆਉਣ ਦਾ, ਜਾਂ ਇਹ ਅਚਨਚੇਤ ਵਾਪਰਦਾ ਕਿ ਆਮ ਆਦਮੀ ਪਾਰਟੀ ਆਈ, ਚਲੋ ਆਮ ਆਦਮੀ ਪਾਰਟੀ ਵਿੱਚ MLA-ਸ਼ਿਪ ਦੀ ਜਿਹੜੀ ਪਾਰੀ ਖੇਡਦੇ ਆ? ਨਹੀਂ, ਬਿਲਕੁਲ। ਦੇਖੋ ਗੱਲ ਇਹ ਹੈ, ਮੈਨੂੰ ਜਦੋਂ ਮੈਂ ਅਧਿਆਪਕ ਸੀ ਨਾ, ਮੈਨੂੰ ਇੱਕ ਵਾਰੀ ਮੈਨੂੰ ਕੋਈ ਪੁਲਿਸ ਅਫਸਰ ਮਿਲਿਆ, ਮੇਰਾ ਦੋਸਤ ਸੀਗਾ, ਹੁਣ ਵੀ ਦੋਸਤ ਹੈ। ਉਹ ਕਹਿੰਦਾ ਵੀ ਤੁਹਾਨੂੰ ਟਿਕਟ ਦਵਾਉਂਦੇ ਆ। ਹਾਂਜੀ, ਟਿਕਟ ਦਵਾਉਂਦੇ ਆ ਤੁਹਾਨੂੰ। ਅੱਛਾ ਜੀ। ਮੈਨੂੰ ਕਿਸੇ ਮਤਲਬ ਲੈ ਕੇ ਚਲੇ ਗਏ ਅਸੀਂ, ਉਹਨਾਂ ਨੇ ਮੇਰਾ ਨਾਂ ਲਿਆ। ਜਦੋਂ ਮੈਨੂੰ ਉਹਨਾਂ ਨੇ ਫੋਨ 'ਤੇ ਗੱਲ ਕੀਤੀ ਵੀ ਤੁਸੀਂ ਬੁੱਧਰਾਮ ਜੀ ਤੁਸੀਂ ਇੱਧਰ ਆਓ,
ਜੀ ਮੈਂ ਹੱਥ ਜੋੜਤੇ। ਮੈਂ ਨਹੀਂ ਜੀ, ਮੈਂ ਤਾਂ ਰਾਜਨੀਤੀ ਕਰਨੀ ਨਹੀਂ, ਮੈਨੂੰ ਚੰਗਾ ਨਹੀਂ ਲੱਗਦਾ ਇਹ। ਮੈਂ ਤਾਂ ਸਰਵਿਸ ਪੂਰੀ ਕਰੂੰਗਾ, ਉਹਦੇ ਬੱਚੇ ਮੈਂ ਕਿਹਦਾ ਸੈੱਟ ਕਰ ਲਾ ਉਹਦਾ, ਫਿਰ ਹੀ ਮਤਲਬ ਕੋਈ ਕਿਤੇ ਹੋਰ ਕਿਤੇ ਦੇਖਿਆ ਜਾਊਗਾ ਜੀ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਮੈਂ ਕਿਤੇ ਵੀ ਨਹੀਂ ਸੀਗਾ। ਸੋ ਅਚਨਚੇਤ ਜਦੋਂ ਆਮ ਆਦਮੀ ਪਾਰਟੀ ਦਾ ਆਭਾਰ ਹੋਇਆ ਦਿੱਲੀ ਦੇ ਵਿੱਚ ਜੀ, ਹੁਣ ਦੇਖੋ ਪੜ੍ਹੇ ਲਿਖੇ ਆਪਾਂ, ਜੀ ਸਟੱਡੀ ਕੀਤੀ ਹੈ ਸਾਰੇ ਵਰਲਡ ਲੈਵਲ ਦੇ ਸਿਸਟਮ ਦੀ ਸਟੱਡੀ ਕੀਤੀ ਹੈ, ਐਮਏ ਪੋਲੀਟੀਕਲ ਸਾਇੰਸ ਕੀਤੀ ਹੈ, ਇਕਨੋਮਿਕਸ ਦੀ ਐਮਏ ਕੀਤੀ ਹੈ, 5 ਐਮਏ ਮੈਂ ਸਟੇਟ ਦੀ ਐਮਏ ਕੀਤੀ ਹੈ, ਕੀ ਬਾਤ, ਧਰਮ ਦੀ ਵੀ ਐਮਏ ਆ, ਪੰਜਾਬੀ ਦੀ ਵੀ ਐਮਏ ਆ ਤੇ ਐਮਐਡ ਵੀ ਆ। ਤੇ ਮੈਂ ਜੋ ਸਟੱਡੀ ਸਾਰਾ ਵਰਲਡ ਦੇ ਜਦੋਂ ਪੀਸੀਐਸ ਕੁਆਲੀਫਾਈ ਕੀਤਾ ਤਾਂ ਮੈਂ ਇੱਕ ਵਾਰੀ ਪੀਸੀਐਸ ਮੈਂ ਇੰਟਰਵਿਊ 'ਚ ਰਹਿ ਗਿਆ ਸੀ ਜੀ, ਕੁਆਲੀਫਾਈ ਕਰ ਗਿਆ ਸੀ ਮੇਨ, ਤੇ ਦੂਜੀ ਵਾਰ ਮੈਂ ਸਿਲੈਕਟ ਹੋ ਗਿਆ ਸੀ ਇਲੈਕਟ ਦੇ ਵਿੱਚ। ਤਾਂ ਉਹਦੇ ਵਿੱਚ ਸਾਰੇ ਸੰਸਾਰ ਦੀ ਹਿਸਟਰੀ, ਸਾਰੇ ਸੰਸਾਰ ਦੀ ਪੋਲੀਟੀਕਲ ਪੜ੍ਹਨੀ ਪੈਂਦੀ ਹੈ ਜੀ। ਮੈਂ ਦੇਖਿਆ ਵੀ ਜਿਹੜਾ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਆ ਵੀ ਇਹ ਕੋਈ ਰਾਜਨੀਤੀ ਨਹੀਂ ਹੈ, ਇਹ ਸੋਸ਼ਲ ਸਰਵਿਸ ਹੀ ਹੈ। ਸੋ ਵੀ ਜੇ ਮੈਂ ਕੋਈ ਮੈਨੂੰ ਲੱਗਿਆ ਮੈਨੂੰ ਵੀ ਯਾਰ ਜੇ ਆਉਣਾ ਚਾਹੀਦਾ ਹੈ, ਮੈਨੂੰ ਅਪਰੋਚ ਕੀਤਾ ਜੀ ਸਾਡੇ ਦੋਸਤਾਂ ਨੇ ਵੀ ਯਾਰ ਜੇ ਤੁਸੀਂ ਸੀਟ ਤਜਰਬਾ ਹੈ, ਤੁਸੀਂ ਜੇ ਇੱਥੋਂ ਤੁਹਾਡਾ ਨਾਂ ਆ ਸਕਦਾ ਵਧੀਆ ਜੀ, ਤੇ ਮੈਂ ਕਿਹਾ ਵੀ ਠੀਕ ਹੈ ਯਾਰ, ਇਹ ਪਾਰਟੀ 'ਚ ਤਾਂ ਸਵਾਲ ਹੀ ਆ ਜੂ ਕੰਮ ਕਰਨ ਦਾ ਜੀ। ਸੋ ਮੈਂ ਆਪਣੇ ਆਪ ਨੂੰ ਬੜਾ ਸੈਟਿਸਫਾਈ ਸਮਝਦਾ, ਕਿਉਂਕਿ ਅਸੀਂ ਕੋਈ ਪੈਸੇ ਕਮਾਉਣ ਵਾਸਤੇ ਸਾਡਾ ਮਕਸਦ ਹੀ ਨਹੀਂ ਹੈ ਤੇ ਸਵਾਲ ਨਹੀਂ ਪੈਦਾ ਹੁੰਦਾ। ਚਰਚਾ ਦਾ ਵਿਸ਼ਾ ਤਾਂ ਫਿਰ 2017 ਦੇ ਵਿੱਚ ਇਹ ਵੀ ਬਣਿਆ ਸੀਗਾ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਜਿਹੜੇ ਆਮ ਆਦਮੀ ਤੱਕ ਨਾਮ ਹੀ ਹੈ ਤੇ ਜਿਹੜੇ ਸੀਟਾਂ ਨੇ ਸ਼ਰੇਆਮ ਵੀ ਮੁੱਲ ਵੇਚੀਆਂ ਗਈਆਂ ਨੇ। ਦੇਖੋ ਮੈਂ ਮਤਲਬ 2017 ਦੇ ਵਿੱਚ ਇੱਕ ਨਵਾਂ ਐਂਟਰ ਕੀਤਾ ਸੀਗਾ ਜੀ, ਮੈਨੂੰ ਉੱਪਰ ਲੀਡਰਸ਼ਿਪ ਜ਼ਿਆਦਾ ਨਹੀਂ ਆਉਂਦੀ ਸੀ, ਭਗਵੰਤ ਮਾਨ ਜਾਣਦੇ ਸੀ ਇਕੱਲੇ ਜੀ। ਕੋਈ ਜੇ ਮੈਨੂੰ ਉਹਨਾਂ ਨੇ ਸੀਟਾਂ ਵੇਚੀਆਂ ਜਾਂ ਨਾ ਵੇਚੀਆਂ ਤਾਂ ਮਤਲਬ ਸਾਨੂੰ ਕੋਈ ਜ਼ਿਆਦਾ ਨਹੀਂ ਹੁੰਦਾ ਸੀ, ਕਿਉਂਕਿ ਸਾਨੂੰ ਉਹਦੀ ਟਿਕਟ ਮਿਲ ਗਈ ਸੀ, ਆਦੇ ਕੰਮ ਲੱਗ ਗਏ ਜੀ। ਤੇ ਨਾ ਹੀ ਮੇਰਾ ਉਹਨਾਂ ਨਾਲ ਗੂੜਾ ਕੋਈ ਸੰਬੰਧ ਸੀਗਾ ਉੱਪਰ ਲੀਡਰਸ਼ਿਪ ਨਾਲ ਜੀ। ਇਸ ਕਰਕੇ ਉਹਨਾਂ ਨੇ ਕੀ ਕੀਤਾ ਸਾਰਾ ਬਾਰੇ ਉਹ ਮਤਲਬ ਨਹੀਂ ਸਾਨੂੰ ਪਤਾ ਵੀ ਕੀ ਕੀਤਾ, ਪਰੰਤੂ ਇੰਨਾ ਜੋ ਅਸੀਂ ਰਿਵਿਊ ਕੀਤਾ ਉਸ ਤੋਂ ਬਾਅਦ ਪਾਰਟੀ ਨੇ ਜੀ, ਤਾਂ ਇੰਨਾ ਜ਼ਰੂਰ ਪਤਾ ਲੱਗਿਆ ਸੀ ਵੀ ਕਾਫੀ ਬੰਦਿਆਂ ਨੂੰ ਸੀਟਾਂ ਜੋ ਦਿੱਤੀਆਂ ਸੀ ਗਲਤ ਦਿੱਤੀਆਂ ਗਈਆਂ, ਜੋ ਦੇਣੀਆਂ ਨਹੀਂ ਬਣਦੀਆਂ ਸੀ, ਉਹ ਵਰਕਰ ਨੂੰ ਟਿਕਟ ਵੱਧ ਦੇਣੀ ਚਾਹੀਦੀ ਸੀ। ਅਰਵਿੰਦ ਕੇਜਰੀਵਾਲ ਜੀ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਤੇ ਔਰ ਅਸੀਂ ਹੁਣ ਵੀ ਇਹੀ ਗੱਲ ਕਹਿੰਦੇ ਹਾਂ ਵੀ ਕਿ ਜਿਹੜੀ ਟਿਕਟ ਹੈ ਉਹ ਮਤਲਬ ਕਾਫੀ ਉਹਦੇ ਵਿੱਚ ਸੁਧਾਰ ਹੋਊਗਾ ਪਿਛਲੇ ਵਾਰ ਨਾਲ। ਜੇ ਜਿੰਨੀਆਂ ਵੀ ਇਲਜ਼ਾਮ ਕੋਈ ਲੱਗਦੇ ਰਹੇ ਨੇ ਪਾਰਟੀ ਦੇ ਉੱਤੇ ਕਿਸੇ ਕਿਸਮ ਦੇ, ਤਾਂ ਮੈਂ ਸਮਝਦਾ ਵੀ ਮੇਰੇ ਉਸ ਵਕਤ ਦੀ ਜਿਹੜੀ ਹੈਗੀ ਸੀ ਸਥਿਤੀ ਸੀ ਕੀ ਸੀ, ਅੱਜ ਦੀ ਬਹੁਤ ਬਦਲ ਚੁੱਕੀ ਹੈ। ਹੁਣ ਜਿਹੜੀ ਹੈਗਾ ਹੁਣ ਜਿੱਤਣ ਵਾਲਾ ਕੈਂਡੀਡੇਟ ਕੌਣ ਹੈ, ਉਹਦੀ ਲੋਕਾਂ ਦੇ ਵਿੱਚ ਕਿਹੀ ਜੀ ਉਹਦੀ ਹਵਾ ਕਿਹੀ ਜੀ ਹੈ ਜੀ, ਕੰਮ ਕਰਨ ਵਾਲਾ ਮਤਲਬ ਚਾਹੀਦਾ, ਬੰਦਾ ਚਾਹੀਦਾ ਹੈ, ਕਾਫੀ ਕੁਝ ਮਤਲਬ ਸੋਚ ਸਮਝ ਕੇ ਟਿਕਟਾਂ ਕੀਤੀ ਜਾਣਗੀਆਂ ਜੀ। ਉਦੋਂ ਜੇ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਸੀਟ ਨਾ ਮਿਲਦੀ, ਕੀ ਤੁਸੀਂ ਫਿਰ ਹੋਰ ਪਾਰਟੀ ਵੱਲੋਂ ਚੋਣ ਲੜਦੇ ਫਿਰ? ਨਹੀਂ, ਦੇਖੋ ਮੈਂ ਗੱਲ ਇਹ ਸਮਝਿਆ ਸੀ ਕਿ ਮੇਰੀ ਉਮਰ 60 ਸਾਲ ਦੀ ਸੀ ਜੀ, ਕਿ ਆਪਣੇ ਦੇਖੋ ਉਹ ਤਾਂ ਪਤਾ ਨਹੀਂ ਲੱਗਦਾ ਪਰਮਾਤਮਾ ਕੀ ਹੋ ਜੇ, ਵੀ ਰਾਹ ਜਾਂਦੇ ਪਤਾ ਨਹੀਂ 5 ਮਿੰਟਾਂ ਬਾਅਦ ਕੀ ਹੋ ਸਕਦਾ ਹੈ, 2 ਮਿੰਟ ਬਾਅਦ ਕੀ ਹੋ ਸਕਦਾ ਹੈ। ਪਰੰਤੂ ਜੇ ਬੰਦਾ ਨੋਰਮਲ ਵੀ ਜਿਉਂਦਾ ਰਹਿੰਦਾ ਹੈ ਤਾਂ 10-15 ਸਾਲ 70-80 ਸਾਲ ਤੱਕ ਵਧੀਆ ਜਿਉਂਦਾ ਰਹਿੰਦਾ, ਬਾਕੀ ਉਦੋਂ ਪਿੱਛੇ ਤਾਂ ਮਤਲਬ ਬੁੜਿਆਂ ਦੀ ਪੋਜੀਸ਼ਨ ਹੋ ਜਾਂਦੀ ਹੈ ਜੀ ਜੀ। ਤਾਂ ਅਸੀਂ ਆਖਿਆ ਵੀ ਜੇ ਚੱਲ ਟਿਕਟ ਮਿਲ ਗਈ ਠੀਕ ਹੈ, ਜੇ ਨਹੀਂ ਮਿਲ ਗਈ ਤਾਂ ਮਤਲਬ ਕੋਈ ਵੱਡੀ ਗੱਲ ਨਹੀਂ ਹੈ, ਜਿਹੜਾ ਜਿਹਨੂੰ ਮਿਲ ਗਈ ਆਪਾਂ ਉਹਦੀ ਸਪੋਰਟ ਕਰਾਂਗੇ ਤੇ ਪਾਰਟੀ 'ਚ ਰਹਾਂਗੇ। ਤੇ ਕਿਉਂਕਿ ਪਾਰਟੀ ਦੇ ਵਿੱਚ ਨਾ ਜਿਹੜਾ ਸਰਕਾਰ ਬਣਦੀ ਹੈ ਜੀ, ਸਰਕਾਰ ਨੂੰ ਸਿਰਫ 117 ਐਮਐਲਏ ਦੇ ਵਿੱਚੋਂ 60-70 ਐਮਐਲਏ ਹੀ ਚਲਾਉਣ ਵਾਲੇ ਹੁੰਦੇ ਨੇ, ਇਹੀ ਐਮਐਲਏ ਸਰਕਾਰ ਨਹੀਂ ਹੁੰਦੀ ਜੀ। ਘੱਟੋ ਘੱਟ 3000 ਪਦ ਇਹੋ ਜਿਹੇ ਹੁੰਦੇ ਨੇ ਜਿਹਨਾਂ ਸਰਕਾਰ ਬਣਦੀ ਹੈ ਜੀ, ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦੀ। ਬਹੁਤ ਵੱਡੇ ਨੇ ਮਤਲਬ ਉਹਦੇ ਨੇ ਚੇਅਰਮੈਨ ਦੇ ਉਹਦੇ ਨੇ, ਹੋਰ ਉਹਦੇ ਨੇ, ਨਹੀਂ ਮਿਲਦੀ ਚੇਅਰਮੈਨ ਤਾਂ ਮਤਲਬ ਇੱਕ ਪਾਰਟੀ ਵਿੱਚ ਜ਼ਿੰਮੇਵਾਰ ਉਹ ਜਿਹੜੀਆਂ ਪੋਸਟਾਂ ਨੇ ਉਹ ਬੜਾ ਮਾਣ ਸਨਮਾਨ ਵਾਲੀਆਂ ਪੋਸਟਾਂ ਨੇ ਜੀ। ਸੋ ਮੈਂ ਵੀ ਤੁਹਾਡੇ ਜਿਹੜੀ ਬੇਨਤੀ ਕਰਦਾ ਹੁੰਦਾ ਵੀ ਸਿਰਫ ਐਮਐਲਏ ਵੱਡੇ ਨਹੀਂ ਹੁੰਦੇ ਜਾਂ ਐਮਪੀ ਵੱਡੇ ਨਹੀਂ ਹੁੰਦੇ, ਸਰਕਾਰ ਬਣਨ ਤੋਂ ਬਾਅਦ ਜਿਹੜੇ ਅਹੁਦੇ ਨੇ ਉਹ ਵੀ ਬਹੁਤ ਵੱਡੇ ਹੁੰਦੇ ਨੇ, ਜਿਹੜੇ ਜ਼ਿੰਮੇਵਾਰ ਬੰਦੇ ਨੇ, ਵਧੀਆ ਯੋਗ ਬੰਦੇ ਨੇ, ਬੜੇ ਸਾਰੇ ਅਰੈਸਟ ਕੀਤੇ ਜਾ ਸਕਦੇ ਹੁੰਦੇ ਨੇ। ਸੋ ਇਸ ਕਰਕੇ ਆਪਾਂ ਚੰਗੀ ਤਰ੍ਹਾਂ ਅਵੇਅਰ ਸੀ ਇਸ ਗੱਲ ਦੇ ਵਿੱਚ। ਰਾਜਨੀਤੀ ਦੇ ਵਿੱਚ ਪਰਿਵਾਰਵਾਦ ਵੱਡੇ ਪੱਧਰ ਤੇ ਭਾਰੂ ਹੈ, ਹਰੇਕ ਪਾਰਟੀ ਦੇ ਵਿੱਚ ਹੀ ਹੈ। ਤੁਸੀਂ ਪਰਿਵਾਰ ਦੇ ਵਿੱਚ ਪਹਿਲੀ ਵਾਰੀ ਰਾਜਨੀਤੀ ਤੌਰ ਤੇ ਆਏ, ਕੀ ਤੁਹਾਡੇ ਵਿੱਚ ਆਉਣ ਵਾਲੇ ਸਮੇਂ ਪਰਿਵਾਰ ਦੇ ਵਿੱਚੋਂ ਤੁਹਾਡਾ ਬੇਟਾ ਜਾਂ ਨੂੰਹ ਰਾਣੀ ਜਾਂ ਹੋਰ ਕੋਈ ਪਰਿਵਾਰਕ ਮੈਂਬਰ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ 'ਚ ਹੋ ਸਕਦਾ? ਦੇਖੋ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ, ਨਹੀਂ ਹੋ ਸਕਦਾ, ਕਿਉਂਕਿ ਪਤਾ ਕੀ ਹੈ ਵੀ ਸਾਡਾ ਮੇਰੇ 3 ਬੇਟੇ ਨੇ ਜੀ, 3 ਜੌਬ ਤੇ 2 BA ਟੀਚਰ ਨੇ, ਇੱਕ ਬੈਂਕ ਦੇ ਵਿੱਚ ਹੈ ਜੀ, 3 ਨੋਹਾਂ ਮੇਰੇ ਟੀਚਰ ਲੱਗਿਆ ਨੇ ਜੀ, ਉਹ ਮੇਰੇ ਐਮਐਲਏ ਤੋਂ ਪਹਿਲੇ ਸੈਟਲਡ ਨੇ ਜੀ, ਪਹਿਲੇ ਹੀ। ਮੇਰੀ ਪਤਨੀ ਜਾਂ ਮੇਰੇ ਬੱਚੇ ਤੁਸੀਂ ਦੇਖੋ, ਮੇਰੇ ਜਿਹੜੇ ਬੱਚੇ ਟੀਚਰ ਨੇ ਜਾਂ ਦੂਜੇ ਨੇ ਜਾਂ ਨੋਹਾਂ ਨੇ, ਕਿਸੇ ਕਿਸਮ ਦਾ ਇਸ ਗੱਲ ਦਾ ਕੋਈ ਮਲਾਲ ਨਹੀਂ ਹੈ ਵੀ ਯਾਰ ਮੈਂ ਅਸੀਂ ਐਮਐਲਏ ਦੇ ਬੇਟੇ ਆ ਜਾਂ ਹੋਰ, ਜਿਵੇਂ ਕਿ ਪਹਿਲਾਂ ਲੀਡਰਾਂ ਦੇ ਬੱਚੇ ਹੁੰਦੇ ਸੀ, ਉਹ ਨੋਰਮਲ ਜਿਹੇ ਜਿਹੇ ਵੀ ਪਹਿਲਾਂ ਕਰਦੇ ਆ ਤੇ ਉਹੋ ਜਿਹੇ ਹੁਣ ਨੇ। ਔਰ ਮੇਰੇ ਦੋਨੇ ਬੇਟੇ ਟੀਚਰ ਨੇ, ਉਹਨਾਂ ਦਾ ਟੀਚਿੰਗ ਦੇ ਵਿੱਚ ਬੜਾ ਵਧੀਆ ਨਾਂ ਹੈ ਜੀ, ਵੀ ਮਤਲਬ ਰੈਗੂਲਰ ਨੇ, ਪੜ੍ਹਾਈ 'ਚ ਪਰਪੱਕ ਨੇ, ਆਪਦਾ ਸਾਰਾ ਦਫ਼ਤਰੀ ਕੰਮ 'ਚ ਪਰਪੱਕ ਨੇ,
ਤੇ ਦੂਜੇ ਨੋਹਾਂ ਨੇ ਉਹ ਆਪਣੀਆਂ ਪੜ੍ਹਨ ਜਾਂਦੀਆਂ ਨੇ ਕਿਤੇ। ਇਹ ਰੋਹ ਨਹੀਂ ਹੈ ਵੀ ਕਿਤੇ ਮੇਰਾ ਜਿਹੜਾ ਹੈਗਾ ਸਹੁਰਾ ਉਹ MLA ਹੈ। ਮੇਰੀ ਪਤਨੀ ਮੇਰਾ ਖਿਆਲ ਹੈ ਵੀ 4.25 ਸਾਲ ਦੇ ਵਿੱਚ 2 ਵਾਰੀ ਚੰਡੀਗੜ੍ਹ ਗਈ ਹੈ, 2-3 ਵਾਰ ਜੀ। ਉਹ ਕਿਤੇ ਉਹਨੂੰ ਇਹ ਨਹੀਂ ਵੀ ਮੈਂ ਕੋਈ ਉਵੇਂ ਜਿਹੀ ਕਿਸ ਤਰ੍ਹਾਂ ਪਹਿਲਾਂ ਬਾਹਰ ਸੁੰਬਰਨਾ ਜਾਂ ਹੋਰ ਕਰਨਾ, ਕੱਪੜੇ ਧੋਣੇ, ਉਹ ਵੀ ਅੱਜ ਗੱਲ ਹੈ ਜੀ। ਤੇ ਸਾਡੇ ਮਤਲਬ ਕਿਉਂਕਿ ਜੋਬ ਦੇ ਨੇ ਬੱਚੇ, ਇਸ ਲਈ ਮਤਲਬ ਹੀ ਹੈ ਨਹੀਂ ਵੀ ਅਸੀਂ ਜੋਬ ਛੱਡ ਕੇ ਕੋਈ ਇਹੀ ਰਾਜਨੀਤੀ ਦੇ ਵਿੱਚ ਹੋਰ ਆਉਂਗੇ। ਮੇਰਾ ਭਰਾ ਮੇਜਰ ਸਿੰਘ ਸਾਬਕਾ ਪੰਚ ਹੈ, ਬਹੁਤ ਲਰਨਡ ਪਰਸਨ ਹੈ, ਬੜੀ ਬੁੱਧੀਜੀਵੀ ਹੈ, ਬੜਾ ਸੋਹਣਾ ਉਹਦਾ ਨਾਂ ਚੱਲਦਾ ਹੈ। ਤੇ ਉਹ ਆਲਰੇਡੀ ਮਤਲਬ ਮੇਰੇ ਨਾਲ ਮੋਟਰ ਜੁੜ ਕੰਮ ਕਰਦਾ ਹੈ ਜੀ, ਠੀਕ ਹੈ ਨਾ। ਉਹ ਇਹ ਨਹੀਂ ਵੀ ਮੇਰੇ MLA ਬਣਨ ਤੋਂ ਬਾਅਦ ਪਹਿਲੇ ਮਤਲਬ ਵਧੀਆ ਇੱਕ ਮਰੱਬਾ ਬੁੱਧੀਜੀਵੀ ਹੁੰਦਾ ਹੈ ਜੀ। ਸੋ ਇਸ ਕਰਕੇ ਮਤਲਬ ਕੋਈ ਸਾਡੇ ਪਰਿਵਾਰ ਦੇ ਵਿੱਚ ਪਰਿਵਾਰਵਾਦ ਤੌਰ ਤੇ ਨਹੀਂ ਕੋਈ ਆਊਗਾ ਵੀ ਮੇਰੇ ਬਾਅਦ ਤੋਂ ਮੇਰੀ ਕੋਈ ਥਾਂ ਭਾਲਣ ਵਾਸਤੇ ਜੀ। ਪਿਛਲੇ 4 ਸਾਲਾਂ ਦੇ MLAਸ਼ਿਪ ਦੀ ਜਿਹੜੇ ਕਾਰਜਕਾਲ ਦੌਰਾਨ ਤੁਸੀਂ ਕਿਹੜੇ ਸਵਾਲ ਉਠਾਏ ਸੀ, ਕਿਹੜੇ ਸਵਾਲਾਂ ਦਾ ਹੱਲ ਹੋ ਗਿਆ, ਤੁਸੀਂ ਹੁਣ ਤੱਕ ਦੀ ਆਪਣੀ ਕਾਰਜਪ੍ਰਣਾਲੀ ਤੋਂ ਸੰਤੁਸ਼ਟ ਹੋ ਜਾਂ ਕਾਂਗਰਸ ਸਰਕਾਰ ਨਾਲ ਸ਼ਿਕਵਾ ਹੈ? ਦੇਖੋ ਗੱਲ ਇਹ ਹੈ, ਪਹਿਲਾਂ ਤਾਂ ਹਰੇਕ ਬੰਦੇ ਨੂੰ ਇਹ ਹੁੰਦਾ ਸੀ ਵੀ ਸਰਕਾਰ ਆਊਗੀ ਜੀ। ਸਾਡੇ ਦਿਲਾਂ ਦੇ ਵਿੱਚ ਬੜੇ ਸਾਡੇ ਉਦੇਸ਼ ਵੱਡੇ ਸੀਗੇ ਵੀ ਅਸੀਂ ਦੇਸ਼ ਦੀ ਸਿੱਖਿਆ ਸਿਸਟਮ, ਪੰਜਾਬ ਸਿੱਖਿਆ ਸਿਸਟਮ ਨੂੰ ਸੁਧਾਰਾਂਗੇ। ਯਾਰ ਹੈਲਥ ਸਿਸਟਮ ਬਹੁਤ ਬੁਰਾ ਹਾਲ ਹੈ ਜੀ, ਬਿਜਲੀ ਬਹੁਤ ਮਹਿੰਗੇ ਸਮਝੌਤੇ ਹੋਏ ਪਏ ਨੇ, PRT ਦਾ ਆਵਾਜਾਈ ਦਾ ਬੁਰਾ ਹਾਲ ਹੈ, ਸੜਕਾਂ ਦਾ ਬੁਰਾ ਹਾਲ ਹੈ, ਤੇ ਪੀਣ ਵਾਲਾ ਪਾਣੀ ਨਹੀਂ ਮਿਲਦਾ ਜੀ। ਕਾਫੀ ਮਤਲਬ ਜਿੰਨੇ ਮੁੱਦੇ ਮੈਂ ਕਹਿੰਦਾ ਇੰਨੇ ਮੁੱਦੇ ਨੇ ਵੀ ਤੁਹਾਨੂੰ ਗਿਣਾਉਂਦੇ ਆਪਾਂ ਮੁੱਦਿਆਂ ਦੀ ਹੀ ਆਪਣੀ ਇੰਟਰਵਿਊ ਹੋ ਸਕਦੀ ਹੈ ਜੀ। ਚਲੋ ਸਾਨੂੰ 20 ਸੀਟਾਂ ਆਈਆਂ, ਆਪੋਜੀਸ਼ਨ 'ਚ ਮੇਨ ਆਪੋਜੀਸ਼ਨ 'ਚ ਹੋ ਗਏ, ਤਾਂ ਅਸੀਂ ਸੋਚਿਆ ਵੀ ਜਿਹੜੇ ਮੁੱਦੇ ਨੇ, ਮੈਂ ਇੱਕ ਪੜ੍ਹਿਆ ਲਿਖਿਆ ਬੰਦਾ ਜੀ, ਵੀ ਜੇ ਮੈਂ ਮੁੱਦੇ ਨੂੰ ਚੁੱਕੂੰਗਾ ਜਾਂ ਮੈਂ ਬੋਲੂੰਗਾ ਨਾ ਤਾਂ ਮਤਲਬ ਲੋਕ ਕੀ ਕਹਿਣਗੇ ਯਾਰ, ਜਾਂ ਮੇਰੀ ਪੜ੍ਹਾਈ ਲਿਖਾਈ ਤਾਂ ਗਈ ਕਿਸੇ ਖੂਹ ਦੇ ਵਿੱਚ ਜੇ ਮੈਂ ਨਹੀਂ ਬੋਲੂੰਗਾ ਜੀ। ਤੁਸੀਂ ਸੱਚ ਮੰਨਿਓ ਉੱਥੇ 50% MLA ਨੇ ਹਜੇ ਤੱਕ ਮੂੰਹ ਨਹੀਂ ਖੋਲ੍ਹਿਆ ਜੀ। ਔਰ ਮੇਰੇ ਕੋਲੇ ਇਹ ਲਿਸਟ ਹੈ ਜੀ, ਮੈਂ ਹੁਣੀ ਮਤਲਬ ਬਣਾਈ ਹੈ ਸਾਰੇ ਸਾਲ ਵਾਈਜ਼ ਮੇਰੇ ਮਤਲਬ ਕੁਐਸਚਨ ਲੱਗੇ ਹੋਏ ਨੇ। ਆਹ ਕੱਲੀ ਮੇਰੇ ਫਾਈਲਾਂ ਪਈਆਂ ਨੇ ਜੀ। ਆਹ 2020 ਦੀ ਫਾਈਲ ਹੈ ਜੀ, ਆਹ ਪੂਰੀ 2021 ਦੀ ਫਾਈਲ ਹੈ ਜੀ। ਆਹ ਜਿਹੜੀਆਂ ਫਾਈਲਾਂ ਨੇ ਦੂਜੀਆਂ 18, 19, 20 ਦੀਆਂ ਫਾਈਲਾਂ ਨੇ। ਕੱਲੇ ਸਾਲ ਵਾਈਜ਼ ਮੇਰੇ ਕੋਲ ਪੂਰਾ ਰਿਕਾਰਡ ਹੈ ਕਿ ਮੈਂ ਹੁਣ ਤੱਕ 148 ਕੁਐਸਚਨ ਲਾਏ ਜੀ। ਮਤਲਬ ਹਾਈਐਸਟ ਰੇਂਜ ਸਾਡੇ MLA ਦੀ ਇੱਕ ਤਾਂ ਮਤਲਬ ਕੁਲਤਾਰ ਸਿੰਘ ਸੰਧਮਾ ਤੇ ਮੇਰਾ, ਤੁਸੀਂ ਆਹ ਟਿਕਟ ਅੱਗੇ ਦੇਖ ਲਓ, ਹੋਰ ਦੇਖ ਲਓ, ਔਰ ਵਿਦ ਕੁਐਸਚਨ ਮੇਰੇ ਕੋਲ ਆਹ ਸਾਰਾ ਹੈਗਾ ਵੀ ਮੈਂ ਕਿੰਨੇ ਮਤਲਬ ਕੰਮ ਕੀਤੇ। 148 ਕੁਐਸਚਨ ਨੇ ਔਰ 150 ਦੇ ਕਰੀਬ ਮੁੱਦੇ ਜੀ। ਵਿਧਾਨ ਸਭਾ ਦੇ ਵਿੱਚ ਇੱਕ ਦਿਨ ਵੀ ਨਹੀਂ ਰਿਹਾ ਜਿੱਦੇ ਮੈਂ ਨਾ ਬੋਲਿਆ ਹੋਵਾਂ ਕਿਸੇ ਮੁੱਦੇ ਤੇ। ਔਰ ਕਿਉਂਕਿ ਇਕਨੋਮਿਕਸ ਦਾ ਲੈਕਚਰ ਰਿਹਾ ਮੈਂ ਵਿਧਾਨ ਸਭਾ ਦੀ, ਪਿਛਲੇ ਦੇਖੋ ਪਹਿਲੇ ਸਾਲ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਜੀ, ਕੁਦਰਤੀ ਗੱਲ, ਨਵੇਂ ਬੰਦੇ ਹੁੰਦੇ ਨੇ ਕਿਵੇਂ ਕਰਨਾ ਹੈ। ਪਰ ਤੁਸੀਂ ਆਹ ਦੇਖੋ, ਤੁਸੀਂ ਤੁਹਾਡੇ ਸਾਹਮਣੇ ਮੈਂ ਕੁਐਸਚਨ ਦੇਖਦਾ ਵੀ ਵਿਧਾਨ ਸਭਾ ਜਿਹੜਾ 1 ਨੰਬਰ ਕੁਐਸਚਨ ਲੱਗਿਆ ਸੀ ਪਹਿਲੇ ਵਿਸਤਾਰਾ 'ਚ, ਉਹ ਮੇਰਾ ਲੱਗਿਆ ਸੀ। ਬੁਲਾਡੇ ਵਾਲੇ ਜਿਹੜਾ ਸਕੂਲ ਸੀ ਮੇਰਾ, ਜਿੱਥੇ ਮੈਂ ਮਤਲਬ ਕੰਮ ਕੀਤਾ 10 ਸਾਲ ਪ੍ਰਿੰਸੀਪਲ ਤੌਰ 'ਤੇ, ਉਹਦੀ ਇਮਾਰਤ ਢਾਈ ਗਈ ਸੀ। ਸੈਕੰਡ ਕੁਐਸਚਨ ਸੀ ਬਰੇਟੇ ਪੋਲੀਟੈਕਨਿਕ ਕਾਲਜ ਦਾ, ਉਹ ਮਤਲਬ ਬੜੀ ਪਈ ਸੀ, ਬਿਲਡਿੰਗ ਚਾਲੂ ਨਹੀਂ ਸੀ। ਮੈਂ ਸੈਕੰਡ ਕੁਐਸਚਨ ਮਤਲਬ ਵਿਧਾਨ ਸਭਾ 'ਤੇ ਦੂਜਾ ਕੁਐਸਚਨ ਲੱਗਿਆ, ਉਹ ਵੀ ਮੇਰਾ। ਵਿਧਾਨ ਸਭਾ 'ਚ ਤੀਜਾ ਕੁਐਸਚਨ ਲੱਗਿਆ ਸੀ ਆਦਰ ਸਕੂਲ ਬੋਹਾ ਦਾ ਸੀ, ਉੱਥੇ ਬਹੁਤ ਬੁਰਾ ਹਾਲ ਸੀ। 3 ਕੁਐਸਚਨ ਮੇਰੇ ਲੱਗੇ ਸੀਗੇ। 3 ਹੱਲ ਨੇ ਅੱਜ? 3 ਹੱਲ ਨੇ, ਨਹੀਂ ਹੋਰ ਬਹੁਤ ਹੱਲ ਨੇ ਜੀ। ਜਿਵੇਂ ਦੇਖੋ ਆਹ 33 ਨੰਬਰ ਕੁਐਸਚਨ ਸੀਗਾ ਮੇਰਾ ਵੀ ਅੱਗ ਲੱਗਣ ਦੀਆਂ ਸੜੀ ਹੋਈ ਫਸਲਾਂ ਬਾਰੇ। 17 ਜਿੰਨੀ ਕਣਕ 'ਚ ਅੱਗ ਲੱਗੀ ਕੋਈ, ਉਹ ਸਾਰੇ ਮੁਆਵਜ਼ਾ ਮੈਂ ਦਵਾਇਆ। 18 ਜਿਹੜੀ ਅੱਗ ਲੱਗੀ 8 ਪਿੰਡਾਂ ਦੇ ਵਿੱਚ ਜੀ, ਉਹ ਮੁਆਵਜ਼ਾ ਦਵਾਇਆ। 19 ਦੇ ਵਿੱਚ ਵੀ ਜਿਹੜੇ ਕੋਈ ਦੇਖੋ 1-2 ਪਿੰਡਾਂ ਦਾ ਆਇਸਾ ਲੱਗ ਜਾਂਦੀ ਸੀ, ਉਹ ਮੁਆਵਜ਼ਾ ਦਵਾ ਚੁੱਕਿਆ। ਮੇਰੇ ਕੋਲ ਰਿਕਾਰਡ ਪਿਆ ਪੂਰਾ ਸਾਰਾ ਇਹਦੇ ਵਿੱਚ ਫਾਈਲਾਂ ਦੇ ਵਿੱਚ। 20 ਦੇ ਵਿੱਚ ਸੱਚੇ ਪਾਤਸ਼ਾਹ ਨੇ ਸੁਣੀ ਹੈ, ਐਤਕੀ ਵੀ ਸੁਣੀ ਸੀ, 2 ਪਿੰਡਾਂ 'ਚ ਲੱਗੀ ਹੈ, ਉਹ ਮੈਂ ਕੁਐਸਚਨ ਲਾਇਆ ਹੈ ਜੀ। ਵੀ ਜਿੰਨੇ ਵੀ ਕੋਈ ਮਤਲਬ ਅਪ੍ਰੈਲ ਦੇ ਵਿੱਚ ਕਣਕ ਨੂੰ ਅੱਗ ਲੱਗਣ ਦੀ ਕੋਈ ਘਟਨਾ ਸੀ, ਸਾਰਿਆਂ ਨੂੰ ਮੈਂ ਮੁਆਵਜ਼ਾ ਦਵਾ ਚੁੱਕਿਆ ਜੀ। ਫਿਰ ਆ GST ਮਾਸਟਰਾਂ ਦਾ ਕੇਡਰ ਹੈ, ਡਾਈਟ ਅਹਿਮਦਪੁਰ ਦੀ ਪ੍ਰਿੰਸੀਪਲ ਦੀ ਪੋਸਟ ਨਹੀਂ ਸੀ ਪਹਿਲਾਂ। ਜਦੋਂ ਮੈਂ ਡਾਈਟ ਦੇ ਵਿੱਚ ਆਇਆ, ਮੈਂ 73 ਦੇ ਵਿੱਚ ਮੈਟ੍ਰਿਕ ਪਾਸ ਕੀਤੀ ਸੀ, ਮੈਂ ਉਹਦੀ ਡਾਈਟ ਦੇ ਵਿੱਚ JBT ਕਰਨ ਲੱਗ ਗਿਆ ਜੀ। ਉਦੋਂ ਡਾਈਟ ਇਹ ਜਿਹੜੀ ਅਹਿਮਦਪੁਰ ਹੈ ਹੁਣ, ਇਹ ਫਰੀਦਕੋਟ ਤੋਂ ਆਈ ਸੀ। ਉਦੋਂ ਹੈਡਮਾਸਟਰ ਦੀ ਪੋਸਟ ਹੁੰਦੀ, ਉਹ ਅੱਜ ਤੱਕ 2018-19 ਤੱਕ ਵੀ ਇਹ ਹੈਡਮਾਸਟਰ ਦੀ ਪੋਸਟ ਸੀ ਜੀ, ਜਦੋਂ ਕਿ DO ਦੇ ਬਰਾਬਰ ਦੀ ਪੋਸਟ ਹੁੰਦੀ ਹੈ ਜੀ। ਤਾਂ ਮੈਂ ਉਹ ਕੁਐਸਚਨ ਲਾਇਆ ਵੀ ਇੱਥੇ ਪ੍ਰਿੰਸੀਪਲ ਦੀ ਪੋਸਟ ਦਿੱਤੀ ਜਾਵੇ, ਘੱਟੋ ਘੱਟ ਵੀ ਬੰਦਾ ਉੱਥੇ ਬੈਠਣ ਵਾਲਾ ਜਿਹੜਾ ਬੰਦਾ ਹੈ ਉਹਨੂੰ ਮਹਿਸੂਸ ਹੋਵੇ। ਤਾਂ ਮੇਰਾ ਕੁਐਸਚਨ ਇਹ ਸੀ ਵੀ ਕੋਈ ਹੈਡਮਾਸਟਰ ਲੱਗਿਆ ਉਹ ਕੰਮ ਕਰਨ ਤੋਂ ਹੋਣਾ ਹੈ, ਮਤਲਬ ਇਹ ਵੀ ਉਹਦੇ ਡਾਈਟ ਦੇ ਨਾਲ ਇੱਕ ਉਹਦਾ ਰੁਤਬਾ ਉੱਚਾ ਹੁੰਦਾ ਹੈ ਜੀ। ਉੱਥੇ ਹੈਡ ਪ੍ਰਿੰਸੀਪਲ ਦੀ ਪੋਸਟ ਹੈ, ਪ੍ਰਿੰਸੀਪਲ DO ਦੇ ਬਰਾਬਰ ਹੁੰਦਾ ਹੈ। ਤਾਂ ਮੈਂ ਉਹ ਲਿਆਂਦੀ ਤੇ ਅੱਜ ਉਹ ਬੂਟਾ ਸਿੰਘ ਉੱਥੇ ਪ੍ਰਿੰਸੀਪਲ ਤੌਰ 'ਤੇ ਵਧੀਆ ਕੰਮ ਕਰ ਰਹੇ ਨੇ। ਸੋ ਆ ਗੋਬਿੰਦਪੁਰਾ ਪਿਊਨਾ ਪਾਵਰ ਪਲਾਂਟ ਦੀ ਜ਼ਮੀਨ ਸੀ, ਡਾਕਟਰ ਹਰਗੋਬਿੰਦ ਖਰਾਣਾ ਸਕੀਮ ਦੇ ਅਧੀਨ ਜਿਹੜੇ ਵਜੀਫੇ ਰੁਕੇ ਪਏ ਸੀ, ਉਹ ਮੇਰੇ ਲੱਗਣ ਦਵਾਏ। ਫਿਰ ਆ ਬੁਲਾਡਾ ਬੋਹਾ ਬਰੇਟਿਆਂ ਵਿੱਚ, ਬੋਹਾ ਵਿੱਚ ਬਹੁਤ ਬੁਰਾ ਹਾਲ ਸੀ ਸੀਵਰੇਜ ਸਿਸਟਮ ਦਾ, ਪੱਕਿਆ ਨਹੀਂ, ਉਹ ਮਤਲਬ ਹੱਲ ਹੋ ਗਿਆ। ਬੁਲਾਡਾ ਤੁਸੀਂ ਪਿੰਡ ਜਾ ਕੇ ਗੇੜਾ ਮਾਰ ਕੇ ਦੇਖ ਲਓ ਜੀ, ਇਹ ਮੈਂ ਕਾਫੀ ਹੱਲ ਕੀਤਾ। ਫਿਰ ਆਹ
ਜਿਹੜੀਆਂ ITI ਤੋਂ ਬੋਹਾ ਰੋਡ ਸੀਗਾ, ਇਹਦਾ ਬੁਰਾ ਹਾਲ ਸੀਗਾ ਜੀ। ਸਾਰਿਆਂ ਨਾਲੋਂ ਵੱਡਾ ਮਸਲਾ ਜੋ ਮਤਲਬ ਜਿਹੜਾ ਹੈਗਾ ਮੈਂ ਹੱਲ ਕਰਵਾਇਆ ਉਹ ਸੀਗਾ ਬਖਸ਼ੀ ਵਾਲੇ ਤੋਂ ਲੈ ਕੇ ਬੋਹਾ ਤੱਕ ਤੇ ਗਾਹਾਂ ਟੇਲਾਂ ਜਿਹੜੀਆਂ ਚਚੋਹਰ, ਅੱਕਾਂ ਵਾਲੀ, ਜੋਈਆਂ, ਟਾਹਲੀਆਂ, ਫਰੀਦ ਕੇ, ਆਨੰਦਗੜ੍ਹ ਤੱਕ ਜਿਹੜੇ ਟੇਲਾਂ ਤੱਕ ਪਾਣੀ ਪਹੁੰਚਦਾ ਸੀ ਜੀ। ਉਹ ਕਿਉਂਕਿ ਜਿਹੜੀ ਲਾਈਨਿੰਗ ਸੀ ਇਹਦੀ ਬੋਹਾ ਨਹਿਰ ਦੀ ਉਹ ਬਹੁਤ ਮਾੜੀ ਸੀ, ਉਹਦੀ ਮੈਂ ਇਸ ਸਾਲ ਕੁਐਸਚਨ ਲਾਉਂਦਾ ਜੀ। ਤੇ ਉਹ ਪੂਰਾ ਪੱਕਾ ਉਹਦਾ ਹੋ ਗਿਆ 28 ਕਰੋੜ ਦੇ ਹਿਸਾਬ ਨਾਲ ਉਹ ਨਹਿਰ ਪੱਕੀ ਬਣ ਰਹੀ ਹੈ ਜੀ। ਜੇ ਤੁਹਾਡੇ ਮਹਾਣੀਆਂ ਦੇ ਵਿੱਚ ਉਹਨੂੰ ਫਾਇਦਾ ਹੋਣਾ ਹੈ। ਤੇ ਬੋਹਾ, ਬਲਾਡਾ ਤੇ ਬਰੇਟਾਂ ਦੇ ਹਰ ਸਾਲ ਹਸਪੀਟਲ ਦਾ ਮੈਂ ਮੁੱਦਾ ਚੱਕਣਾ ਵੀ ਇੱਥੇ ਵਧੀਆ ਹਸਪੀਟਲ ਜੀ, ਵੀ ਡਾਕਟਰ ਹੈ ਨਹੀਂ ਜੀ। ਮੁੱਦਾ ਮੈਂ ਚੱਕਦਾ ਸੀ, ਮੇਰਾ ਫਰਜ਼ ਬਣਦਾ ਸੀ। ਦੇਖੋ ਹੁਣ ਡਾਕਟਰ ਦੀ ਅਪਾਇੰਟਮੈਂਟ ਮੈਂ ਕਰਨੀ ਉਹ ਕਰਨਾ ਉਸਨੇ ਐਤਕੀ ਤਾਂ ਮੇਰੀ ਤਾਈ ਦੇ ਵਿੱਚ ਸਪੀਕਰ ਸਾਹਿਬ ਨੇ ਵੀ ਕਿਹਾ ਜੀ, ਬਲਵੀਰ ਸਿੰਘ ਸਿੱਧੂ ਸਾਡੇ ਸਿਹਤ ਮੰਤਰੀ ਨੂੰ ਵੀ, ਸਿੱਧੂ ਸਾਹਿਬ ਦੇਖੋ ਬੁੱਧਰਾਮ ਜੀ ਆਏ ਸਾਲ ਕੁਐਸਚਨ ਲਾਉਂਦੇ ਨੇ, ਤੁਸੀਂ ਕੋਈ ਡਾਕਟਰ ਭੇਜੋ ਬਲਾਡੇ ਦੇ ਵਿੱਚ, ਬਰੇਟਾਂ ਦੇ ਵਿੱਚ। ਮੈਂ ਕਿਹਾ ਜੀ ਬੇਟਿਆਂ ਦੀ ਹਸਪੀਟਲ ਦੀ ਐਡੀ ਵਧੀਆ ਬਿਲਡਿੰਗ ਹੈ, ਜੇ ਡਾਕਟਰ ਹੀ ਹੁੰਦਾ ਬਿਲਡਿੰਗ ਦਾ, ਜੇ ਹਸਪੀਟਲ ਕਾਹਦਾ। ਚਲੋ ਮੈਂ ਇਹਨੂੰ 2 ਕੁ ਦੱਸੇ ਡਾਕਟਰ ਭੇਜ ਤੇ ਇੱਕ ਦੇ ਮੈਂ ਬਦਲੀ ਕਰਾ ਲਿਆ ਪਹਿਲ ਦੇ ਆਧਾਰ ਤੇ ਜੀ। ਤੇ ਉੱਥੇ 4-5 ਡਾਕਟਰ ਕੀ ਹੋ ਗਿਆ। ਬੋਹਾ ਪੋਸਟ ਹੀ ਇੱਕ ਹੈ ਜੀ, ਉਹ ਮੈਂ ਵਾਅਦਾ ਕਰਨ ਵਾਸਤੇ ਆਈ ਵਾਰੀ ਕੁਐਸਚਨ ਲਾਉਂਦਾ, ਮੇਰੇ ਕੋਲ ਕੁਐਸਚਨ ਨਹੀਂ ਮੈਂ ਤੁਹਾਨੂੰ ਦੇ ਜੂੰਗਾ, ਸਾਰੇ ਮੇਰੇ ਕੁਐਸਚਨ 'ਚ ਲੱਗੇ ਹੋਏ ਨੇ। ਤੇ ਬਹਾਦਰਪੁਰ ਕਾਲਜ ਸੀਗਾ ਜੀ, ਉਹ ਬੰਦ ਪਿਆ ਸੀ, ਉਹ ਚਲਵਾਇਆ ਮੈਂ ਪਹਿਲੇ ਕੁਐਸਚਨ ਜੀ, ਪਹਿਲੇ ਸਾਲ ਦੀ ਕੁਐਸਚਨ ਦੇ ਵਿੱਚ। ਫਿਰ ਐਤਕੀ ਬਹਾਦਰਪੁਰ ਨੂੰ ਜਿਹੜੀ ਸੜਕ ਸੀਗੀ ਉਹ ਬੁਰਾ ਹਾਲ ਸੀ, ਮੈਂ ਕਿਹਾ ਜੀ ਬਹਾਦਰਪੁਰ ਕਾਲਜ ਹੈ, ਲੜਕੀਆਂ ਜਾਂਦੀਆਂ ਨੇ, ਸੜਕ ਉੱਥੇ ਬੁਰੀ ਤਰ੍ਹਾਂ ਟੁੱਟੀ ਪਈ ਹੈ, ਤੁਸੀਂ ਉਹ ਲਾਓ। ਉਹ ਕੰਮ ਚੱਲ ਪਿਆ। ਲਿੰਕ ਰੋਡ ਬਲਾਡੇ ਦੀਆਂ ਉੱਥੇ ਕਦੇ ਇਸ ਤਰ੍ਹਾਂ ਵੀ ਉਮੀਦ ਕਰ ਸਕਦੇ ਹਾਂ ਵੀ ਕਾਲਜ ਨਾ ਰੋਡ ਤੋਂ ਬਹੁਤ ਜ਼ਿਆਦਾ ਦੂਰ ਚਲਾ ਗਿਆ ਜੀ, ਲੜਕੀਆਂ ਤੁਰ ਕੇ ਜਾਂਦੀਆਂ ਨੇਗੀਆਂ, ਕੋਈ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਬਿਲਕੁਲ ਬੱਸ ਸਰਵਿਸ ਜਾਂ ਉਹਨਾਂ ਨੂੰ ਕਾਲਜ ਤੱਕ ਬਿਲਕੁਲ ਜੀ। ਐਸੇ ਸਾਲ ਕੁਐਸਚਨ ਲੱਗਿਆ, ਮੈਂ ਤੁਹਾਨੂੰ ਸ਼ਾਇਦ ਕੁਐਸਚਨ ਦੇ ਵਿੱਚ ਮੈਂ ਹੁਣ ਭਾਲਕ ਮੈਂ ਤੁਹਾਨੂੰ ਹੁਣੀ ਦੱਸਦਾ, ਐਸੇ ਸਾਲ ਕੁਐਸਚਨ ਲੱਗਿਆ ਜੀ ਬਲਾਡਾ ਦੇ ਵਿੱਚ ਬੇਟਿਆਂ ਦੇ ਲੈ ਕੇ ਇੱਕ ਸਪੈਸ਼ਲ ਬੱਸ ਸਰਵਿਸ ਚਲਾਈ ਜਾਵੇ ਜੀ, ਤੇ ਚਲਾਈ ਜਾਵੇ ਤੇ ਉਹਨਾਂ ਵਿੱਚ ਤੁਸੀਂ ਦੱਸੋ ਵੀ ਤੁਸੀਂ ਲਾਓਗੇ ਤਾਂ ਜਿਹੜੀ ਮੰਤਰੀ ਸੀ ਰਜੀਆ ਸੁਲਤਾਨਾ, ਉਹ ਕਹਿੰਦੇ ਜੀ ਸਾਡੇ ਕੋਈ ਉਹ ਨਹੀਂ ਹੈਗਾ ਵੀ ਕਿਸੇ ਕਿਸਮ ਦੀ ਸਪੈਸ਼ਲ ਬੱਸ ਚਲਾਈਵੇ। ਮੈਂ ਕਿਹਾ ਜੀ ਮੈਂ ਦੱਸ ਦਿੰਦਾ, ਮੈਂ ਉਹਨੂੰ ਹੱਲ ਵੀ ਦੱਸਿਆ ਜੀ ਵੀ ਜਿਹੜੀ ਲਹਿਰੇ ਤੋਂ ਸਿੱਧੀਆਂ ਬਾਇਆ ਰੱਲੀ ਰੂਟ ਨੇ ਉਹ 18 ਰੂਟ ਬੰਦ ਪਏ ਨੇ ਜੀ, ਤੁਸੀਂ ਉਹ ਰੂਟ ਚਲਾ ਦਿਓ। ਤੁਸੀਂ ਲਹਿਰੇ ਤੋਂ ਡਸਕੇ ਤੋਂ ਬਾਇਆ ਬਹਾਦਰਪੁਰ ਬਰੇਟਾ ਵੀ ਕੱਢ ਦਿਓ ਜੀ, ਜਦੋਂ ਇਹ ਤਾਂ ਜਾਣਗੀਆਂ ਤਾਂ ਵੀ ਕੁੜੀਆਂ ਜਾ ਸਕਦੀਆਂ ਨੇ, ਆਉਣ ਲੱਗੇ ਵੀ ਜਾ ਸਕਦੀਆਂ ਨੇ। ਮੈਨੂੰ ਹੱਲ ਵੀ ਦੱਸਦਾ ਵਿਧਾਨ ਸਭਾ ਦੇ ਵਿੱਚ, ਮੇਰਾ ਰਿਕਾਰਡ ਗੱਲਬਾਤ ਹੈ। ਸੋ ਇਸ ਕਰਕੇ ਮਤਲਬ ਇਹ ਸਾਰਾ ਜਿਹੜਾ ਹੈਗਾ ਇਹ ਬਕਾਇਦਾ ਰੱਖਿਆ ਜੀ ਸਾਰਾ ਕੁਝ। ਇਹ ਨੇਬਰਹੁੱਡ ਕਾਲਜਾਂ ਵਿੱਚ ਜਿਹੜੇ ਕੰਮ ਕਰਦੇ ਗੈਸਟ ਫੈਕਲਟੀ ਟੀਚਰ ਨੇ, ਪ੍ਰੋਫੈਸਰ ਨੇ, ਉਹਨਾਂ ਨੂੰ 21,000 ਤਨਖਾਹ ਮਿਲਦੀ ਹੈ ਤੇ ਉਹਨਾਂ ਨੂੰ ਵਾਸਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਨੂੰ ਤਨਖਾਹ ਵਧਾਓ, ਟੀਚਰ ਪ੍ਰੋਫੈਸਰ ਭਰਤੀ ਕਰੋ। ਪੋਸਟ ਮੈਟ੍ਰਿਕ ਵਜ਼ੀਫਾ ਮੈਂ ਮਤਲਬ ਜਾਰੀ ਕਰਵਾਇਆ। ਦੇਖੋ ਕੁਐਸਚਨ ਨੰਬਰ 547 SC ਪ੍ਰੀ ਮੈਟ੍ਰਿਕ ਦੇ ਪੋਸਟ ਮੈਟ੍ਰਿਕ ਵਜ਼ੀਫਾ ਕਿੰਨੀ ਬਣਦੀ ਹੈ। ਜਿਹੜਾ ਮਾਨਸਾ ਵਿੱਚ ਪਟਵਾਰੀਆਂ ਦੇ ਕਾਨੂੰਗੋ ਦੀ ਪੋਸਟਾਂ ਬਾਰੇ ਅਪਲਾਈ ਕਰਾਇਆ। ਨੌਜਵਾਨ ਨੂੰ ਖੇਡ ਦੇ ਜਿੰਮਾਂ ਬਾਰੇ ਕੁਐਸਚਨ ਲਾਇਆ ਵੀ ਜਿੰਮ ਤੁਸੀਂ 4 ਸਾਲ ਦਿੱਤੇ ਨਹੀਂ ਗੇ, ਦੇਣਾ ਦੇਖੋ ਸਰਕਾਰ ਨੇ ਹੈ ਜੀ। ਤੇ ਕੀ ਉਹਨਾਂ ਨੇ ਕਿਹਾ ਵੀ ਮਤਲਬ ਨੈਸ਼ਨਲ ਹਾਈਵੇ ਜਿਹੜਾ ਬਣਿਆ ਸੀ 48 ਉਹ 'ਚ ਵੱਡੀ ਦਰਖਤ ਕੱਟੇ ਗਏ ਜੀ, ਉਹਦੇ ਨਾਲ ਆਕਸੀਜਨ ਦੀ ਘਾਟ ਹੋਈ ਹੈ। ਮੈਂ ਕਿਹਾ ਵੀ ਤੁਸੀਂ ਉਹਨੂੰ ਦੁੱਗਣੇ ਡਾਕਟਰ ਕਿਉਂ ਲਾਏ। ਇਹ ਮੇਰਾ ਕੁਐਸਚਨ ਨੰਬਰ ਸੀ 633 ਨੰਬਰ ਕੁਐਸਚਨ। ਬਰੇਟਾ ਬੋਹਾ ਬਲਾਡੇ ਵਿੱਚ ਵੱਡੇ ਸ਼ਹਿਰ ਹੋਣ ਕਰਕੇ ਮਿਨੀ ਡਿਸਪੈਂਸਰੀ ਖੋਲੋ, ਜਿਵੇਂ ਬੇਟਾ ਦੇ ਇਧਰਲੇ ਪਾਸੇ ਡਿਸਪੈਂਸਰੀ ਹੈ ਜੀ, ਵੱਡਾ ਹਸਪੀਟਲ ਹੈ, ਤਾਂ ਦਿਆਲਪੁਰ ਰੋਡ ਤੇ ਮਿਨੀ ਡਿਸਪੈਂਸਰੀ ਖੋਲੋ। ਸਾਡੇ ਬਲਾਡੇ ਹਸਪੀਟਲ ਹੈ, ਇਸ ਤਰ੍ਹਾਂ ਲੈਣਾ ਪਾਰਕ ਮਿਨੀ ਡਿਸਪੈਂਸਰੀ ਖੋਲੋ ਜੀ। ਬਰੇਟੇ ਬੋਹਾ ਦੇ ਵਿੱਚ ਪਰਲੇ ਪਾਸੇ ਹਸਪੀਟਲ ਹੈ, ਗਾਦਰ ਪੱਤੀ ਵਿੱਚ ਮਿਨੀ ਡਿਸਪੈਂਸਰੀ ਖੋਲੋ ਜੀ। ਮੈਂ ਨਾਂ ਲਿਖ ਕੇ ਬਕਾਇਦਾ ਇਹਨਾਂ ਦਾ ਉਹ ਕੀਤਾ ਜੀ। ਸੋ ਵੱਡੀ ਗੱਲ ਦੂਜੀ, ਬਲਾਡੇ ਦੀਆਂ ਲਿੰਕ ਰੋਡਸ ਜੀ 85% ਲਿੰਕ ਰੋਡਸ ਦੇ ਵਿੱਚ ਮੈਂ ਮਤਲਬ ਸਾਰਿਆਂ ਦੀ PC ਪਾਤੀ, ਤੁਸੀਂ ਦੇਖੋਗੇ। ਕੀ ਬਾਤ। 2 ਰਹਿ ਗਈਆਂ ਵੱਡੀਆਂ, ਇੱਕ ਤੁਹਾਡੀ ਮੰਘਾਣੀਆਂ, ਰਿਆਉਂਦ, ਵੀਰੇਵਾਲ ਡੋਗਰਾ ਜੀ। ਉਹਦਾ ਮੈਂ ਸਪੈਸ਼ਲ ਇਹ ਕਹਿ ਕੇ ਵੀ ਗਲਵਾਨ ਘਾਟੀ ਦੇ ਵਿੱਚ ਜਿਹੜਾ ਹੈਗਾ ਸਾਡਾ ਸ਼ਹੀਦ ਹੋ ਗਿਆ ਸੀਗਾ ਗੁਰਤੇਜ ਸਿੰਘ, ਤੁਸੀਂ ਉਹ 18 ਫੁੱਟ ਕਰੋ, ਉਹਦੇ ਨਾਂ ਦੇ ਉੱਤੇ ਤੁਸੀਂ ਉਹ ਨਾਂ ਰੱਖੋ। ਉਹ ਕੰਮ ਸ਼ੁਰੂ ਹੋ ਗਿਆ ਜੀ। ਤੇ ਉਸ ਤਰ੍ਹਾਂ ਮਤਲਬ ਜਿਹੜਾ ਹੈਗਾ ਇੱਕ ਰਹਿ ਗਿਆ ਮੱਲ ਸਿੰਘ ਵਾਲਾ ਛੀਨੇ, ਇਹਦਾ ਵੀ ਕੰਮ ਸ਼ੁਰੂ ਹੋ ਗਿਆ ਜੀ। ਸਰ ਨੂੰ ਮੱਲੇ ਕਰੋੜ ਨਹੀਂ ਕੋਈ ਛੱਡੀ ਆਪਾਂ ਨੇ ਜੀ। ਬੁਢਲਾਡਾ ਵਿਧਾਨ ਸਭਾ ਹਲਕਾ ਦੇ ਲੋਕਾਂ ਨੂੰ ਹਮੇਸ਼ਾ ਇੱਕ ਗਿਲਾ ਰਿਹਾ ਕਿ ਸਰਕਾਰ ਕੋਈ ਹੋਰ ਬਣ ਜਾਂਦੀ ਹੈ ਤੇ ਇੱਥੇ MLA ਕਿਸੇ ਹੋਰ ਪਾਰਟੀ ਦਾ ਬਣ ਜਾਂਦਾ ਤੇ ਉੱਪਰਲੀ ਸਰਕਾਰ ਫਿਰ MLA ਨੂੰ ਸੁਵਿਧਾਵਾਂ ਉਪਲਬਧ ਨਹੀਂ ਕਰਾਉਂਦੀ। ਐਤਕੀ ਕੀ ਲੱਗਦਾ ਹੈ ਵੀ ਤੁਸੀਂ ਉਹ ਦਾਗ ਲਾ ਪਾਏ ਹੋ? ਦੇਖੋ ਜਦੋਂ ਆਪਾਂ ਔਨ ਰਿਕਾਰਡ ਗੱਲ ਕਰਾਂਗੇ ਨਾ ਜੀ, ਤਾਂ ਤੁਹਾਨੂੰ ਉਹ ਦਾਗ ਲਿਆ ਸਿੱਧ ਹੋਊਗਾ ਜੀ। ਗੱਲ ਕੰਮ ਕਰਨ ਦੀ ਹੈ ਵੀ ਤੁਸੀਂ ਕੰਮ ਹੀ ਕਰ ਰਹੇ ਹੋ ਜੀ। ਲੋਕਾਂ ਨੂੰ ਤੁਸੀਂ MLA ਬਣ ਕੇ ਸਮਰਪਿਤ ਹੋ। ਦੇਖੋ ਕੰਮ ਦਾ ਸਰਕਾਰ ਜਿਹੜਾ ਸਰਕਾਰ ਦੀ ਮੈਂ ਤੁਹਾਨੂੰ ਪੋਲੀਟੀਕਲ ਗੱਲ ਕਰਦਾ ਵੀ ਸਰਕਾਰ ਦੀ ਨਲਾਇਕੀ ਫੁੱਲ ਹੈ ਵੀ ਲੋਕਾਂ ਦੇ ਜਿਹੜੇ ਵਾਅਦੇ ਕੀਤੇ ਸੀ ਪੂਰਨ ਕੀਤੇ। ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਨੇ ਮਤਲਬ ਵੋਟਕਾ ਸਾਹਿਬ ਦੀ ਸਹੁੰ ਚੱਕੀ ਵੀ ਅਸੀਂ ਨਸ਼ੇ ਖਤਮ ਕਰ ਦਾਂਗੇ, ਅਸੀਂ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਅੰਦਰ ਕਰ ਦਾਂਗੇ, ਪਰੰਤੂ ਕੁਛ ਨਹੀਂ ਕੀਤਾ ਜੀ। ਖੁਦ ਕਾਂਗਰਸ ਦੇ ਆਪਦੇ MLA
ਪ੍ਰਗਟ ਸਿੰਘ ਵਰਗੇ ਸਾਰਾ ਗਰੁੱਪ ਉਹ ਨਿਰਾਸ਼ ਨੇ ਜੀ ਜੇ। ਔਰ ਕਾਂਗਰਸ ਦਾ ਨਰਮਲ ਸਿੰਘ ਸੀ ਇੱਕ ਐਮਐਲਏ, ਉਹਦੇ ਕਹੇ ਤਹਿਸੀਲਦਾਰ ਬਦਲੀ ਨਹੀਂ ਕਰਦਾ ਸੀ, ਤਹਿਸੀਲਦਾਰ ਉਹਦੇ ਪੈਸੇ ਲੈਂਦਾ ਸੀ ਜੀ। ਜਦੋਂ ਉਹਨੇ ਕਿਹਾ, ਸ਼ਿਕਾਇਤ ਕੀਤੀ ਵੀ ਮੇਰਾ ਤਹਿਸੀਲਦਾਰ 20,000 ਮੰਗਦਾ ਜੀ ਕ੍ਰਿਸ਼ਟੀ ਕਰਾਉਣ ਤੋਂ, ਤਾਂ ਅੱਗੇ ਤਹਿਸੀਲਦਾਰ ਨੇ ਕਿਹਾ ਸੀਗਾ ਚੰਗਾ ਤੂੰ 10,000 ਦੇ ਦੇ ਭਾਈ, ਉਹ 20 ਨਹੀਂ ਦਿੰਦਾ ਤੂੰ ਐਮਐਲਏ ਜੀ। ਮਤਲਬ ਇੰਨਾ ਬੁਰਾ ਹਾਲ ਹੈ ਕਾਂਗਰਸ ਦੇ ਖੁਦ ਐਮਐਲਏਆਂ ਦਾ। ਅਸੀਂ ਆਪੋਜੀਸ਼ਨ 'ਚ ਹੋ ਕੇ ਕੰਮ ਧੰਦਾ ਇਹ ਕੁਐਸਚਨ ਲਾ ਕੇ ਵਿਧਾਨ ਸਭਾ 'ਚ ਬੋਲ ਕੇ ਕਿਸੇ ਵੀ ਕਾਂਗਰਸੀ ਐਮਐਲਏ ਸਾਨੂੰ ਵੱਧ ਕੰਮ ਕਰਾਂਗੇ ਜੀ, ਜਿੰਨੇ ਕੰਮ ਕਰਾਉਣੇ ਬਣਦੇ ਸੀਗੇ। ਅੱਜ ਬॉय ਸਕੂਲ ਦੀ ਬਿਲਡਿੰਗ ਜਾ ਕੇ ਦੇਖੋ, 50 ਲੱਖ ਰੁਪਏ ਦਾ ਗ੍ਰਾਂਟ ਆ ਗਈ ਦੋ ਮੇਰੇ ਹੁੰਦੇ ਕੀ ਬਾਤ, ਜਿੱਥੇ ਮੈਂ 10 ਸਾਲ ਪ੍ਰਿੰਸੀਪਲ ਰਿਹਾ ਜੀ। ਔਰ ਸਕੂਲਾਂ ਬਾਰੇ ਦਾ ਇਹ ਮਸ਼ਹੂਰ ਸੀ ਵੀ ਜਿੰਨੇ ਵੀ ਸਕੂਲਾਂ ਬਾਰੇ ਸੀਗਾ ਤਾਂ ਬੁੱਧਰਾਮ ਵੀ ਇਹਦਾ ਬੋਲੂਗਾ ਹਰੇਕ ਵਾਰੀ ਮੈਂ ਸਕੂਲਾਂ ਬਾਰੇ ਬੋਲਦਾ, ਕਿਉਂਕਿ ਪਤਾ ਕੀ ਹੈ, ਇੱਕ ਤਾਂ ਜਿਹੜਾ ਗਵਰਨਰ ਐਡਰੈਸ ਹੁੰਦਾ ਹੈ ਜੀ, ਉਹ ਗਵਰਨਰ ਐਡਰੈਸ 'ਤੇ ਮੈਨੂੰ ਟਾਈਮ ਮਿਲ ਜਾਂਦਾ ਹੈ ਜੀ। ਇੱਕ ਜਿਹੜਾ ਬਜਟ ਪੇਸ਼ ਹੁੰਦਾ ਹੈ, ਬਜਟ ਪੇਸ਼ ਹੋ ਗਏ, ਬਜਟ ਜਿਹੜਾ ਪੇਸ਼ ਹੋ ਜਾਂਦਾ ਤਾਂ ਨੈਕਸਟ ਡੇ ਉਹਦੀ ਡਿਬੇਟ ਸ਼ੁਰੂ ਹੁੰਦੀ ਹੈ ਜੀ। ਡਿਬੇਟ ਆਪੋਜੀਸ਼ਨ ਵੱਲ ਸ਼ੁਰੂ ਹੁੰਦੀ ਹੈ ਜੀ, ਡਿਬੇਟ ਨਿਯਮ ਹੈ ਵੀ ਆਪੋਜੀਸ਼ਨ ਵੱਲ ਸ਼ੁਰੂ ਕਰਦਾ ਹੁੰਦਾ ਬਸ। ਤਾਂ ਮੈਂ ਇਕਨੋਮਿਕਸ ਦਾ ਐਮਏ ਹੋਣ ਦਾ ਕਰਕੇ ਮੈਂ ਸ਼ੁਰੂ ਕਰਦਾ ਜੀ, ਤੇ ਇਸ ਕਰਕੇ 3 ਸਾਲ ਤੋਂ ਲਗਾਤਾਰ ਮੈਂ 10-15 ਮਿੰਟ ਦੀ ਮੇਰੀ ਜਿਹੜੀ 5 ਮਿੰਟ ਕਿਤੇ ਲੋਕਾਂ ਨੂੰ ਮਿਲਦਾ, ਮੈਂ 10-15-20 ਮਿੰਟ ਤੱਕ ਮਤਲਬ ਉਹ ਸਾਰੇ ਮੁੱਦੇ ਉਠਾਉਣਾ, ਕਿਉਂਕਿ ਇਕਨੋਮਿਕਸ ਦਾ ਐਮਏ ਹੋਣ ਲੈਕਚਰ ਹੋਣ ਦੇ ਨਾਤੇ ਮੈਨੂੰ ਜਦੋਂ ਬਜਟ ਬੰਦਾ ਪੇਸ਼ ਕਰਦਾ ਹੈ ਮੈਂ ਸਾਰੀ ਨੋਟ ਕਰ ਲੈਣਾ, ਮੈਨੂੰ ਸਮਝ ਆ ਜਾਂਦੀ ਹੈ ਵੀ ਫਿਸਕਲ ਡੈਫਿਸਿਟ ਕੀ ਹੁੰਦਾ ਹੈ, ਰੈਵਨਿਊ ਡੈਫਿਸਿਟ ਕੀ ਹੁੰਦਾ ਹੈ। ਐਮਏ ਕਰ ਲਈ ਅਸੀਂ, ਇਹ ਫਰਕ ਤਾਂ ਪੈਂਦਾ ਜੀ। ਮੈਂ ਕੱਲ ਨੂੰ ਐਮਏ ਜਿਹੜੇ ਬੰਦੇ ਇਕਨੋਮਿਕਸ ਦੇ ਐਮਏ ਨੇ ਥੋੜਾ ਉਹਨਾਂ ਨੂੰ ਮਤਲਬ ਟੈਕਨੀਕਲੀ ਆਰਥਿਕਤਾ ਬਾਰੇ ਕੁਦਰਤੀ ਗੱਲ ਹੈ ਵੀ ਉਹ ਜੋ ਬਜਟ ਪੇਸ਼ ਹੁੰਦਾ ਉਹ ਸਮਝ ਸਕਦੇ ਆ ਜ਼ਿਆਦਾ, ਤੇ ਬਾਕੀ ਉਹ ਮੈਂ ਸ਼ੁਰੂ ਕਰਦਾ। ਸੋ ਕਾਫੀ ਜ਼ਿਆਦਾ ਮਤਲਬ ਜਿਹੜੇ ਮੁੱਦੇ ਨੇ ਉਹ ਅਸੀਂ ਉਠਾਉਂਦੇ ਹਾਂ। ਇਸ ਕਰਕੇ ਸਾਰੇ ਜਿਹੜੇ ਕੰਮ ਨੇ ਆਮ ਲੋਕਾਂ ਦੇ, ਨਿੱਜੀ ਦਾ ਕੰਮ ਹਜ਼ਾਰਾਂ ਹੀ ਕਰਾਏ ਨੇ ਜੀ, ਬਦਲੀਆਂ ਕਰਾਈਆਂ ਨੇ ਜਾਂ ਹੋਰ ਕਰਾਈਆਂ ਨੇ, ALMs ਕਾਫੀ ਪੋਸਟਾਂ ਘੱਟ ਸਾਡੀਆਂ ਲਾਈਨਮੈਨ ਦੀਆਂ। ਤੁਸੀਂ ਜਾ ਕੇ ਦੇਖ ਲਓ, ਕੋਈ ਸਵਾਲ ਨਹੀਂ ਪੈਦਾ ਹੁੰਦਾ ਕਿਸ ਤੋਂ ਵੀ ਚਾਹ ਪਾਣੀ ਪੀ ਲਈ ਅਸੀਂ ਜੀ, ਸਵਾਲ ਨਹੀਂ ਪੈਦਾ ਹੁੰਦਾ ਜੀ। ਔਰ ਮੈਂ ਫਰੀ ਹੈਂਡ ਮਤਲਬ ਕਹਿਣਾ ਵੀ ਕੋਈ ਬੰਦਾ ਇਹ ਕਹੇ ਕਿ ਬੁੱਧਰਾਮ ਨੇ ਕਿਸੇ ਤੋਂ 5 ਪੈਸੇ ਲੈ ਲਏ, ਕਿਸੇ ਨੇ ਕਮਿਸ਼ਨ ਖਾ ਲਿਆ, ਕਿਸੇ ਨੇ ਕੁਛ ਕਰ ਲਿਆ, ਤੁਸੀਂ ਹੈਂਡ ਫਰੀ ਕਰਕੇ ਮੈਨੂੰ ਫੋਨ ਕਰੋ, ਮੈਂ ਗੁਰਦੁਆਰੇ ਚੜ੍ਹਦਾ, ਮੰਦਰ ਚੜ੍ਹਦਾ, ਜਿਹੜੀ ਸਜ਼ਾ ਦਿਓ ਤੁਸੀਂ ਮੈਨੂੰ ਉਸ ਤਰੀਕੇ ਨਾਲ ਸੈਟੀਸਫਾਈ ਕਰਾਉਂਗਾ। ਮਤਲਬ ਅਸੀਂ ਪੈਸਿਆਂ ਪਿੱਛੇ ਨਹੀਂ ਐਮਐਲਏ ਬਣੇ, ਕਿਆ ਬਾਤ, ਨਾ ਹੀ ਪੈਸੇ ਕਮਾਉਣ ਦਾ ਸਾਡਾ ਕੋਈ ਮਕਸਦ ਹੈ ਜੀ। ਸਾਡਾ ਮਕਸਦ ਇਹ ਹੈ ਵੀ ਯਾਰ ਜਿਹੜਾ ਐਮਐਲਏ ਬਣਦਾ ਹੈ ਉਹ ਲੋਕਾਂ ਦੀ ਨੁਮਾਇੰਦਗੀ ਕਰੇ। ਕੰਮ ਧੰਦੇ ਦਾ ਹੁਣ ਸਰਕਾਰਾਂ ਦਾ ਬੁਰਾ ਹਾਲ ਹੈ ਆਪਦਾ ਜੀ। ਖੁਦ ਕਾਂਗਰਸੀ ਐਮਐਲਏ ਦੇਖੋ, ਨਵਜੋਤ ਸਿੱਧੂ ਹੈ, ਉਹ ਸਾਰਾ ਧੜਾ ਹੀ ਕਿਸ ਤਰ੍ਹਾਂ ਕਾਂਗਰਸ ਦੇ ਆਪਣੇ ਹੀ ਕਾਂਗਰਸ ਦੇ ਉਹ ਕਰ ਰਿਹਾ ਜੀ, ਆਲੋਚਨਾ ਕਰ ਰਿਹਾ। ਤਾਂ ਸਾਡੇ ਵਰਗਿਆਂ ਦੇ ਤਾਂ ਫਿਰ ਵੀ ਅਸੀਂ ਚੱਲ ਜ਼ੋਰ ਦੇ ਕੇ ਕਿਤੇ ਲਿਹਾਜ਼ ਨਾਲ, ਕਿਤੇ ਵੀਰ ਭਾਈ ਨਾਲ ਅਸੀਂ ਜੋ ਕੰਮ ਹੈ ਅਸੀਂ ਆਪਦਾ ਕੰਮ ਕਰਾਈ ਜਾਂਦੇ, ਔਰ ਸਾਨੂੰ ਵੱਧ ਕੰਮ ਆਪਣੇ ਹੋਏ ਆ। ਇੱਕ ਰਾਜਨੀਤੀ ਦੂਜੀ ਗੱਲ ਇੱਕ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਆਪਾਂ ਕਹਿੰਦੇ ਵੀ ਜਿਹੜੇ ਐਮਐਲਏ ਉਹ ਵੀ ਹੋਰ ਹੋਣ। ਪਿਛਲੇ ਵਾਰੀ ਜੀ ਅਕਾਲੀ ਸਰਕਾਰ ਸੀ ਜੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ, ਇੱਥੋਂ ਦਾ MP ਅਕਾਲੀਆਂ ਦਾ ਜੀ, ਪੂਰੇ ਮਤਲਬ ਮਾਣਯੋਗ ਜਿਹੜੇ ਹੈਗੇ ਸੀ ਸਵਰਗਵਾਸੀ ਜਤਿਨ ਸਿੰਘ ਉਹ ਵੀ ਅਕਾਲੀਆਂ ਦੀ ਜੀ। ਤਾਂ ਤੁਸੀਂ ਦੇਖੋਗੇ ਤਾਂ ਬਹੁਤ ਸਵਰਗ ਬਣਾਉਂਦੇ ਫਿਰ, ਔਰ ਸੜਕਾਂ ਦਾ ਬੁਰਾ ਹਾਲ ਸੀ, ਐਜੂਕੇਸ਼ਨ ਦਾ ਬੁਰਾ ਹਾਲ ਸੀ, ਹੋਰ ਸੀ। ਔਰ ਖੁਦ ਮਤਲਬ ਕਿਸੇ ਵੀ ਕਿਸਮ ਦਾ ਮੈਂ ਸਮਝਦਾ ਨਹੀਂ ਸੀ ਵੀ ਕੋਈ ਉਹ ਕੋਈ ਸਪੈਸ਼ਲ ਲੈ ਕੇ ਆਏ ਨੇ। ਔਰ ਤੁਸੀਂ ਦੇਖੋਗੇ ਤੇ ਲੋਕ ਅੱਜ ਰੋਂਦੇ ਨੇ ਕਿਸਾਨ ਵੀ ਸਾਥੋਂ ਕਿਸ ਤਰ੍ਹਾਂ ਸਾਨੂੰ ਜਿਹੜੇ ਲਏ ਜਾਂਦੇ ਸੀਗੇ ਮੋਟਰਾਂ ਦੇ ਪੈਸਿਆਂ ਦੇ ਵਿੱਚ ਸਾਨੂੰ ਵੀ ਕਮਿਸ਼ਨ ਦੇਣਾ ਪਿਆ, ਪਤਾ ਨਹੀਂ ਕਿਹੜੇ ਲੀਡਰ ਨੂੰ ਦੇਖ ਕੇ ਕਹਿੰਦੇ ਨੇ। ਸੋ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੁੰਦਾ, ਠੀਕ ਹੈ ਵੀ ਸਰਕਾਰ ਦਾ ਐਮਐਲਏ ਹੋਵੇ ਥੋੜ੍ਹਾ ਵੱਧ ਜ਼ੋਰ ਦੇ ਕੇ ਕਰ ਸਕਦਾ ਜਿਹੜੇ ਜੇ ਕਰਨਾ ਚਾਹੇ, ਪਰ ਮੈਂ ਆਪੋਜੀਸ਼ਨ ਦਾ ਐਮਐਲਏ ਹੋਣ ਦੇ ਨਾਤੇ ਵੀ ਮੈਂ ਮਤਲਬ ਉਹਦਾ ਵਧੀਆ ਕੰਮ ਕਰੀ ਜਾਂਦਾ ਜੀ। ਠੀਕ ਹੈ, ਲੋਕਾਂ ਨੂੰ ਘੱਟ ਪਤਾ। ਪੜ੍ਹੇ ਲਿਖੇ ਐਮਐਲਏ ਹੋਣ ਦਾ ਜੋ ਤੁਹਾਨੂੰ ਸੀਟ ਮਿਲਦੀ ਹੈ ਉਦੋਂ ਹੀ ਫਿਰ ਡਾਕਟਰ ਨਿਸ਼ਾਨ ਸਿੰਘ ਚਰਚਾ ਦਾ ਵਿਸ਼ਾ ਬਣਦੇ ਨੇ। ਉਹਨਾਂ ਕੋਲੇ ਮੈਨੂੰ ਲੱਗਦਾ ਵੀ ਕੋਈ ਹੋਰ ਉਮੀਦਵਾਰ ਨਹੀਂ ਸੀ, ਤਾਂ ਹੀ ਉਹਨਾਂ ਨੇ ਰਾਤੇ ਰਾਤ ਡਾਕਟਰ ਨਿਸ਼ਾਨ ਸਿੰਘ ਵਾਲਾ ਜਿਹੜਾ ਜਹਾਜ਼ ਲੈਂਡ ਹੈ ਉਹ ਕਰਵਾਇਆ ਗਿਆ ਸੀ। ਇਹੀ ਕਾਰਨ ਹੈ। ਦੇਖੋ ਇਹ ਤਾਂ ਹੁਣ ਦੇਖੋ ਉਹਨਾਂ ਦੀ ਆਪਦੀ ਨੀਤੀ ਹੈ ਅਕਾਲੀ ਦਲ ਦੀ, ਤਾਂ ਮੈਂ ਤਾਂ ਉਹਦੇ ਬਾਰੇ ਨਹੀਂ। ਇੱਕ ਰਾਜਨੀਤੀ ਵਿੱਚ ਹੋਰ ਵੀ ਸਮੱਸਿਆ ਹੈ, ਇੱਕ ਤਾਂ ਐਮਐਲਏ ਸਾਹਿਬ ਜਿਹੜੇ ਜਿੱਤੇ ਹੋਏ ਨੇ ਚੋਣਾਂ ਨਾਲ ਲੋਕਾਂ ਨੇ ਜੇ ਬਣਾਏ ਨੇ, ਤੇ ਸਰਕਾਰੀ ਗਰੰਟਾਂ ਇੱਕ ਹਾਰਿਆ ਹੋਇਆ ਲੀਡਰ ਜਾਂ ਕੋਈ ਹੋਰ ਬੰਦਾ ਬਣਦਾ, ਇਹ ਗਲਤ ਨਹੀਂ ਰਾਜਨੀਤੀ ਵਿੱਚ? ਕੱਲ੍ਹ ਨੂੰ ਤੁਹਾਡੀ ਸਰਕਾਰ ਬਣਦੀ ਹੈ, ਤੁਸੀਂ ਵੀ ਐਂ ਕਰਿਆ ਕਰੋਗੇ? ਨਹੀਂ ਦੇਖੋ ਕਿ ਤੁਹਾਡਾ ਪੈਟਰਨ ਗਲਤ ਪਿਆ। ਮੈਂ ਵਿਧਾਨ ਸਭਾ 'ਚ ਬੋਲਿਆ ਗੱਲ ਜੀ ਵੀ ਕੋਈ ਵੀ ਗ੍ਰਾਂਟ ਇਸ ਤੋਂ ਪਹਿਲਾਂ ਮਤਲਬ ਚੈੱਕ ਨਹੀਂ ਦੇਊਗਾ ਕੋਈ ਮੰਤਰੀ ਜੀ। ਔਰ ਪੂਰੇ 3 ਸਾਲ ਹੋ ਗਏ ਮੈਂ ਬੰਦ ਕਰਵਾਤੀ ਸੀ ਉਹ ਜੀ। ਐਤਕੀ ਜਿੰਨੀਆਂ ਵੀ, ਕਿਉਂਕਿ ਗ੍ਰਾਂਟਾਂ ਐਤਕੀ ਬਹੁਤ ਘੱਟ ਆਈਆਂ ਨੇ ਜੀ। ਇਹ ਨਹੀਂ ਗਾ ਵੀ ਗ੍ਰਾਂਟਾਂ ਕੋਈ ਜਾ ਕੇ ਚੈੱਕ ਲੈ ਕੇ ਕੋਈ ਜਿੱਥੇ ਐਮਐਲਏ ਜਿੱਤੇ ਹੋਏ ਨੇ ਜਾ ਕੇ ਪੁੱਛ ਲਓ, ਕੋਈ ਕਿਸੇ ਨੂੰ ਗ੍ਰਾਂਟ ਨਹੀਂ ਮਿਲੀ। ਜਿਹੜੇ ਮਿਊਨਿਸਪੈਲਿਟੀਆਂ ਨੇ, ਜਿਹੜੇ ਪਿੰਡ ਨੇ, ਉਹਨਾਂ ਨੂੰ ਉਹ ਆਮ ਆਦਮੀ ਪਾਰਟੀ ਦੇ ਨੇ, ਭਾਵੇਂ ਅਕਾਲੀ ਦਲ ਦੇ ਨੇ, ਭਾਵੇਂ ਕਾਂਗਰਸ ਦੇ, ਉਹਨਾਂ ਨੂੰ ਗ੍ਰਾਂਟ ਜਿੰਨੀ 14ਵੀਂ ਵਿੱਤ ਕਮਿਸ਼ਨ ਦੀ ਜਾਰੀ ਹੋ ਗਈ ਮਿਲਣੀ ਹੈ ਜੀ। ਕੋਈ ਨਹੀਂ ਕਹਿੰਦਾ ਮੈਨੂੰ ਘੱਟ ਮਿਲੇ। ਔਰ ਮੇਰੇ ਕੋਲ ਪਹਿਲਾਂ ਲਿਸਟ ਆ ਗਈ ਸੀ, ਮੇਰੇ ਕੋਲ ਲਿਸਟ ਥੋੜ੍ਹੀ ਵੀ ਪਈ ਹੈ ਜੀ। ਇੰਨੀ ਗ੍ਰਾਂਟ ਤੁਹਾਨੂੰ ਇੱਕ ਹਰੇਕ ਪਿੰਡ ਨੂੰ ਪਾਈ ਹੈ, ਭਾਵੇਂ ਉਹ ਬਹਾਦਰਪੁਰ ਹੈ, ਭਾਵੇਂ ਕਿਸ਼ਨਗੜ੍ਹ ਹੈ, ਭਾਵੇਂ ਕੁਲਰੀਆਂ, ਭਾਵੇਂ ਕੋਈ ਹੋਰ ਪਿੰਡ ਹੈ, ਭਾਵੇਂ ਮੰਗਾਣੀ ਹੈ।
ਇਹ ਨਹੀਂ ਵੀ ਕਾਂਗਰਸ ਦਾ ਵੱਧ ਲਿਆ, ਅਕਾਲੀ ਦਲ ਨੂੰ ਘੱਟ ਮਿਲੀ ਹੈ ਜਾਂ ਆਮ ਆਦਮੀ ਪਾਰਟੀ ਨੂੰ ਘੱਟ ਮਿਲੀ ਹੈ ਜੀ। ਉਹ ਚੈੱਕ ਦਾ ਸਿਸਟਮ ਬੰਦ ਕਰਾਤਾ। ਮੈਂ ਇਤਕੀ ਮੁੱਖ ਮੰਤਰੀ ਨੂੰ ਬੋਲਦੇ ਟੋਕਿਆ ਸੀ ਅਸੀਂ ਪਾਰਟੀ ਵੱਲੋਂ ਜੀ ਵੀ ਜੇ ਤੁਸੀਂ ਗ੍ਰਾਂਟਾਂ ਪਾਉਣੇ ਹੋ ਸਿੱਧਾ ਖਾਤੇ 'ਚ ਪਾਓ ਪੰਚਾਇਤ ਦੇ। ਉਸ ਤੋਂ ਬਾਅਦ ਹੁਣ ਇਹ ਚੱਲ ਰਿਹਾ ਹੈ, ਕੋਈ ਸਪੈਸ਼ਲ ਦੱਸ ਦਿਓ ਮੈਨੂੰ, ਆਹ ਬੰਦਾ ਸਪੈਸ਼ਲ ਗ੍ਰਾਂਟ ਲੈ ਕੇ ਆਇਆ ਜਾਂ ਲੈ ਕੇ ਆਇਆ, ਠੀਕ ਹੈ ਵੀ ਜਿਵੇਂ ਪਾਸ ਮੈਂ ਕਰਾਤੀ ਸੜਕ, ਟੱਕ ਲਾਤਾ ਕਿਸੇ ਕਾਂਗਰਸੀ ਨੇ, ਉਹ ਟੱਕ ਲਾਉਂਦੇ ਨੇ, ਉਹਨਾਂ ਨੂੰ 2 ਦਿਨ ਮਿਲਦਾ, ਜਿਹੜਾ SDO ਐਕਸੀ ਨੇ ਦੱਸਦਾ ਜੀ ਆਹ ਪਾਸ ਹੋਊਗੀ ਤੁਸੀਂ ਟੱਕ ਲਾ ਦਿਓ ਜੀ। ਬਸ ਇੰਨਾ ਕੀ ਹੈ, ਕੰਮ ਹੋਣੇ ਹੁੰਦੇ ਆ। ਹਾਂ ਇਹ ਠੀਕ ਹੈ ਵੀ ਪਿਛਲੇ ਵਾਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਗ੍ਰਾਂਟਾਂ ਬਹੁਤ ਦਿੱਤੀਆਂ, ਮੈਂ ਵਿਧਾਨ ਸਭਾ 'ਚ ਬੋਲਿਆ ਇਹ ਗੱਲ ਵੀ ਗ੍ਰਾਂਟਾਂ ਬਹੁਤ ਦਿੱਤੀਆਂ ਉਹਨਾਂ ਨੇ ਜੀ। ਉਹ ਗ੍ਰਾਂਟਾਂ ਦੇਣ ਦੇ ਨਾਲ ਉਹਨਾਂ ਦਾ ਮਤਲਬ ਫੋਲੋਅਪ ਨਹੀਂ ਹੋ ਚੁੱਕਿਆ, ਉਹ ਖਾਧੀਆਂ ਗਈਆਂ ਜੀ। ਜਦੋਂ ਵਿਧਾਨ ਸਭਾ 'ਚ ਬੋਲਿਆ ਤਾਂ ਸੁਖਬੀਰ ਸਿੰਘ ਬਾਦਲ ਉੱਥੇ ਬੈਠਾ ਸੀ, ਮਜੀਠੀਆ ਬੈਠਾ ਸੀ। ਮੈਂ ਕਿਹਾ ਵੀ ਜੇਕਰ ਉਹਨਾਂ ਨੂੰ ਫੋਲੋਅਪ ਹੋ ਜਾਂਦਾ, ਉਹ ਗ੍ਰਾਂਟਾਂ ਲੱਗ ਜਾਂਦੀਆਂ ਤਾਂ ਲੋਕਾਂ ਦਾ ਫਾਇਦਾ ਹੋਣਾ ਸੀ। ਬਸ ਕਿ ਲੋਕਾਂ ਨੂੰ ਹਾਰ ਦਾ ਮੂੰਹ ਕਾਰਨ ਇਸ ਦੇਖਣਾ ਪੈ ਗਿਆ ਵੀ ਜਿਹੜੇ ਬੰਦੇ ਗ੍ਰਾਂਟਾਂ ਤੁਸੀਂ ਦਿੱਤੀਆਂ ਜਿਹਨਾਂ ਸਰਪੰਚਾਂ ਨੂੰ ਉਹਦਾ ਖਾ ਗਏ, ਫਿਰ ਵੋਟਾਂ ਵੀ ਉਹਨਾਂ ਤੋਂ ਲੈ ਲਿਓ ਜੀ। ਇਹ ਗੱਲ ਵੀ ਚਾਚੇ ਮੁੱਦਾ ਬਣਿਆ, ਮੈਂ ਇਹ ਹਾਰ ਦਾ ਕਾਰਨ ਬਣਿਆ ਅਕਾਲੀਆਂ ਦੇ। ਲੋਕਾਂ ਦੇ ਪੈਸੇ ਨੇ, ਗ੍ਰਾਂਟਾਂ ਕੋਈ ਥੋੜੀ ਵੀ ਕੋਈ ਆਪਣਾ ਪੱਲੂ ਦਿੰਦਾ ਹੈ ਜੀ ਜੀ ਜੀ। ਲੋਕਾਂ ਦੇ ਦਿੱਤੇ ਹੋਏ ਪੈਸੇ ਨੇ, ਅਸੀਂ ਟੈਕਸ ਦਿੰਦੇ ਹਾਂ, ਸੁੱਤੇ ਪਏ ਵੀ ਟੈਕਸ ਦਿੰਦੇ ਹਾਂ, ਰਾਤ ਨੂੰ ਪੱਖਾ ਚੱਲਦਾ, ਰਾਤ ਨੂੰ TV ਚੱਲਦਾ, ਰਾਤ ਨੂੰ ਸਾਡਾ ਫਰਿੱਜ ਚੱਲਦਾ ਹੈ ਜੀ, AC ਚੱਲਦਾ ਹੈ, ਅਸੀਂ ਸੁੱਤੇ ਪਏ ਟੈਕਸ ਦਿੰਦੇ ਹਾਂ। ਸਾਡਾ ਪੈਸਾ ਹੈ, ਸਾਡਾ ਪੈਸੇ ਦੇ ਵਿੱਚ ਕੱਲਾ ਪੈਸਾ ਲੱਗਣਾ ਚਾਹੀਦਾ ਹੈ ਜੀ। ਦਿੱਲੀ ਦੇ ਤੇ ਪੰਜਾਬ 'ਚ ਕੀ ਫਰਕ ਹੈ ਪੈਸੇ ਲਾਉਣ ਦਾ? ਵੀ ਉਰੇ ਸੜਕ ਬਣਨੀ ਹੁੰਦੀ ਹੈ 40 ਲੱਖ ਦੀ ਜੀ, ਟੈਂਡਰ ਪੈਂਦਾ 80 ਲੱਖ ਦਾ ਜੀ, 40 ਲੱਖ ਖਾਦਾ ਜਾਂਦਾ ਵਿੱਚੋਂ, ਲੀਕੇਜ ਹੁੰਦੀ ਹੈ ਜੀ। ਸਿੱਧਾ ਪਤਾ ਵੀ ਇਹਦਾ ਕਮਿਸ਼ਨ ਹੈ, ਇਹਨਾਂ ਕਮਿਸ਼ਨ ਇਹ ਹੈ। ਦਿੱਲੀ ਵਿੱਚ ਕਿਉਂਕਿ ਆਪ ਟੈਕਨੋਕ੍ਰੇਟ ਹੈ ਕੇਜਰੀਵਾਲ ਸਾਹਿਬ, ਉਹਦੀ ਆਪਣੀ ਟੀਮ ਹੈ, ਜਿੰਨੇ 40 ਲੱਖ ਦੀ ਸੜਕ ਬਣਦੀ ਹੈ ਤਾਂ 40 ਲੱਖ ਦੀ ਟੈਂਡਰ ਲੱਗਦਾ ਹੈ ਜੀ। ਇਸ ਕਰਕੇ ਉਹਨਾਂ ਪੈਸਿਆਂ ਦਾ ਘਾਟ ਨਹੀਂ ਹੈ ਕੋਈ। 2017 ਦੇ ਵਿੱਚ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਹਾਰ ਦਾ ਕਾਰਨ ਇੱਕ ਹੀ ਮੰਨਿਆ ਜਾਂਦਾ ਵੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਾ ਕਰਨਾ। ਕੀ ਇਸ ਵਾਰ ਆਮ ਆਦਮੀ ਪਾਰਟੀ ਇਹ ਗਲਤੀ ਦੁਹਰਾਊਗੀ ਜਾਂ ਚਿਹਰਾ ਪਹਿਲਾਂ? ਨਹੀਂ, ਬਿਲਕੁਲ ਰਿਵਿਊ ਹੋਇਆ ਸਾਡਾ ਇਹ ਵੱਡੀ ਪੱਧਰ ਤੇ ਪਾਰਟੀ ਵਿੱਚ ਵੀ। ਸ਼੍ਰੀ ਅਰਵਿੰਦ ਕੇਜਰੀਵਾਲ ਨੇ ਬਕਾਇਦਾ ਇਸ ਗੱਲ ਨੂੰ ਮਹਿਸੂਸ ਕੀਤਾ ਜੀ ਤੇ ਇਹਦੀ ਕਲੀਅਰ ਕਰਤਾ ਵੀ ਸਾਡਾ ਇੱਕ ਮੁੱਖ ਮੰਤਰੀ ਚਿਹਰਾ ਅਸੀਂ ਐਲਾਨ ਕਰਾਂਗੇ ਸਤੰਬਰ ਦੇ ਵਿੱਚ ਜੀ। ਟਿਕਟਾਂ ਸਾਡੀਆਂ ਅਕਤੂਬਰ ਨਵੰਬਰ ਦੇ ਵਿੱਚ ਜਾਰੀ ਹੋਣਗੀਆਂ MLA ਨੂੰ ਜੀ, ਤੇ ਉਸ ਤੋਂ ਪਹਿਲਾਂ 2 ਮਹੀਨੇ ਪਹਿਲਾਂ ਅਸੀਂ ਮੁੱਖ ਮੰਤਰੀ ਦਾ ਐਲਾਨ ਕਰ ਦਾਂਗੇ। ਔਰ ਮੁੱਖ ਮੰਤਰੀ ਦਾ ਚਿਹਰਾ ਪੰਜਾਬ 'ਚ ਹੋਊਗਾ, ਪੰਜਾਬੀ ਹੋਊਗਾ। ਇਹ ਮੈਂ ਪੁੱਛ ਰਿਹਾ ਸੀ ਤੁਹਾਨੂੰ, ਬਸ ਜਿਹੜਾ ਚਿਹਰਾ ਹੈ ਪੰਜਾਬ ਤੋਂ ਹੋਊਗਾ, ਪੰਜਾਬ 'ਚ ਹੋਊਗਾ, ਪੰਜਾਬੀ ਹੋਊਗਾ। ਔਰ ਪੰਜਾਬ ਦੇ ਜਿੱਤੇ ਹੋਏ ਸੀਟ, ਜਿੱਤਿਆ ਹੋਇਆ MLA, ਜਿੱਤਿਆ ਹੋਇਆ MLA ਹੋਊਗਾ, ਬਿਲਕੁਲ ਜਿੱਤਿਆ ਮਤਲਬ ਪੰਜਾਬ ਦਾ ਹੋਊਗਾ ਜੀ, ਪੰਜਾਬੀ ਹੋਊਗਾ। ਨਿੱਜੀ ਤੌਰ ਤੇ ਬੁੱਧਰਾਮ ਜੀ ਕਿਹਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ? ਦੇਖੋ ਇਹ ਗੱਲਾਂ ਇੱਕ ਆਮ ਇਨਸਾਨ ਤੌਰ ਤੇ ਦੇਖੋ, ਮੈਂ ਚਲੋ ਨਹੀਂ ਆਮ ਇਨਸਾਨ ਨਹੀਂ, ਮੈਂ ਪਾਰਟੀ ਜ਼ਿੰਮੇਵਾਰ ਬੰਦਾ ਜੀ, MLA ਵੀ ਹਾਂ। ਤੇ ਦੂਜੀ ਗੱਲ ਇਹ ਹੈ ਵੀ ਅਸੀਂ ਪਾਰਟੀ ਦੇ ਵਿੱਚ ਜੋ ਲਾਈਨ ਹੈ ਜੀ, ਠੀਕ ਹੈ ਜੀ, ਉਹ ਡਿਸਕਸ ਬਾਹਰ ਕੀ ਗੱਲਾਂ ਨਹੀਂ ਕਰਨ ਵਾਲੀਆਂ ਹੁੰਦੀਆਂ ਜੀ। ਮੇਰਾ ਵਿਚਾਰ ਕੁਝ ਵੀ ਹੋਣ ਜਾਂ ਨਾ ਹੋਣ, ਜੋ ਪਾਰਟੀ ਨੇ ਫੈਸਲਾ ਕਰਨਾ ਹੈ ਜੀ, ਉਹ ਸਾਡਾ ਸਰਬਸੰਮਤੀ ਨਾਲ ਫੈਸਲਾ ਹੋਊਗਾ, ਅਸੀਂ ਉਹ ਮੰਨਾਂਗੇ ਜੀ। ਉਹ ਅੱਜ ਦੀ ਘੜੀ ਮੈਂ ਨਹੀਂ ਕਹਿ ਸਕਦਾ ਵੀ ਕਿਹੜਾ ਹੋਊਗਾ ਜੀ, ਉਹ ਤੁਹਾਡੇ ਸਾਹਮਣੇ ਹੋਊਗਾ ਸਰ। 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਬੁਢਲਾਡਾ ਵਿਧਾਨ ਸਭਾ ਹਲਕਾ ਦੀ ਸੀਟ ਲੋਕ ਕਰਨ ਤੋਂ ਤੁਸੀਂ ਲੜੋਗੇ, ਸੱਚ ਹੈ ਇਹ? ਦੇਖੋ ਗੱਲ ਇਹ ਹੈ ਵੀ ਮੈਂ ਉਰੇ ਸਿਟਿੰਗ MLA ਆ ਜੀ, ਠੀਕ ਹੈ ਨਾ। ਫੈਸਲਾ ਪਾਰਟੀ ਨੇ ਕਰਨਾ ਹੁੰਦਾ, ਫੈਸਲਾ ਜਿਹੜੀ ਪੰਜਾਬ ਸਾਡੀ PAC ਹੈ, ਕੇਂਦਰ ਦੀ ਹੈ, ਪੰਜਾਬ ਦੇ ਜਿਹੜੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਲੱਗੂਗੀ, ਠੀਕ ਹੈ ਜੀ, ਫੈਸਲਾ ਉਹਨਾਂ ਨੇ ਕਰਨਾ ਹੁੰਦਾ ਜੀ। ਜੇ ਫੈਸਲਾ ਪਾਰਟੀ ਨੇ ਮੇਰੇ ਹੱਕ 'ਚ ਕੀਤਾ ਹੈ ਤਾਂ ਮੈਂ ਇਲੈਕਸ਼ਨ ਲੜੂੰਗਾ ਜੀ, ਬਿਲਕੁਲ। ਕੋਈ ਇਹ ਤਾਂ ਨਹੀਂ ਵੀ ਜੇ ਕੱਲ ਨੂੰ ਨਹੀਂ, ਹਜੇ ਕੋਈ ਵੀ ਕਿਸੇ ਵੀ ਸੀਟ ਤੋਂ ਕੋਈ ਪੱਕਾ ਨਹੀਂ ਕਹਿ ਸਕਦਾ ਵੀ ਮੈਂ ਲੜੂ, ਮਤਲਬ ਇਹ ਬੰਦਾ ਅੱਜ ਕੈਂਡੀਡੇਟ ਹੋਊਗਾ ਜੀ, ਇਹ ਕਲੀਅਰ ਹੈ ਜੀ। ਕਿਉਂਕਿ ਜਿੰਨਾ ਚਿਰ ਪਾਰਟੀ ਬਕਾਇਦਾ ਅਨਾਉਂਸ ਨਹੀਂ ਕਰਦੀ ਜੀ, ਹੁਣ ਜੇਕਰ ਆਪਣੇ ਆਪ ਨੂੰ ਕੈਂਡੀਡੇਟ ਮਤਲਬ ਸਵੀਕਾਰ ਕਰਨਾ, ਇਹ ਮੇਰਾ ਖਿਆਲ ਮੂਰਖਤਾ ਹੈ ਜੀ। ਬੁਢਲਾਡਾ ਵਿਧਾਨ ਸਭਾ ਹਲਕਾ ਰਿਜ਼ਰਵ ਹਲਕਾ ਹੈ। ਹਰ ਸਾਲ ਕੁਝ ਨਾ ਕੁਝ ਦਲਿਤਾਂ ਦੇ ਨਾਲ ਧੱਕੇਸ਼ਾਹੀ ਦੇ ਰੂਪ ਵਿੱਚ ਸਾਹਮਣੇ ਆਉਂਦਾ। ਤਾਜ਼ਾ ਘਟਨਾਕ੍ਰਮ ਹੈ ਬੁਢਲਾਡੇ ਦੀ ਪੁਲਿਸ ਪ੍ਰਸ਼ਾਸਨ ਜਿਹੜੀ ਗੁੰਡਾਗਰਦੀ ਹੈ ਸ਼ਰੇਆਮ ਸਾਹਮਣੇ ਆਈ ਹੈ। ਲਾਸ਼ ਫਰਿੱਜ ਦੇ ਵਿੱਚ ਲੱਗੀ ਹੋਈ ਹੈ। ਕੀ ਇਹ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ ਇੱਥੇ? ਆਮ ਆਦਮੀ ਪਾਰਟੀ ਨੇ ਕੀ ਕੀਤਾ ਉਸ ਪਰਿਵਾਰ ਦੇ ਲਈ? ਦੇਖੋ ਗੱਲ ਇਹ ਹੈ, ਜਿਸ ਦਿਨ ਉਹ ਗੱਲ ਘਟਨਾ ਹੋਈ ਸੀ ਮੇਰੇ ਕੋਲ ਘਰੇ ਆਈ ਸੀ ਬੰਦੇ, ਉਹਨਾਂ ਦੇ ਵਾਰਸ ਜੀ, ਤੇ ਬਾਹਰੋਂ ਰਿਸ਼ਤੇਦਾਰਾਂ ਨੇ ਮੈਨੂੰ ਫੋਨ ਕੀਤਾ ਸੀ ਵੀ ਆਹ ਗੱਲ ਹੋਈ ਹੈ ਜੀ। ਮੈਂ ਉਹਨਾਂ ਜੋ ਲੋੜੀ ਦੀ ਗਾਈਡੈਂਸ ਦਿੱਤੀਆਂ ਉਹਨਾਂ ਨੇ ਫੋਲੋਅਪ ਕੀਤਾ ਜੀ। ਉਸ ਤੋਂ ਬਾਅਦ ਮੈਂ ਨੈਕਸਟ ਡੇ ਵੀ ਉੱਥੇ ਜਾ ਕੇ ਵਿੱਚ ਜੁੜਿਆ ਜੀ। ਪਰੰਤੂ ਅਚਨਚੇਤ ਘਟਨਾ ਕੀ ਹੋ ਗਈ, ਤੀਜੇ ਦਿਨ ਮੇਰੀ ਸਿਸਟਰ ਦੀ ਡੈਥ ਹੋ ਗਈ ਜੀ। ਪਹਿਲਾਂ ਉਹਨਾਂ ਨੂੰ ਦਾਖਲ ਕਰਾਇਆ ਗਿਆ, ਸਾਹ ਦੀ ਤਕਲੀਫ ਸੀ। ਨੇਚਰ ਦੀ ਗੱਲ ਆ ਵੀ 2 ਦਿਨ ਮੈਨੂੰ ਉਹ ਜਖੇਪਲ ਚਲੇ ਗਏ ਲੱਗੇ ਜੀ।
ਜਾਣੀ ਬਣਦਾ ਸੀ, ਵੱਡੀ ਸਿਸਟਰ ਸੀ ਮੇਰੀ। ਜੀ ਜੀ ਸੋ ਉਹਨਾਂ ਦਾ ਉਹਦੇ ਨਾਲ ਮੈਂ ਰਹਿ ਨਹੀਂ ਸਕਿਆ। ਇਹਨਾਂ ਨੇ ਜੋ ਐਕਸ਼ਨ ਕਮੇਟੀ ਬਣਾਈ, ਜੋ ਫੈਸਲਾ ਕੀਤਾ ਸੀ ਵੀ ਸਾਡੇ ਵੱਲੋਂ ਦੱਸਦੇ ਫੁੱਲ ਸਪੋਰਟ ਹੈ ਭਾਈ, ਤੁਸੀਂ ਜਿਹੜਾ ਵੀ ਐਕਸ਼ਨ ਕਰੋਗੇ, ਸਾਡੇ ਬੰਦੇ ਜਾਂਦੇ ਰਹਿੰਦੇ ਨੇ ਇੱਥੋਂ ਦੇ। ਜੀ ਮੇਰਾ ਪੀਏ ਵੀ ਗਿਆ ਉੱਥੇ, ਜਾਂਦਾ ਰਹਿੰਦਾ, ਬੈਠਿਆ ਵੀ ਰਿਹਾ। ਸਕਿਆ ਵੀ ਅਚਨ ਜਦੋਂ ਘਟਨਾ ਵਾਪਰ ਗਈ ਸੀ ਮੇਰੀ ਸਿਸਟਰ ਦੀ। ਜੀ ਸਰ, ਆਮ ਤੌਰ ਤੇ ਜਿਹੜੀ ਰਾਜਨੀਤਿਕ ਪਾਰਟੀਆਂ ਨੇ, ਹਰੇਕ ਰਾਜਨੀਤਿਕ ਪਾਰਟੀ ਦੇ ਇੱਕ ਆਪਣੇ ਸਿਧਾਂਤ ਨੇ, ਪਰ ਚੋਣਾਂ ਜਿੱਤਣ ਦੇ ਲਈ ਆਪਣੇ ਸਿਧਾਂਤ ਨੂੰ ਛਿੱਕੇ ਟੰਗ ਕੇ ਗੱਠਜੋੜ ਹੁੰਦੇ ਨੇ, ਕੀ ਸਹੀ ਹੈ? ਦੇਖੋ, ਇੱਕ ਤਾਂ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਤਾਂ ਨੇਚਰਲ ਅਲਾਇੰਸ ਹੁੰਦਾ ਹੈ ਜੀ, ਤੇ ਇੱਕ ਹੁੰਦਾ ਅਨੇਚਰਲ ਅਲਾਇੰਸ। ਜੀ ਨੇਚਰਲ ਅਲਾਇੰਸ ਜਦੋਂ ਹੁੰਦਾ ਹੈ, ਕੁਦਰਤੀ ਅਲਾਇੰਸ ਇੱਥੇ ਹੁੰਦਾ ਜੀ, ਬਾਕੀ ਯਾਰ ਦੋ ਪਾਰਟੀਆਂ ਹੈਗੀਆਂ ਨੇ ਜੀ, ਤਾਂ ਉੱਥੇ ਲੋਕ ਉਹਨਾਂ ਨੂੰ ਸ਼ਾਬਾਸ਼ ਦਿੰਦੇ ਆ, ਉਹਦਾ ਸਾਥ ਵੀ ਦਿੰਦੇ ਆ। ਜੀ ਜਿੱਥੇ ਗੈਰ ਕੁਦਰਤੀ ਅਲਾਇੰਸ ਹੁੰਦਾ ਹੈ, ਗੱਠਜੋੜ ਹੁੰਦਾ ਹੈ, ਜੀ, ਉਹ ਲੋਕ ਸਭ ਕੁਝ ਕਰਦੇ ਆ। ਉਹ ਫਿਰ ਕਹਿੰਦੇ ਵੀ ਤੁਹਾਡੀ ਇਹ ਗਲਤ ਹੈ, ਤੁਸੀਂ ਇਹ ਮੌਕਾ ਪ੍ਰਸਤ ਹੋ। ਜੀ ਸੋ ਕੁਦਰਤੀ ਗੱਲ ਇਹ ਹੈ ਵੀ ਮੌਕਾ ਪ੍ਰਸਤੀ ਜਿਹੜੀ ਗੱਠਜੋੜ ਹੈ, ਉਹਨੂੰ ਲੋਕ ਉਹਨਾਂ ਵਿਰੋਧ ਕਰਨਗੇ, ਹੁਣ ਵੀ ਕਰਨਗੇ ਜੇ ਕੋਈ ਹੋਇਆ ਜੀ। ਤੇ ਜੇਕਰ ਕੋਈ ਠੀਕ ਹੋਇਆ ਤਾਂ ਮੇਰਾ ਖਿਆਲ ਹੈ ਉੱਥੇ ਉਹ ਠੀਕ ਹੈ। 2022 ਨੂੰ ਲੈ ਕੇ ਦਲਿਤਾਂ ਦੇ ਵੋਟ ਬੈਂਕ ਨੂੰ ਵੱਡੇ ਪੱਧਰ ਤੇ ਵਰਤਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਤੇ ਬੀਜੇਪੀ ਨੇ ਇੱਥੋਂ ਤੱਕ ਵੀ ਐਲਾਨ ਕੀਤਾ, ਕਹਿੰਦੇ ਵੀ ਅਸੀਂ ਤਾਂ ਮੁੱਖ ਮੰਤਰੀ ਦਾ ਚਿਹਰਾ ਵੀ ਦਲਿਤ ਨੂੰ ਲੈ ਕੇ ਆਵਾਂਗੇ। ਕੀ ਆਪਣਾ ਉਹ ਅਸਰ ਸੂਖ ਬਣਾਊਗੀ ਪਾਰਟੀ? ਦੇਖੋ, ਜੇ ਬੀਜੇਪੀ ਮੇਰਾ ਖਿਆਲ ਹੈ ਜੇ ਇਹ ਕਹਿ ਦੇਣ ਵੀ ਅਸੀਂ ਪ੍ਰਧਾਨ ਮੰਤਰੀ ਦਲਿਤ ਨੂੰ ਬਣਾਵਾਂਗੇ ਜੀ, ਤਾਂ ਕੀ ਅਥਕਥਨੀਆਂ ਕਿ ਜੋ ਪਤਾ ਹੀ ਪੰਜਾਬ ਦੇ ਵਿੱਚ ਕੋਈ ਹੈ ਹੀ ਨਹੀਂ ਜੀ। ਉਹ ਇੱਕ ਤਰ੍ਹਾਂ ਦਾ ਲੋਕਾਂ ਨੂੰ ਲੋਲੀਪੌਪ ਦੇ ਰਹੇ ਨੇ, ਉਹਨਾਂ ਪੱਲੇ ਹੈ ਕੱਖ ਨਹੀਂ ਹੈ। ਪੰਜਾਬ ਦੇ ਵਿੱਚ ਨਾ ਦਲਿਤ ਨੂੰ ਨਾਲ ਖੜਨਗੇ ਤੇ ਨਾ ਹੀ ਕਿਸਾਨ ਖੜਨਗੇ, ਨਾ ਵਪਾਰੀ ਖੜਨਗੇ ਜੀ। ਉਹ ਇੱਕ ਤਰ੍ਹਾਂ ਦਾ ਇਹ ਬੇਮਾਨੇ ਹੈ ਗੱਲ ਜੀ, ਵੀ ਜੋ ਦਲਿਤ ਨੂੰ ਮੁੱਖ ਮੰਤਰੀ ਬਣਾਵਾਂਗੇ, ਜੋ ਪਤਾ ਹੈ ਕਿ ਬੀਜੇਪੀ ਇੱਕ ਸੀਟ ਵੀ ਲਿਜਾ ਸਕਦੀ ਜੀ, ਤਾਂ ਉਹ ਕਿਹੜੇ ਦਲਿਤ ਨੂੰ ਮੁੱਖ ਮੰਤਰੀ ਬਣਾਉਣਗੇ, ਇਹਦਾ ਲੋਕਾਂ ਨੂੰ ਪਤਾ ਹੈ ਵੀ ਇਹ ਜਾ ਕੇ ਇਹ ਬਲੱਫ ਮਾਰਦੇ ਜੀ। ਕਿਸਾਨੀ ਅੰਦੋਲਨ ਸਿਖਰਾਂ ਤੇ ਹੈ, ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿ ਬੀਜੇਪੀ ਝੁਕੂਗੀ? ਦੇਖੋ, ਅਸੀਂ ਆਮ ਆਦਮੀ ਪਾਰਟੀ ਵੱਲੋਂ ਪਿਛਲੇ 5 ਜੂਨ 2020 ਤੋਂ ਲੈ ਕੇ ਮਤਲਬ ਜਿਹੜਾ ਹੈਗਾ ਉਹ ਜਦੋਂ ਦਾ ਇਹ ਚੱਲਿਆ ਕੰਮ ਸਾਰਾ, ਅਸੀਂ ਨਾਲ ਹਾਂ। ਬਕਾਇਦਾ ਭਗਵੰਤ ਮਾਨ ਜੀ ਪਾਰਲੀਮੈਂਟ 'ਚ ਬੋਲਦੇ ਨੇ, ਸੰਜੇ ਸਿੰਘ ਤੇ ਦੂਜੇ ਸਾਰੇ MP ਨੇ ਉਹ ਰਾਜ ਸਭਾ 'ਚ ਬੋਲਦੇ ਨੇ। ਕੇਜਰੀਵਾਲ ਨੇ ਸਪਸ਼ਟ ਹਦਾਇਤ ਕੀਤੀ ਵੀ ਅਸੀਂ ਬਿਲਕੁਲ 100% ਕਿਸਾਨੀ ਦੇ ਨਾਲ ਖੜੇ ਹਾਂ। ਮੈਂ ਆਪ ਵੀ 5-6 ਵਾਰੀ ਜਾ ਕੇ ਆਇਆ ਉੱਥੇ, 4-5 ਦਿਨ ਦੋਨੇ ਬਾਰਡਰਾਂ ਜਾ ਕੇ ਆਇਆ, ਫੋਟੋ ਮੇਰੇ ਕੋਲ ਹੈਗੀ, ਤੁਹਾਨੂੰ ਦਿਖਾ ਦੇਣਾ ਜੀ। ਸੋ ਮੇਰੇ ਅੱਜ ਦੇ ਕਿਸਾਨ ਜਿਹੜੇ ਹੈਗੇ ਨੇ ਵਾਕਈ ਅੰਨਦਾਤਾ ਨੇ। ਕਿਸਾਨਾਂ ਦਾ ਮਤਲਬ ਇਕੱਲਾ ਇਹ ਨਹੀਂ ਹੈ ਵੀ ਇਕੱਲੇ ਜੱਟ, ਕਿਸਾਨੀ ਦਾ ਮਤਲਬ ਸਾਰੇ ਉਹ ਮਜ਼ਦੂਰ, ਉਹ ਕਿਸਾਨ, ਵਪਾਰੀ, ਮੁਲਾਜ਼ਮ। ਜੇ ਆਪਾਂ ਸਵੇਰੇ ਉੱਠੇ ਅੱਜ ਤਾਂ ਉਹ ਚਾਹ ਪੀਤੀ ਹੈ ਜੀ, ਉਹ ਦੁੱਧ ਹੈ, ਉਹ ਵੀ ਕਿਸਾਨੀ ਦੇ ਇੱਕ ਸੈਕਟਰ 'ਚ ਆਉਂਦਾ ਜੀ। ਰੋਟੀ ਖਾਧੀ ਹੈ, ਸਬਜ਼ੀਆਂ ਖਾਧੀਆਂ ਨੇ, ਪਰੌਂਠਾ ਖਾਧਾ ਕਿਸੇ ਨੇ, ਮਤਲਬ ਕਹਿਣਾ ਵਾਲੇ ਕਿਸਾਨ ਬਿਨਾਂ ਸਾਡਾ ਅਸੀਂ ਨੋ ਫਾਰਮਰ ਨੋ ਫੂਡ ਜੀ। ਅਸੀਂ ਨਾਲ ਹਾਂ। ਇਹਨਾਂ 'ਤੇ ਕਿਸੇ ਕਿਸਮ ਦਾ ਜਿਹੜੇ ਇਹਨਾਂ ਧੱਕੇ ਕੀਤੇ ਬੀਜੇਪੀ ਨੇ, ਕਾਲੇ ਕਾਨੂੰਨ ਕੀਤੇ ਨੇ, ਉਸ ਨੂੰ ਲੈ ਕੇ ਕਿਸਾਨ ਜੇ 6 ਮਹੀਨੇ ਤਾਂ ਬਹੁਤ ਵੱਡੀ ਗੱਲ ਹੈ ਵੀ 6 ਮਹੀਨੇ ਲੰਮਾ ਇੱਕ ਜਿਹੜਾ ਸੰਘਰਸ਼ ਚੱਲਿਆ, ਔਰ ਉਹ ਸੰਘਰਸ਼ ਇਕੱਲਾ ਨੈਸ਼ਨਲ ਨਹੀਂ ਹੋਇਆ, ਇੰਟਰਨੈਸ਼ਨਲ ਹੋ ਗਿਆ ਜੀ। ਤੇ ਮੈਨੂੰ ਪੂਰੀ ਆਸ ਹੈ, ਸਾਡੀ ਪਾਰਟੀ ਨੂੰ ਪੂਰੀ ਆਸ ਹੈ ਵੀ ਅੱਜ ਨਹੀਂ ਕੱਲ੍ਹ ਨੂੰ ਬਿਲਕੁਲ ਕਿਸਾਨਾਂ ਦੇ ਹੱਕ 'ਚ ਕੋਈ ਵੀ ਫੈਸਲਾ ਹੋਊਗਾ, ਪੋਜ਼ਿਟਿਵ ਫੈਸਲਾ ਹੋਊਗਾ ਜੀ। ਦਿੱਲੀ ਮਾਡਲ ਨੂੰ ਪੰਜਾਬ 'ਚ ਪੇਸ਼ ਕੀਤਾ ਜਾ ਰਿਹਾ ਹੈ ਕਿ ਦਿੱਲੀ ਮਾਡਲ ਨੂੰ ਲੈ ਕੇ ਤੁਸੀਂ ਪੰਜਾਬ ਦੇ ਵਿੱਚ ਲਾਗੂ ਕਰ ਪਾਓਗੇ? ਪੰਜਾਬ ਤੇ ਦਿੱਲੀ ਦੇ ਹਾਲਾਤ ਵੱਖਰੇ ਵੱਖਰੇ ਨੇ। ਨਹੀਂ, ਗੱਲ ਹਾਲਾਤਾਂ ਦੀ ਨਹੀਂ ਹੈ ਜੀ, ਗੱਲ ਮਾਡਲ ਦੇ ਵਿੱਚ ਇੱਕ ਨੀਤ ਦੀ ਗੱਲ ਹੈ ਵੀ ਅਸੀਂ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਦੋਨੇ ਪਹਿਲਾਂ ਸਕੂਲ ਮਾੜੇ ਸੀ ਜੀ, ਹਸਪੀਟਲ ਮਾੜੇ ਸੀ, ਗਵਰਨੈਂਸ ਗੁੱਡ ਗਵਰਨੈਂਸ ਜਿਹੜੀ ਹੈਗੀ ਸੀ ਉਹ ਬੈਡ ਗਵਰਨੈਂਸ ਸੀ ਦੋਨਿਆਂ ਦੇ ਵਿੱਚ। ਉੱਥੇ ਮੁੱਖ ਮੰਤਰੀ ਜੀ ਆਉਂਦੇ ਨੇ ਪਹਿਲਾਂ 49 ਦਿਨਾਂ ਵਾਸਤੇ ਜੀ, ਕੁਝ ਫੈਸਲੇ ਲੈਂਦੇ ਨੇ ਲੋਕਾਂ ਦੇ ਹੱਕ ਦੇ ਵਿੱਚ, ਅਸਤੀਫਾ ਦੇ ਦਿੰਦੇ ਨੇ ਕਿਉਂਕਿ ਕਾਂਗਰਸ ਨੇ ਉਹਦੀ ਜਿਹੜੀ ਪੌੜੀ ਸੀ ਖਿੱਚ ਲਈ ਸੀ, ਪਹਿਲਾਂ ਕਾਂਗਰਸ ਦੀ ਸਪੋਰਟ ਨਾਲ ਬਣੇ ਸੀਗੇ ਜੀ। ਲੋਕਾਂ ਨੇ ਮਹਿਸੂਸ ਕੀਤਾ ਵੀ ਤੁਸੀਂ ਗਲਤ ਫੈਸਲਾ ਕੀਤਾ ਜੀ, ਚਲੋ ਦੁਬਾਰਾ ਫੇਰ ਇਲੈਕਸ਼ਨ ਹੁੰਦੀ ਹੈ। ਉਹਨਾਂ 49 ਦਿਨਾਂ ਦੇ ਕੀਤੇ ਹੋਏ ਲੋਕ ਪੱਖੀ ਫੈਸਲੇ ਨੂੰ ਵੇਖਦੇ ਹੋਏ ਗਾਹਾਂ 67 ਸੀਟਾਂ ਦੀ ਜਿੱਤ ਪ੍ਰਾਪਤ ਹੁੰਦੀ ਹੈ ਜੀ। ਔਰ ਉਹ 5 ਸਾਲਾਂ ਦੇ ਵਿੱਚ ਇੰਨਾ ਜ਼ਬਰਦਸਤ ਕੰਮ ਕੀਤਾ ਇਮਾਨਦਾਰੀ ਨਾਲ ਕੇਜਰੀਵਾਲ ਸਾਹਿਬ ਦੀ ਟੀਮ ਨੇ ਕਿ ਜਿਹੜੇ ਸਕੂਲ ਸੀ ਵਧੀਆ ਬਣਾਤੇ ਹੈ ਜੀ। ਉੱਥੇ ਕਿਸੇ ਹਸਪੀਟਲ ਨੂੰ ਉੱਥੋਂ ਦੇ ਵਿੱਚ ਹਰੇਕ ਦਾ ਜਿਹੜਾ ਟੈਸਟ ਹੈ, ਕੋਈ ਵੀ ਟੈਸਟ ਹੁੰਦਾ ਉਹ ਫਰੀ ਹੈ ਜੀ। ਇਲਾਜ 15 ਲੱਖ ਤੱਕ ਦਾ ਇਲਾਜ ਫਰੀ ਹੈ ਜੀ। ਕਿਸੇ ਕਿਸਮ ਦਾ ਕੋਈ ਬਾਹਰੋਂ ਬੰਦਾ ਭਾਵੇਂ ਐਕਸੀਡੈਂਟ ਹੋ ਜੇ ਉਹਦਾ ਇਲਾਜ ਸਾਰਾ ਫਰੀ ਹੈ। ਜੇਕਰ ਗਵਰਨਮੈਂਟ ਹਸਪੀਟਲ ਦੇ ਵਿੱਚ ਨਹੀਂ ਮਿਲਦਾ, ਸੀਟ ਨਹੀਂ ਮਿਲਦੀ, ਤੁਸੀਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਆਪਰੇਸ਼ਨ ਕਰਾਉਣੇ ਹੋ ਤਾਂ ਵੀ ਫਰੀ ਹੈ। ਸਕੂਲ ਇਹਨੇ 5 ਸਟਾਰ ਹੋਟਲਾਂ ਵਰਗੇ ਬਣਾਤੇ ਹੈ ਜੀ। ਗੁੱਡ ਗਵਰਨੈਂਸ ਦਾ ਮਤਲਬ ਇਹ ਹੁੰਦਾ ਹੈ ਵੀ ਕਿਸੇ ਵੀ ਦਫ਼ਤਰ ਵਿੱਚ ਬੇਈਮਾਨੀ ਹੈ ਨਹੀਂ ਜੀ। ਮੰਤਰੀ ਆਪ ਜਾ ਕੇ ਚੈੱਕ ਕਰਦੇ ਆ ਆਂਗਣਵਾੜੀ ਸੈਂਟਰਾਂ ਨੂੰ ਵੀ ਕੀ ਤੁਸੀਂ ਸਾਰਿਆਂ ਨੂੰ ਅਨਾਜ ਦੇ ਰਹੇ ਹੋ ਜੀ। ਮੰਤਰੀ ਆਪ ਜਾ ਕੇ ਚੈੱਕ ਕਰਦੇ ਆ, MLA ਆਪ ਚੈੱਕ ਕਰਦੇ ਆ ਕਿ ਤੁਸੀਂ ਜੋ
ਆਟਾ ਦਾਲ ਦੀ ਸਕੀਮ ਦੀ ਆਟਾ ਦਾਲ ਮਿਲ ਰਿਹਾ ਹੈ ਕਿ ਉਹਨਾਂ ਤੱਕ ਪਹੁੰਚ ਰਿਹਾ ਹੈ ਔਰ ਬਕਾਇਦਾ ਉੱਤੇ ਮਿਲਿਆ ਜਾਂਦਾ ਹੈ ਜੀ। ਜਿੰਨਾ ਪਿੰਡਾਂ ਦੇ ਜਿਵੇਂ ਦਵਾਰਕਾਪੁਰੀ ਜੀ ਪਰਲੇ ਪਾਸੇ ਸੀ ਜਿੱਥੇ ਪਾਣੀ ਨਹੀਂ ਪਹੁੰਚੇ ਪਾਣੀ ਪਹੁੰਚਾਤਾ ਬਕਾਇਦਾ ਉਹਨਾਂ ਨੇ ਜੀ। ਸਾਰਿਆਂ ਨਾਲੋਂ ਵੱਡੀ ਗੱਲ ਹੈ ਵੀ ਅਵੇਲੇਬਲ ਹੋ ਗਏ, ਕੋਈ ਮਰਜ਼ੀ ਜਾਓ, ਕਿਸੇ ਮੰਤਰੀ ਨੂੰ ਮਿਲੋ, ਕਿਸੇ ਐਮਐਲਏ ਨੂੰ ਮਿਲੋ, ਖੁਦ ਕੇਜਰੀਵਾਲ ਸਾਹਿਬ ਨੂੰ ਬਕਾਇਦਾ ਕੋਈ ਮਿਲੋ, ਕੋਈ ਵੱਡਾ ਜ਼ਿਆਦਾ ਤੁਹਾਨੂੰ ਪਰੇਸ਼ਾਨੀ ਨਹੀਂ ਹੈ, ਉਹਦਾ ਮੁੱਖ ਮੰਤਰੀ ਮਿਲਦੇ ਨਹੀਂ। ਸੋ ਇਹ ਸਾਰੀਆਂ ਗੱਲਾਂ ਵੇਖੀਆਂ ਜਦੋਂ ਲੋਕਾਂ ਨੇ ਤਾਂ ਦੁਬਾਰਾ ਫਿਰ ਜਦੋਂ 20 ਇਲੈਕਸ਼ਨਾਂ ਹੋਈਆਂ ਤਾਂ ਭਾਵੇਂ ਪੂਰਾ ਸੈਂਟਰ ਨੇ ਜ਼ੋਰ ਲਾਇਆ ਹੋਇਆ ਸੀ, ਸ਼ਹੀਨ ਬਾਗ ਦਾ ਮਸਲਾ ਲੈ ਕੇ ਚੱਲੇ ਹੋਏ ਸੀਗੇ, ਤਾਂ ਲੋਕਾਂ ਨੇ ਫਿਰ 63 ਸੀਟਾਂ ਦੇ ਕੇ 90% ਤੋਂ ਵੱਧ ਸੀਟਾਂ ਦੇ ਕੇ ਜਿੱਤਿਆ ਜੀ। ਸੋ ਉਹਦਾ ਮਤਲਬ ਹੈ ਵੀ ਨੀਤ ਉਹਨਾਂ ਦੀ ਕੰਮ ਕਰਨ ਦੀ ਹੈ। ਇਸ ਕਰਕੇ ਆਮ ਆਦਮੀ ਪਾਰਟੀ ਦੀ ਨੀਤ ਉਹਦੇ ਨਾਲ ਕੋਈ ਇਹ ਨਹੀਂ ਵੀ ਕੋਈ ਧਰਾਤਲ ਮਿਲਦਾ ਆਪਣਾ, ਸਾਡੀ ਨੀਤ ਹੈ। ਅਸੀਂ ਦੇਖਿਆ ਸਾਰਾ ਕੰਮ ਕਰਕੇ ਵੀ ਜੇ ਪੰਜਾਬ ਦੇ ਵਿੱਚ ਜਿਹੜਾ ਸਾਡਾ 1,62,000 ਕਰੋੜ ਦਾ ਕੀ ਰੈਵਨਿਊ ਸੀਗਾ ਜੀ, ਜਦੋਂ ਕਿ 3 ਲੱਖ ਕਰੋੜ ਦਾ ਰੈਵਨਿਊ ਬਣ ਸਕਦਾ ਹੈ ਜੀ, ਕਿਉਂਕਿ ਇੱਥੇ ਲੀਕੇਜ ਹੋ ਰਹੀ ਹੈ। ਜਿੱਥੇ ਸ਼ਰਾਬ ਦਾ ਜੋ ਮਤਲਬ ਕਾਰੋਬਾਰ ਹੈ ਉਹ ਨਿੱਜੀ ਲੋਕਾਂ ਦੇ ਹੱਥਾਂ ਦੇ ਵਿੱਚ ਹੈ, ਨਕਲੀ ਸ਼ਰਾਬ ਫੈਕਟਰੀਆਂ ਨੇ, ਐਕਸਾਈਜ਼ ਵੱਲੋਂ ਬਹੁਤ ਘੱਟ ਆਮਦਨ ਆ ਰਹੀ ਹੈ। ਜਿਹੜੀ 30,000 ਕਰੋੜ ਰੁਪਏ ਦੀ ਆਮਦਨ ਆਉਣੀ ਸੀ ਉਹ ਸਿਰਫ 5500 ਕਰੋੜ ਰੁਪਏ ਆ ਰਹੀ ਹੈ। ਰੇਤਾ ਬਦਰੀ ਜੀ ਲੋਕਾਂ ਦੇ ਵਿੱਚ 100 ਰੁਪਏ ਕੁਆਂਟਲ ਦਿੱਤਾ ਹੈ ਜੀ, ਸਾਨੂੰ ਆਮ ਬੰਦਾ ਘਰ ਨਹੀਂ ਪਾ ਸਕਦਾ ਜੀ। ਸੋ ਉਹਨਾਂ ਤੋਂ ਅਸੀਂ ਇੱਕ ਵਧੀਆ ਕਮਾਈ ਕਰ ਸਕਦੇ ਹਾਂ। ਜੇ ਜਿਹੜਾ ਨਵਜੋਤ ਸਿੰਘ ਸਿੱਧੂ ਤੇਲੰਗਾਨਾ ਗਿਆ ਸੀਗਾ, ਉੱਥੋਂ ਪੈਟਰਨ ਲੈ ਕੇ ਆਇਆ ਸੀਗਾ ਵੀ ਅਸੀਂ ਕਾਰਪੋਰੇਸ਼ਨ ਬਣਾ ਕੇ ਲੋਕਾਂ ਨੂੰ ਵੇਚਾਂਗੇ, ਨਾਲੇ ਲੋਕਾਂ ਨੂੰ ਰੇਟ ਸਸਤਾ ਮਿਲੇ, ਨਾਲੇ ਰੈਵਨਿਊ ਠੀਕ ਮਿਲੇ। ਸੇਲ ਟੈਕਸ ਜਾਂ ਵੈਟ ਜਾਂ ਹੋਰ ਕਿਸੇ ਕਿਸਮ ਦਾ ਜੋ ਮਤਲਬ ਟੈਕਸ ਹੈ ਇਮਾਨਦਾਰੀ ਦੇ ਨਾਲ ਜੋ ਅਸੀਂ ਕਲੈਕਟ ਕਰਾਂਗੇ, ਦਿੱਲੀ ਵਿੱਚ ਦੁੱਗਣਾ ਤਿੱਗਣਾ ਹੋ ਗਿਆ ਤਾਂ ਸਾਡੇ ਕੋਲ ਇੰਨਾ ਪੈਸਾ ਆ ਜਾਊਗਾ। ਜਿਹੜੀਆਂ ਕੰਮ ਨੇ ਜਿਹੜੇ ਮਤਲਬ ਸਿੱਖਿਆ ਦੇ ਵਿੱਚ ਜਿਹੜਾ ਸਾਰਾ ਕੰਮ ਹੋਣਾ ਹੈ, ਇਹਨੂੰ ਬਜਟ ਵਧਾਉਣ ਦੀ ਲੋੜ ਹੈ ਜੀ। ਸਾਰਿਆਂ ਨਾਲੋਂ ਘੱਟ ਬਜਟ ਅੱਜ ਸਾਰੇ ਦੇ ਰਿਹਾ, ਜਦੋਂ ਕਿ ਦਿੱਲੀ 'ਚ 24% ਬਜਟ ਹੈ, ਸਿਰਫ 8% ਬਜਟ ਹੋ ਰਿਹਾ ਪੰਜਾਬ ਦੇ ਵਿੱਚ ਖਰਚ ਕੀਤਾ ਜਾ ਰਿਹਾ ਹੈ। ਜਦੋਂ ਘੱਟੋ ਘੱਟ ਇਹ 15% ਤੋਂ ਸ਼ੁਰੂ ਕਰਨਾ ਚਾਹੀਦਾ ਸੀ, ਇਹਨਾਂ ਨੂੰ ਵਧਾ ਕੇ 26% ਤੇ ਬਜਟ ਲੱਗਣ ਜਾਣਾ ਚਾਹੀਦਾ, ਜੋ ਦਿੱਲੀ ਵਿੱਚ 26% ਹੈ। ਹੈਲਥ ਦੇ ਵਿੱਚ ਸਿਰਫ ਅਸੀਂ 2.5% ਲਾ ਰਹੇ ਹਾਂ, ਜਦੋਂ ਕਿ 7-8% ਚਾਹੀਦਾ ਜੀ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਗੱਲ ਇਹ ਨਹੀਂ, ਗੱਲ ਨੀਤ ਲਾਗੂ ਕਰਨ ਦੀ ਹੈ। ਉਹ ਸਾਨੂੰ ਪਤਾ ਹੈ, ਅਸੀਂ ਸਾਰਾ ਇਹ ਬਲੂਪ੍ਰਿੰਟ ਬਣਾ ਰੱਖਿਆ, ਪੂਰਾ ਰੋਡ ਮੈਪ ਬਣਾ ਰੱਖਿਆ ਵੀ ਜੋ ਸਰਕਾਰ ਆਊਗੀ ਅਸੀਂ ਸਕੂਲ ਚੰਗੇ ਕਰ ਦੇਣੇ ਆ। ਅਸੀਂ ਹਸਪੀਟਲ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਮਤਲਬ ਕੋਈ ਟੈਸਟ ਹੋਊਗਾ, ਕੋਈ ਦਵਾਈ ਮਿਲੂਗੀ, ਲੋਕਾਂ ਨੂੰ ਹਸਪੀਟਲ 'ਚ ਮਿਲੂਗੀ, ਡਾਕਟਰ ਹੋਣਗੇ ਜੀ। ਔਰ ਹਰੇਕ ਨੂੰ ਜਿਹੜਾ ਸ਼ੁੱਧ RO ਹੈ, ਮੈਂ ਕੁਐਸਚਨ ਲਾਇਆ ਸੀ ਇਹਦੇ ਵਿੱਚ ਵੀ ਸਾਡੇ RO ਸਿਸਟਮ ਬੰਦ ਪਏ ਨੇ। 5 ਦਰਿਆਵਾਂ ਦੀ ਧਰਤੀ ਸੀ, ਉੱਥੇ RO ਜਿਹੜੇ ਹੈਗੇ ਨੇ ਅੱਜ ਪਾਣੀ ਪੀਣ ਜੋਗੇ ਅਸੀਂ ਹੋ ਗਏ, ਉਹ ਵੀ ਬੰਦ ਪਏ ਨੇ ਜੀ। ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ, ਸ਼ੁੱਧ ਪਾਣੀ ਦੇਣ ਦੀ ਗੱਲ ਹੈ। ਸਾਰਿਆਂ ਨਾਲੋਂ ਵੱਡੀ ਗੱਲ ਹੈ ਬਿਜਲੀ ਮਹਿੰਗੀ ਹੈ। ਇੱਕ ਕਲਾਸ ਵਿੱਚ ਬਿਜਲੀ ਮੁੱਦਾ ਹੋਰ ਬਹੁਤ ਨੇ, ਗੁੱਡ ਗਵਰਨੈਂਸ ਇੱਕ ਮੁੱਦਾ ਹੈ, ਭ੍ਰਿਸ਼ਟਾਚਾਰ ਇੱਕ ਬਹੁਤ ਵੱਡਾ ਮੁੱਦਾ ਹੈ। ਬਿਜਲੀ ਦੇ ਵਿੱਚ ਮਹਿੰਗੇ ਸਮਝੌਤੇ ਕੀਤੇ ਗਏ ਨੇ। ਇੱਕ ਵੀ ਯੂਨਿਟ ਤੁਸੀਂ ਬਿਜਲੀ ਨਾ ਲਓ ਤਾਂ ਵੀ 200 ਕਰੋੜ ਰੁਪਈਆ ਹਰੇਕ ਮਹੀਨੇ ਕੰਪਨੀਆਂ ਨੂੰ ਦਿੱਤਾ ਜਾਂਦਾ ਹੈ, ਜਿਹਨੂੰ ਅਸੀਂ ਮੇਨਟੇਨੈਂਸ ਲਾਸ ਕਹਿੰਦੇ ਹਾਂ। ਕੋਲਾ ਧੋਣ ਦਾ 2,280 ਕਰੋੜ ਰੁਪਏ ਅਸੀਂ ਦੇ ਚੁੱਕੇ ਹਾਂ ਜੀ। 14,781 ਕਰੋੜ ਰੁਪਈਆ ਅਸੀਂ ਜਿਹੜੇ ਪ੍ਰਾਈਵੇਟ ਥਰਮ ਪਲਾਂਟ ਨੇ ਉਹਨਾਂ ਉੱਤੇ ਜਿਹੜੇ ਐਨਵਾਇਰਮੈਂਟਲ ਉਹ ਲੱਗਣੇ ਸੀਗੇ, ਮਤਲਬ ਜੰਤਰ ਜਿਹਦੇ ਨਾਲ ਹਵਾ ਸ਼ੁੱਧ ਹੋਣੀ ਸੀ ਉਹ ਨਿਕਲਣ ਵਾਲੀ ਜੀ, ਉਹ ਅਸੀਂ ਪੰਜਾਬ ਸਰਕਾਰ ਦੇ ਚੁੱਕੀ ਹਾਂ। ਯਾਨੀ ਕਹਿਣ ਦਾ ਮਤਲਬ ਹੈ ਵੀ ਉਹ ਮਹਿੰਗੇ ਸਮਝੌਤੇ ਜਿਹੜੇ ਕੀਤੇ ਹੋਏ ਨੇ ਉਹ ਰਿਵਿਊ ਕਰਾਂਗੇ ਅਸੀਂ, ਸਾਡਾ ਉਹਦਾ ਵੱਡੀ ਪੱਧਰ ਤੇ ਪੈਸਾ ਹੋਊਗਾ। ਲੋਕਾਂ ਨੂੰ ਅਸੀਂ ਫ੍ਰੀ ਬਿਜਲੀ ਦਿੱਲੀ ਦਰਜੇ ਜਿਹੜੀ ਨਿੱਜੀਕਰਨ ਦੀ ਦੌੜ ਜੇ ਸਰਕਾਰਾਂ ਪਈਆਂ ਹੋਈਆਂ ਨੇ ਸਮੇਂ ਦੀਆਂ, ਆਮ ਆਦਮੀ ਪਾਰਟੀ ਰੋਕ ਪਾਊਗੀ ਇਹਨੂੰ? ਬਿਲਕੁਲ ਸਾਰਿਆਂ ਨਾਲੋਂ ਵੱਡੀ ਗੱਲ ਹੈ। ਪ੍ਰਾਈਵੇਟੇਸ਼ਨ ਵੱਲ ਵੱਧ ਗਈ ਜਾ ਚੁੱਕੀ ਹੈ। ਸਾਡਾ ਪਾਣੀ, ਸਾਡੇ ਸਕੂਲਾਂ ਦੇ ਵਿੱਚ ਵੋਕੇਸ਼ਨਲ ਟੀਚਰ ਕੰਪਨੀਆਂ ਥਰੂ ਆ ਚੁੱਕੇ ਨੇ। ਲੋਕਾਂ ਦੇ ਵਿੱਚ ਇੱਥੋਂ ਤੱਕ ਚਰਚਾ ਹੈ ਕਿ ਸਮਾਰਟ ਸਕੂਲ ਬਣਾਏ ਤਾਂ ਲੋਕਾਂ ਦੇ ਪੈਸੇ ਨਾਲ ਨੇ, ਲੋਕਾਂ ਦਾਨ ਦਿੰਦੇ ਨੇ, ਪਰ ਕਹਿੰਦੇ ਸਮਾਏ ਜਾਣੇ ਕੰਪਨੀਆਂ ਨੂੰ। ਕਿਤੇ ਆਮ ਆਦਮੀ ਪਾਰਟੀ ਨਹੀਂ ਅਜਿਹਾ? ਨਹੀਂ, ਬਿਲਕੁਲ ਤੁਸੀਂ ਦੇਖੋਗੇ ਜਿਹੜੇ ਅੱਜ ਨਿੱਜੀਕਰਨ ਹੋ ਰਿਹਾ ਹੈ, ਨਿੱਜੀਕਰਨ ਜਿਹੜਾ ਹੋ ਰਿਹਾ ਹੈ ਸਾਰਾ ਕੁਝ ਟੋਟਲ ਜਿਹੜਾ ਹੈਗਾ ਕਾਰਪੋਰੇਟ ਘਰਾਣਿਆਂ ਦੀ ਹਦਾਇਤਾਂ ਤੇ ਹੋ ਰਿਹਾ ਹੈ ਜੀ। ਇਹਦਾ ਕਾਲੇ ਕਾਨੂੰਨਾਂ ਕਰਕੇ ਸਾਨੂੰ ਪਤਾ ਲੱਗ ਗਿਆ ਵੀ ਇਹ ਕਾਰਪੋਰੇਟ ਘਰਾਣੇ ਕੀ ਹੁੰਦੇ ਨੇ, ਲੋਕਾਂ ਨੂੰ ਪਤਾ ਹੀ ਨਹੀਂ ਸੀ ਪਹਿਲਾਂ ਜੀ। ਜਿਹੜੀ ਨਿਊ ਪੈਨਸ਼ਨ ਸਕੀਮ ਹੈ ਜੀ, ਪਹਿਲਾਂ ਅਸੀਂ GPF ਦੇ ਵਿੱਚ ਸੀਗੇ ਜੀ, ਹੁਣ CPF ਦੇ ਵਿੱਚ ਨੇ, ਨਿਊ ਪੈਨਸ਼ਨ ਸਕੀਮ ਦੇ ਵਿੱਚ, ਉਹ ਵੀ ਕਾਰਪੋਰੇਟ ਘਰਾਣਿਆਂ ਵਿੱਚ ਸਾਰਾ ਪੈਸਾ ਲੱਗ ਰਿਹਾ ਸਾਡਾ। 2004 ਤੋਂ ਕੈਪਟਨ ਸਰਕਾਰ ਖੁਦ ਲੈ ਕੇ ਆਈ ਸੀਗੀ ਜੀ, ਨਹੀਂ ਉਹ ਅਸੀਂ ਉਹ ਬੰਦ ਕਰਾਂਗੇ ਜਦੋਂ ਸਰਕਾਰ ਆ ਗਈ। ਸੋ ਜਿੰਨਾ ਵੀ ਨਿੱਜੀਕਰਨ ਦੇ ਵਿੱਚ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ। ਰਿਜ਼ਰਵੇਸ਼ਨ ਵਾਲਾ ਮਸਲਾ ਹੈ, ਦਲਿਤ ਭਰਾ ਕਹਿੰਦੇ ਵੀ ਰਿਜ਼ਰਵੇਸ਼ਨ ਸਾਨੂੰ ਦੇਣੀ ਚਾਹੀਦੀ ਹੈ, ਸਾਨੂੰ ਮਤਲਬ ਹੁੰਦੀ ਹੈ, ਬਿਲਕੁਲ ਅਸੀਂ ਹੱਕ ਦੇ ਵਿੱਚ ਹਾਂ, ਪਰੰਤੂ ਰਿਜ਼ਰਵੇਸ਼ਨ ਤਾਂ ਹੀ ਹੋਊਗੀ ਜੇਕਰ ਸਰਕਾਰੀ ਹੋਊਗੀ। ਜੇ ਪ੍ਰਾਈਵੇਟ ਕਰਨ ਆ ਗਿਆ ਤਾਂ ਰਿਜ਼ਰਵੇਸ਼ਨ ਖਤਮ ਹੋ ਜਾਣੀ ਵਿੱਚ ਜੀ। ਸੋ ਦਿੱਲੀ ਦੇ ਵਿੱਚ ਅੱਜ ਵੱਧ ਤੋਂ ਵੱਧ ਜਿਹੜੇ ਸਰਕਾਰੀ ਪੋਸਟਾਂ ਨੇ ਉਹਨਾਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜੀ, ਸਰਕਾਰੀ ਘਰ 'ਤੇ ਜ਼ੋਰ ਦਿੱਤਾ ਜਾ ਰਿਹਾ, ਸਰਕਾਰੀ ਹਸਪੀਟਲਾਂ ਦਾ, ਸਰਕਾਰੀ ਸਕੂਲਾਂ ਦਾ ਅੱਜ ਅਹਿਮ ਯੋਗਦਾਨ ਉੱਥੇ ਦਿੱਲੀ 'ਚ ਹੈਗਾ। ਪੰਜਾਬ ਦੇ ਵਿੱਚ ਵੀ ਅਸੀਂ ਜਿਹੜਾ ਸਰਕਾਰੀ ਜਨਤਕ ਪੱਧਰ 'ਤੇ ਜਿਹਨੂੰ ਅਸੀਂ ਪਬਲਿਕ ਸੈਕਟਰ ਕਹਿੰਦੇ ਹਾਂ ਇਹਨੂੰ ਉਤਸ਼ਾਹ ਕਰਾਂਗੇ। ਔਰ ਜੇ ਕਿਤੇ ਸਾਡੀ ਕਿਤੇ ਅਸੀਂ ਚਾਹੁੰਦੇ ਹਾਂ ਵੀ ਅਰਵਿੰਦ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਬਣਨ, ਸਾਡੀ ਇੱਛਾ ਹੈ, ਲੋਕਾਂ ਦੀ ਇੱਛਾ ਹੈ ਵੀ ਇੱਕ ਮੋਦੀ ਦੇ ਮੁਕਾਬਲੇ ਜੇ ਕੋਈ ਬੰਦਾ ਚਲਾ ਸਕਦਾ ਦੇਸ਼ ਨੂੰ ਤਾਂ ਉਹ ਅਰਵਿੰਦ ਕੇਜਰੀਵਾਲ ਜੀ ਦੇ। ਜੇਕਰ ਆ ਗਏ ਤਾਂ ਵੱਡੀ ਪੱਧਰ 'ਤੇ ਲੋਕਾਂ ਦਾ ਬਹੁਤ ਵੱਡਾ ਫਾਇਦਾ ਹੋਣਾ ਹੈ। ਤੇ ਜਿਹੜੀਆਂ ਅੱਜ ਇਹ ਕਾਰਪੋਰੇਟ ਸੈਕਟਰ ਦਾ ਚੱਲ ਰਿਹਾ ਪ੍ਰਾਈਵੇਟ ਕਰਨਾ ਹੈ,
ਜੇ ਇਹ ਖਤਮ ਕਰਕੇ ਜਨਤਕ ਖੇਤਰ ਦੇ ਵਿੱਚ ਜੇਕਰ ਤੁਸੀਂ ਨਹੀਂ ਇਨਵੈਸਟ ਕਰਦੇ, ਹੁਣ ਜੇਕਰ ਆਮ ਲੋਕਾਂ ਨੂੰ ਫਾਇਦਾ ਨਹੀਂ ਹੋਣਾ। ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਰਾਜਨੀਤਿਕ ਪਾਰੀ ਖੇਡਣ ਨੂੰ ਫਿਰਦਾ ਹੈ। ਬੇਸ਼ੱਕ ਉਹਨੇ ਕਾਂਗਰਸ ਰਹਿ ਕੇ ਕੱਖ ਨਹੀਂ ਕੀਤਾ, ਉਹਨੂੰ ਮੰਤਰੀ ਬਣਾ ਉਹਨਾਂ ਨੂੰ ਮਿਲਿਆ ਸੀਗਾ, ਬਿਜਲੀ ਮਹਿਕਮਾ ਦਿੰਦੇ ਸੀ, ਬਿਜਲੀ ਸਸਤੀ ਕਰ ਦਿੰਦਾ ਮਹਿਕਮੇ ਜਾ ਕੇ, ਤੇ ਹੁਣ ਉਹ ਕਿਆ ਸਰਾਈਆਂ ਲੋਕਾਂ ਲੱਗ ਰਹੇ ਨੇ ਕਿ ਕਿਸੇ ਪਾਰਟੀ ਵੱਲੋਂ ਉਹ ਵੱਡਾ ਚਿਹਰਾ ਹੋ ਸਕਦੇ ਨੇ, ਕਿਤੇ ਆਮ ਆਦਮੀ ਪਾਰਟੀ ਵੱਲੋਂ ਤਾਂ ਨਹੀਂ ਇਸ ਤਰ੍ਹਾਂ ਹੋ ਸਕਦਾ। ਦੇਖੋ ਸਿੱਧੂ ਸਾਹਿਬ ਜਿਸ ਤੱਕ ਉਹਦੀ ਨਿੱਜੀ ਤੌਰ ਤੇ ਉਹ ਬੰਦੇ ਦੇ ਕਿਸੇ ਕਰਪਸ਼ਨ ਦਾ ਦੋਸ਼ ਨਹੀਂ ਹੈਗਾ ਜੀ। ਪ੍ਰਗਟ ਸਿੰਘ ਬਹੁਤ ਅੱਛਾ ਬੰਦਾ ਹੈ ਜੀ, ਤੇ ਪ੍ਰਗਟ ਸਿੰਘ ਨੂੰ ਜਿਵੇਂ ਜਲੀਲ ਕੀਤਾ ਗਿਆ, ਅਸੀਂ ਨਿਖੇਧੀ ਵੀ ਕਰਦੇ ਹਾਂ, ਕਿਉਂਕਿ ਉਹ ਬੰਦਾ ਜਿਹੜਾ ਪਦਮ ਸ਼੍ਰੀ ਕੱਲਾ ਸਾਡੇ 117 ਹਲਕਿਆਂ ਦੇ ਵਿੱਚੋਂ ਕਦਾ ਪਦਮ ਸ਼੍ਰੀ ਕੱਲਾ ਉਹ ਹੈ ਜੀ। ਅੱਜ ਉਸ ਪਦਮ ਸ਼੍ਰੀ ਦੀ ਜਿੰਨੀ ਮਤਲਬ ਕਿ ਧਮਕੀ ਮਿਲ ਰਹੀ ਹੈ ਰਾਤ ਨੂੰ 11 ਵਜੇ ਵੀ ਤੈਨੂੰ ਠੋਕ ਕੇ ਰੱਖ ਦਾਂਗੇ ਜੀ, ਤਾਂ ਅਸੀਂ ਤੁਹਾਡੇ ਚੈਨਲ ਜਰੀਏ ਇਸ ਗੱਲ ਦੀ ਨਿਖੇਧੀ ਵੀ ਕਰਦੇ ਹਾਂ ਜੀ। ਬੰਦਾ ਇਮਾਨਦਾਰ ਹੈ। ਸੋ ਇਹ ਜੇ ਇਮਾਨਦਾਰ ਬੰਦਿਆਂ ਨੂੰ ਸਮਕਾ ਇਹ ਤੁਸੀਂ ਇਸ ਪਾਰਟੀ ਵਿੱਚ ਰਹਿ ਕੇ ਜੇਕਰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ 'ਚ ਰਹਿਣਾ ਚਾਹੁੰਦਾ ਹੈ ਔਰ ਇੱਥੋਂ ਹੀ ਆਪਣੀ ਪਾਰੀ ਖੇਡਣਾ ਚਾਹੁੰਦਾ ਹੈ ਤਾਂ ਟੀਮ ਤਾਂ ਫਿਰ ਉਹੀ ਲੋਕਾਂ ਦੀ, ਸਾਰੇ ਕਰਪਟ ਲੋਕਾਂ ਦੀ ਤੁਹਾਡੇ ਨਾਲ ਹੀ ਹੈ। ਤੁਸੀਂ ਕਿਵੇਂ ਜੇ ਪੰਜਾਬ ਸੁਧਾਰ ਲਓਗੇ? ਦੋਸਤ ਤਾਂ ਕਹਿੰਦੇ ਵੀ ਪੰਜਾਬ ਨੂੰ ਜੇ ਪਿਆਰ ਕਰਨਾ ਹੈ ਤਾਂ ਪੰਜਾਬ ਇੱਕੋ ਹੀ ਰਸਤਾ ਹੈ, ਆਮ ਆਦਮੀ ਪਾਰਟੀ। ਸਾਡੇ 'ਚ ਆਓ, ਅਸੀਂ ਪੰਜਾਬ ਨੂੰ ਬਦਲ ਕੇ ਦਿਖਾ ਦਾਂਗੇ ਤੁਹਾਡੇ ਸਹਿਯੋਗ ਦੇ ਨਾਲ। ਮੁਲਾਜ਼ਮ ਵਰਗ ਆਪਣੀਆਂ ਪੈਨਸ਼ਨਾਂ ਨੂੰ ਤਰਸ ਰਿਹਾ, ਦੂਜੇ ਪਾਸੇ ਜਿਹੜੀ ਪਾਰਟੀ ਵੱਲੋਂ ਐਮਐਲਏ ਬਣ ਕੇ ਜਿੱਤਦੇ ਨੇ, ਚਾਹੇ ਉਹ ਨੱਜ ਸਿੰਘ ਮਾਨਸਾਹੀਆ ਹੋਵੇ, ਚਾਹੇ ਸੁਖਪਾਲ ਸਿੰਘ ਖਹਿਰਾ ਹੋਵੇ, ਵਾਧੂ ਦੀਆਂ ਤਨਖਾਹਾਂ ਉਹਨਾਂ ਪੱਲੇ, ਵਾਧੂ ਦੇ ਖਰਚੇ ਉਹਨਾਂ ਕੋਲ ਜਾ ਰਹੇ ਨੇ। ਇਹ ਰਾਜਨੀਤੀ ਦਾ ਦੋਗਲਾਪਣ ਜਿਹੜਾ ਚੰਗਾ ਹੈ? ਹਾਂ ਬਿਲਕੁਲ ਗਲਤ ਹੈ ਜੀ, ਬਹੁਤ ਵੱਡੀ ਇਹ ਗਲਤ ਪੋਲਿਟਿਕਸ ਹੈ। ਜਿਵੇਂ ਤੁਸੀਂ ਕਿਹਾ ਨਾ, ਉਹ ਕਹਿੰਦੇ ਵੀ ਪੋਲਿਟਿਕਸ ਗਲਤ ਪੋਲਿਟਿਕਸ ਹੈ ਇਹ ਜੀ। ਤੁਸੀਂ ਸ਼ਰੇਆਮ ਇੱਕ ਪਾਰਟੀ ਨੂੰ ਛੱਡ ਕੇ ਮੁੱਖ ਮੰਤਰੀ ਦੇ ਗੋਦੀ 'ਚ ਬਹਿ ਗਏ, ਤੁਸੀਂ ਰਿਜ਼ਾਈਨ ਕਰੋ ਕਿ ਤੁਸੀਂ ਇਮਾਨਦਾਰ ਹੋ ਜੀ। ਤੁਸੀਂ ਅਸਤੀਫਾ ਦਿਓ, ਆਪਦੀ ਨਵੀਂ ਪਾਰਟੀ ਖੇਡੋ। ਹੁਣ ਜਦੋਂ ਨੱਜ ਸਿੰਘ ਮਾਨਸਾਹੀਆ ਹੋਣ ਭਾਵੇਂ ਜੀ, ਚਲੋ ਸਾਡੇ ਸਤਿਕਾਰਯੋਗ ਨੇ, ਅਸੀਂ ਇਕੱਠੇ ਰਹੇ ਹਾਂ ਪਹਿਲਾਂ ਜੀ, ਹੁਣ ਜਦੋਂ ਕਾਂਗਰਸ ਪਾਰਟੀ ਚਲੇ ਗਏ ਨੇ, ਸੁਖਪਾਲ ਸਿੰਘ ਖਹਿਰਾ ਜੀ ਨੇ, ਪਿਰਮਲ ਸਿੰਘ ਖਾਲਸਾ ਹੈ, ਕਮਾਲੂ ਸਾਹਿਬ ਨੇ, ਕਮਰ ਸੰਧੂ ਨੇ, ਜਾਂ ਤੁਸੀਂ ਆਪਣੇ ਆਪ ਨੂੰ ਇੰਨੇ ਵਧੀਆ ਕਹਾਉਂਦੇ ਹੋ ਆਪਦੇ ਆਪ ਨੂੰ ਜੀ, ਜਦੋਂ ਕਿ ਵਿਧਾਨ ਸਭਾ ਸੀਟ ਅਲਾਟ ਹੁੰਦੀ ਸਾਡੇ ਪਾਸੇ ਹੁੰਦੀ ਹੈ, ਆਮ ਆਦਮੀ ਪਾਰਟੀ ਪਾਸੇ ਬਹਿਦੇ ਸਾਡੇ ਪਾਸੇ ਨੇ ਜੀ। ਅਸੀਂ ਕਹਿੰਦੇ ਵੀ ਹਾਂ, ਸਾਡੇ ਚੀਮਾ ਸਾਹਿਬ ਨੇ, ਹਰਪਾਲ ਸਿੰਘ ਚੀਮਾ LOP ਨੇ ਕਿਹਾ ਸਪੀਕਰ ਸਾਹਿਬ ਨੂੰ ਹੱਥ ਕਰਕੇ ਵੀ ਸਪੀਕਰ ਸਾਹਿਬ ਤੁਸੀਂ ਕਸਟੋਡੀਅਨ ਹੋ ਇਸ ਹਾਊਸ ਦੇ, ਤੁਸੀਂ ਖੁਦ ਕਾਨੂੰਨ ਤੋੜ ਰਹੇ ਹੋ, ਤੁਹਾਨੂੰ ਲਿਖ ਕੇ ਦਿੱਤਾ ਇੱਕ ਪਾਰਟੀ ਅਲੱਗ ਤੌਰ ਤੇ ਖਹਿਰਾ ਸਾਹਿਬ ਚਲੇ ਗਏ ਨੇ ਦੂਜੀ ਪਾਰਟੀ, ਪੰਜਾਬ ਏਕਤਾ ਪਾਰਟੀ ਦੇ ਵਿੱਚ, ਉਹਨਾਂ ਇਲੈਕਸ਼ਨ ਵੀ ਲੜੀ ਹੈ, ਤੁਸੀਂ ਇਹਨੂੰ ਪਾਰਟੀ 'ਚ ਕੱਢੋ ਜੀ। ਨੱਜ ਸਿੰਘ ਮਾਨਸਾਹੀਆ ਨੂੰ ਤੁਸੀਂ ਪਾਰਟੀ 'ਚ ਕੱਢੋ ਜੀ, ਇਹਦਾ ਲਿਖ ਕੇ ਵੀ ਦਿੱਤਾ ਸੀਗਾ ਜੀ। ਸੋ ਇੱਕ ਤਰ੍ਹਾਂ ਦਾ ਮੈਂ ਸਮਝਦਾ ਵੀ ਇਹਨਾਂ ਨੇ ਨਾ ਇੱਕ ਗਲਤ ਟਰੈਂਡ ਜਿਹੜਾ ਕੀਤਾ, ਇਹ ਜਿਹੜਾ ਇਸ ਕਾਨੂੰਨ ਬਣਿਆ ਹੋਇਆ ਦਲ ਬਦਲੀ ਵਿਰੋਧੀ ਕਾਨੂੰਨ ਦਾ, ਧੱਜੀਆਂ ਆ ਪੜਾਈਆਂ ਕਾਂਗਰਸ ਨੇ। ਔਰ ਚਾਹੀਦਾ ਇਹ ਹੈ ਵੀ ਜੇਕਰ ਬੰਦੇ ਇਮਾਨਦਾਰ ਹੋਣ, ਖੁਦ ਆਪਸ ਅਸਤੀਫਾ ਦੇ ਦੇਣ। ਨਵੀਂ ਪਾਰਟੀ ਜੋ ਕੀਤੀ ਹੈ, ਜੁਆਇਨ ਕੀਤੀ ਹੈ, ਤੁਸੀਂ ਉਹ ਜੋ ਇਲੈਕਸ਼ਨ ਲੜ ਕੇ ਮੂਹਰੇ ਆਓ ਜੀ। ਤੁਸੀਂ ਤਨਖਾਹ ਲੈਣੇ ਹੋ ਆਮ ਆਦਮੀ ਪਾਰਟੀ ਦੀ ਕੋਠੇ 'ਚ ਜੀ, ਤੁਹਾਨੂੰ ਸਹੂਲਤਾਂ ਆਮ ਆਦਮੀ ਪਾਰਟੀ ਦੀ ਕੋਠੇ ਲੈ ਮਿਲ ਰਹੀਆਂ ਨੇ, ਤੁਹਾਡੀ ਟਿਕਟ ਜਿਹੜੀ ਹੈਗੀ ਹੈ ਸੀਟ ਉਹ ਆਮ ਆਦਮੀ ਪਾਰਟੀ ਖਾਤੇ 'ਚ ਹੈ, ਭੁਗਤ ਰਹੇ ਹੋ ਤੁਸੀਂ ਸਰਕਾਰ ਦੇ ਪਾਸੇ 'ਚ ਜੀ। ਤੇ ਮੇਰਾ ਖਿਆਲ ਹੈ ਤੁਸੀਂ ਜਿਹੜੀ ਇਹ ਦਲ ਸਰਕਾਰ ਪ੍ਰਸਤੀ ਵਾਲੀ ਗੇਮ ਹੈ ਲੋਕ ਜਾਣਦੇ ਆ ਜੀ ਚੰਗੀ ਤਰ੍ਹਾਂ। ਐਮਐਲਏ 5 ਸਾਲ ਬਣਦੇ ਨੇ, ਸਾਰੀ ਉਮਰ ਪੈਨਸ਼ਨ ਖਾਂਦੇ ਨੇ। ਇੱਕ ਪਾਸੇ ਮੁਲਾਜ਼ਮ 40-40 ਸਾਲ ਦੀ ਨੌਕਰੀ ਕਰਦੇ ਨੇ ਤੇ ਪੈਨਸ਼ਨ ਲਈ ਤਰਸ ਰਹੇ ਨੇ। ਬਹੁਤ ਵੱਡਾ ਸੰਘਰਸ਼ ਸ਼ੁਰੂ ਹੋ ਚੁੱਕਾ ਹੈ। ਕੀ ਆਮ ਆਦਮੀ ਪਾਰਟੀ ਉਹਨਾਂ ਪੈਨਸ਼ਨਾਂ ਦੀ ਜਿਹੜੀ ਪੈਨਸ਼ਨ ਲਾਗੂ ਕਰੂਗੀ? ਦੇਖੋ ਗੱਲ ਇਹ ਹੈ ਵੀ ਅਸੀਂ ਆਮ ਆਦਮੀ ਪਾਰਟੀ ਨੇ ਇੱਕ ਗੱਲ ਤਾਂ ਸਪਸ਼ਟ ਕੀਤੀ ਹੈ ਵੀ ਕਈ ਐਮਐਲਏ ਇਹੋ ਜਿਹੇ ਨੇ ਜਿਹੜੇ 2 ਵਾਰ ਜਿੱਤ ਕੇ 2 ਪੈਨਸ਼ਨਾਂ ਨੇ, ਜਿਵੇਂ ਹਰਦੇਵ ਬਾਸੀ ਜੀ ਨੇ 2 ਵਾਰੀ ਐਮਐਲਏ 2 ਪੈਨਸ਼ਨ ਲੈ ਰਹੇ ਨੇ ਜੀ, ਹੋਰ ਬੰਦੇ ਵੀ ਬਹੁਤ 2 ਪੈਨਸ਼ਨ ਲੈ ਰਹੇ ਨੇ। ਸੋ ਇਹ ਸਾਰੀਆਂ ਪੈਨਸ਼ਨ ਇੱਕ ਹੋਣੀ ਚਾਹੀਦੀ ਹੈ। ਤਾਂ ਜੇ ਤੁਸੀਂ ਪੈਨਸ਼ਨ ਉਹ ਤਾਂ ਕੀਤੀ ਜਾਂਦੀ ਹੈ, ਉਹ ਜਦੋਂ ਵਿੱਚ ਵੜ ਕੇ ਦੇਖਿਆ ਵੀ ਤਾਂ ਜੋ ਉਸ ਤੋਂ ਬਾਅਦ ਉਹਦੇ ਕੋਲ ਸੋਰਸ ਨਹੀਂ ਹੁੰਦਾ ਕੋਈ ਜਾਣ ਆਉਣ ਦਾ ਜੀ। ਇੱਕ ਲੀਡਰ ਰਿਹਾ ਹੁੰਦਾ, ਐਮਐਲਏ ਰਿਹਾ ਹੁੰਦਾ, ਉਹਨੇ ਚੰਡੀਗੜ੍ਹ ਵੀ ਜਾਣਾ ਹੈ, ਲੋਕਾਂ ਦੇ ਕੰਮ ਧੰਦੇ ਕਰਾਉਣੇ ਨੇ, ਚਲੋ ਉਹਨੂੰ ਖਰਚ ਘਰ ਦਾ ਖਰਚ ਜਿਹੜਾ ਹੈਗਾ ਉਹ ਚਲਾਉਣ ਵਾਸਤੇ ਸਰਕਾਰ ਦਿੰਦੀ ਹੈ। ਵੀ ਕੋਈ ਸਾਬਕਾ ਐਮਐਲਏ ਵੀ ਇੱਕ ਉਦੋਂ ਬਾਅਦ ਪੋਸਟ ਹੁੰਦੀ ਹੈ, ਇੱਕ ਤੌਰ ਤੇ ਲੋਕ ਵੇਚਦੇ ਆ ਉਹਨਾਂ ਕੋਲ ਕੰਮ ਧੰਦੇ ਆਉਂਦੇ ਆ ਜਾਂ ਚੰਡੀਗੜ੍ਹ ਜਾਣਾ ਪੈਂਦਾ ਹੈ। ਇੱਕ ਪੈਨਸ਼ਨ ਜਾਇਜ਼ ਹੈ ਜੀ, ਪਰੰਤੂ ਜਿਹੜਾ 2 ਪੈਨਸ਼ਨਾਂ ਨੇ, 3 ਪੈਨਸ਼ਨਾਂ ਨੇ, 4 ਪੈਨਸ਼ਨਾਂ ਨੇ, ਬਿਲਕੁਲ ਖਤਮ ਹੋ ਚਾਹੀਦੀਆਂ ਨੇ। ਉਹ ਕਰੋੜਾਂ ਰੁਪਏ ਖਜ਼ਾਨੇ ਤੇ ਇਹ ਬੋਝ ਪੈ ਰਿਹਾ ਜੀ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ 'ਚ ਵੀ, ਵਿਧਾਨ ਸਭਾ ਤੋਂ ਬਾਹਰ ਵੀ ਮੁੱਦਾ ਉਠਾਇਆ ਹੈ ਔਰ ਅਸੀਂ ਮਤਲਬ ਆਮ ਆਦਮੀ ਪਾਰਟੀ ਜੇ ਸਾਡੀ ਸਰਕਾਰ ਬਣਦੀ ਹੈ ਅਸੀਂ ਇਹ ਗੱਲ ਕਰਾਂਗੇ, ਅਸੀਂ ਇੱਕ ਪੈਨਸ਼ਨ ਤੋਂ ਬਾਅਦ ਜੇ 2 ਪੈਨਸ਼ਨ ਬਿਲਕੁਲ ਖਤਮ ਕਰਾਂਗੇ ਜੀ ਜੀ। ਅਸੀਂ ਵਿਧਾਨ ਸਭਾ 'ਚ ਬੋਲ ਚੁੱਕੇ ਹਾਂ ਜੀ। ਤੁਸੀਂ ਅਧਿਆਪਕ ਰਹੇ ਹੋ ਤੇ ਸਿੱਖਿਆ ਮੰਤਰੀ ਦੀ ਬੇਰੁਜ਼ਗਾਰ ਅਧਿਆਪਕਾਂ ਪ੍ਰਤੀ ਜਾਂ ਮੁਲਾਜ਼ਮ ਅਧਿਆਪਕਾਂ ਪ੍ਰਤੀ ਜਿਹੜਾ ਰਵੱਈਆ ਹੈ ਉਹ ਪਿਛਲੇ 4 ਸਾਲ ਤੋਂ ਚੰਗਾ ਨਹੀਂ ਹੈ। ਪਿਛਲੇ 2 ਮਹੀਨਿਆਂ ਤੋਂ ਲਗਭਗ ਇੱਕ ਮੁੰਡਾ ETT ਟੈਟ ਪਾਸ ਬੇਰੁਜ਼ਗਾਰ ਟਾਵਰ ਤੇ ਚੜਿਆ ਹੋਇਆ ਹੈ। 6 ਮਹੀਨਿਆਂ ਤੋਂ BA ਟੈਟ ਪਾਸ ਬੇਰੁਜ਼ਗਾਰਾਂ ਵੱਲੋਂ ਤੇ ਸਾਂਝੇ ਮੋਰਚੇ ਵੱਲੋਂ DPI ਹੋ ਗਏ, ਕੰਪਿਊਟਰ ਟੀਚਰ ਹੋ ਗਏ, ਹੋਰ ਅਲੱਗ-ਅਲੱਗ ਕੈਟਾਗਰੀਆਂ ਦੇ ਟੀਚਰ ਨੇ 6 ਮਹੀਨੇ ਤੋਂ ਪੱਕੇ ਧਰਨੇ ਤੇ ਬੈਠੇ ਨੇ ਤੇ ਸਿੱਖਿਆ ਮੰਤਰੀ ਕੋਠੇ 'ਚ ਨਹੀਂ ਆਉਂਦਾ। ਤੁਸੀਂ ਕੀ ਕਹੋਗੇ? ਬਹੁਤ ਹੀ ਨਿੰਦਣਯੋਗ ਰਵੱਈਆ ਸਿੱਖਿਆ ਮੰਤਰੀ ਦਾ ਜੀ, ਕਿ ਯਾਰ ਤੁਸੀਂ ਇੱਕ
ਟੀਚਰ ਨੇ ਜਿਨ੍ਹਾਂ ਨੂੰ ਨੈਸ਼ਨਲ ਬਿਲਡਰ ਕਿਹਾ ਜਾਂਦਾ ਹੈ, ਤੁਸੀਂ ਉਹਨਾਂ ਪ੍ਰਤੀ ਕਿੰਨੀ ਘਿਨਾਉਣੀ ਹਰਕਤ ਕਰ ਰਹੇ ਹੋ। ਉਹ ਜੇਕਰ ਤੁਹਾਡੇ ਖਿਲਾਫ ਕੋਈ ਮੁਜ਼ਾਹਰਾ ਕਰਦੇ ਨੇ, ਤੁਸੀਂ ਗੁੱਤੀਆਂ ਪੱਟ ਰਹੇ ਹੋ, ਤੁਸੀਂ ਚੁੰਨੀਆਂ ਉਹਦੀਆਂ ਵਿਚਾਰੀਆਂ ਦੀ ਉੱਡਦੀਆਂ ਜਾ ਰਹੀਆਂ ਨੇ, ਸਾਡੀਆਂ ਆਪਣੇ ਧੀਆਂ ਭੈਣਾਂ ਨੇ ਜੀ, ਉਹ ਤੁਸੀਂ ਸਿੱਖਿਆ ਮੰਤਰੀ ਕੀ ਸਿੱਖਿਆ ਦੇ ਵਿੱਚ ਕੀ ਸਿਖਾਓਗੇ ਤੁਸੀਂ ਜੀ? ਕੀ ਸਿੱਖਿਆ ਨੂੰ ਕਿ ਉਹ ਜਦੋਂ ਉਹ ਟੀਚਰ ਲੱਗਣਗੇ ਜਿਨ੍ਹਾਂ ਨਾਲ ਇੰਨਾ ਜ਼ਿਆਦਾ ਪਹਿਲਾਂ ਤੁਸੀਂ ਤਸ਼ੱਦਦ ਹੋਇਆ ਆਪਣੇ ਹੱਕ ਮੰਗਣ ਲੱਗੀ, ਉਹ ਫਿਰ ਬੱਚੇ ਨੂੰ ਕੀ ਉਹਨਾਂ ਦੇ ਮਾਨਸਿਕਤਾ ਕਿਹੋ ਜਿਹੀ ਬਣੂਗੀ? ਸੋ ਇਹ ਬਹੁਤ ਮਾੜੀ ਗੱਲ ਹੈ। ਆਮ ਆਦਮੀ ਪਾਰਟੀ ਉਹਨਾਂ ਸਾਰੇ ਅਧਿਆਪਕਾਂ ਦਾ ਮਤਲਬ ਸਾਥ ਦਿੰਦੀ ਹੈ, ਭਾਵੇਂ ਜੁਝਾਰੂਆਂ ਦਾ ਜੁਝਾਰੂ ਨੇ। ਜਿਸ ਦਿਨ ਅਮੀਤ ਹੈਰ ਜੀ ਉੱਥੇ ਗਏ ਨੇ, ਬਕਾਇਦਾ ਟਾਵਰ ਚੜ੍ਹਿਆ ਹੋਇਆ ਜਿਹੜਾ ਬੰਦੇ ਨੇ, ਭਗਵੰਤ ਮਾਨ ਜੀ ਵੀ ਜਾ ਕੇ ਆਏ ਨੇ ਤੇ ਉਸ ਦਿਨ ਮੇਰੀ ਡਿਊਟੀ ਲੱਗੀ ਗਈ ਸੀ ਵੀ ਤੁਸੀਂ ਉਹਨਾਂ ਦੇ ਜਿਹੜਾ ਮੁੰਡਾ ਗੁਰਮੀਤ ਸਿੰਘ ਆ ਸ਼ਾਇਦ ਨਾਂ ਉਹਦਾ, ਵੀ ਤੁਸੀਂ ਉਹਦਾ ਪਿੰਡ ਆਪਣੇ ਨੇੜੇ ਹੀ ਹੈ, ਹਰਜੀਤ ਬਰਨਾਲਾ। ਤੇ ਉਹ ਮੇਰੇ ਕੋਲ ਸ਼ੌਕ ਜੀ ਬਰਨਾਲੇ ਆਏ ਸੀਗੇ ਤੇ ਉਹ ਕਹਿੰਦੇ ਜੀ ਆਪਾਂ ਉੱਧਰ ਗਏ ਨੇ ਤਾਂ ਮੇਰੀ ਡਿਊਟੀ ਲੱਗੀ, ਤੁਸੀਂ ਘਰੇ ਜਾ ਕੇ ਆਓ। ਅਸੀਂ ਬਕਾਇਦਾ ਘਰੇ ਜਾ ਕੇ ਆਏ, ਉਹਨਾਂ ਦੇ ਉੱਥੋਂ ਲਾਈਵ ਵੀ ਹੋਇਆ। ਸੋ ਉਸ ਤੋਂ ਬਾਅਦ ਸਾਡੇ ਜਿਹੜੇ ਲੀਡਰ ਨੇ ਵਾਹੇ ਗਵਾਹੀ ਜਾ ਕੇ ਉੱਥੇ ਹਾਜ਼ਰੀ ਵੀ ਲਵਾਉਂਦੇ ਨੇ। ਸੋ ਇਹ ਬਹੁਤ ਹੀ ਮਾੜੀ ਗੱਲ ਹੈ। ਪਰਸੋਂ ਵੀ ਡਿਬੇਟ ਹੋਈ, ਡਿਬੇਟ ਦੇ ਵਿੱਚ ਅਸੀਂ ਮਤਲਬ ਆਮ ਤੌਰ 'ਤੇ ਕਹਿੰਦੇ ਹੁੰਦੇ ਹਾਂ ਵੀ ਤੁਸੀਂ ਕਹਿੰਦੇ ਮੁੱਦੇ ਹੱਲ ਕਰਤੇ ਜੀ, ਕਿਸਾਨਾਂ ਨੂੰ ਪਰਸੋਂ ਡਿਬੇਟ ਸੀਗੀ ਵੀ ਕਿਸਾਨਾਂ ਨੂੰ ਉੱਥੇ ਬੈਠਣਾ ਨਹੀਂ ਚਾਹੀਦਾ, ਗਰਾਹਾਂ ਵੀ ਨਾਲ ਸੀ, ਗਰਾਹਾਂ ਗਰੁੱਪ ਦੇ ਜਗਿੰਦਰ ਸਿੰਘ ਗਰਾਹਾਂ। ਅਸੀਂ ਕਿਹਾ ਬਿਲਕੁਲ ਜੇ ਲਾਉਂਦੇ ਹੈ ਮਸਲੇ, ਤੂੰ ਕਹਿੰਦੇ ਹੱਲ ਕਰਾਂਗੇ ਅਸੀਂ, ਸਾਡੇ ਨਾਲ ਗੱਲ ਕਰਨ ਜੀ। ਅਸੀਂ ਕਿਹਾ ਵੀ ਉਹ ਬੈਠੇ ਟੀਚਰ ਬੈਠੇ ਨੇ, ਤੁਸੀਂ ਉਹਦੇ ਨਾਲ ਹੱਲ ਕਰ ਲਓ, ਤੁਸੀਂ ਠੇਕੇ ਲਾ ਲਓ ਉਹਨੂੰ। ਤੁਹਾਡੇ ਸੰਗਰੂਰ ਦੇ ਵਿੱਚ ਟੀਚਰ ਬੈਠੇ ਨੇ, ਉੱਥੇ ਉਹਨਾਂ ਨੂੰ ਤੁਸੀਂ ਗੱਲਬਾਤ ਕਰਕੇ ਉਹਨਾਂ ਨੂੰ ਮਨਾ ਲਓ ਵੀ ਭਾਈ ਨਾ ਬੈਠੋ ਤੁਸੀਂ ਜੀ। ਤੁਸੀਂ ਅੱਜ ਜੇਕਰ ਕੋਈ ਜਥੇਬੰਦੀ, ਤੁਸੀਂ ਕਰੋਨਾ ਦੇ ਸੰਕਟ ਦੇ ਵਿੱਚ ਤੁਹਾਡੇ ਕੋਲ ਆਕਸੀਜਨ ਦਾ ਤੁਹਾਡੇ ਕੋਲ ਘਾਟ ਉਹ ਨਹੀਂ ਹੈਗੀ ਜੀ, ਪ੍ਰਬੰਧ ਨਹੀਂ ਹੈਗਾ, ਤੁਹਾਡੇ ਕੋਲ ਵੈਂਟੀਲੇਟਰ ਤੁਹਾਡੇ 70 ਵੈਂਟੀਲੇਟਰ ਅੱਜ ਵੀ ਆ ਕੇ ਫੌਜ ਨੇ ਡਿਊਟੀ ਲੱਗੀ ਆ ਉਹ ਸਮਾਰ ਰਹੇ ਨੇ ਜੀ। 230 ਵੈਂਟੀਲੇਟਰ ਆਏ, ਉਹ 'ਚੋਂ 193 ਵੈਂਟੀਲੇਟਰ ਬਿਲਕੁਲ ਖਰਾਬ ਸੀਗੇ ਜੀ। ਡਾਕਟਰ ਨਹੀਂ ਮਿਲਦੇ ਕਿਸੇ ਨੂੰ ਪ੍ਰੋਪਰ ਮਿਲਦੇ ਹੈਗੇ, ਦਵਾਈ ਨਹੀਂ ਮਿਲਦੀ ਕਿਸੇ ਨੂੰ, ਲੋਕ ਆਪ ਦਵਾਈ ਲੈ ਕੇ ਕਰ ਰਹੇ ਨੇ। ਤੁਸੀਂ ਪ੍ਰਬੰਧ ਕੀ ਕੀਤਾ ਹੈ? 1 ਸਾਲ ਕਰੋਨਾ ਡਾਊਨ ਦੇ ਵਿੱਚ ਤੁਸੀਂ ਲੋਕਡਾਊਨ ਦੌਰਾਨ ਜਦੋਂ ਨਹੀਂ ਲੱਗਿਆ ਸੀ ਤਾਂ ਇਹਦਾ ਮਤਲਬ ਤੁਸੀਂ ਪ੍ਰਬੰਧ ਕਰਨੇ ਸੀ, ਡਾਕਟਰ ਭੇਜਣੇ ਸੀਗੇ। ਪਿਛਲੇ ਵਾਰੀ ਇਹਨਾਂ ਨੇ ਅੜਾਕ ਤੌਰ 'ਤੇ ਟੀਚਰ 3 ਮਹੀਨਿਆਂ ਵਾਸਤੇ ਡਾਕਟਰ, ਫਾਰਮਾਸਿਸਟ, ਸਟਾਫ ਨਰਸ ਤੇ ਲੈਬ ਟੈਕਨੀਸ਼ੀਅਨ ਰੱਖ ਲਏ ਜੀ। ਸਤੰਬਰ ਦੇ ਵਿੱਚ ਸਾਰੇ ਕੱਢਤੇ। ਮੈਂ ਵਿਧਾਨ ਸਭਾ ਜੀ ਬੋਲਿਆ ਕਿ ਤੁਹਾਡੇ ਕੋਲ ਅਧਿਆਪਕਾਂ ਦੀਆਂ, ਟੀਚਰਾਂ ਦੀਆਂ ਪੋਸਟਾਂ ਡਾਕਟਰਾਂ ਦੀਆਂ ਪੋਸਟਾਂ ਭਰੀਆਂ ਪਈਆਂ ਨੇ ਜੀ, ਵੀ ਤੁਸੀਂ ਉਹਨਾਂ ਨੂੰ ਕੱਢਤਾ ਜੀ। ਜੇਕਰ ਉਹ ਤੁਸੀਂ ਰੱਖੇ ਸੀ ਤਾਂ ਉਹਨੂੰ ਚੱਲਦੇ ਰਹਿੰਦੇ। ਪਿੰਡਾਂ ਦੇ ਵਿੱਚ ਡਾਕਟਰ ਹੈ ਨਹੀਂ ਕੋਈ, ਪਿੰਡਾਂ 'ਚ ਕਿਸੇ ਵੀ ਕਿਸਮ ਦਾ ਕੋਈ ਸਹੂਲਤ ਨਹੀਂ ਤੁਹਾਡੇ ਕੋਲੇ। ਜਿਹੜੇ 4 ਪਿੰਡਾਂ 'ਚ ਫਾਰਮਾਸਿਸਟ ਨੇ ਉਹ ਤੁਸੀਂ ਬੁਲਾਡੇ ਬੰਦ ਰੱਖੇ ਨੇ ਇੱਥੇ ਜੀ। ਸੋ ਮੇਰਾ ਕਹਿੰਦਾ ਜੀ ਇਹਦਾ ਕੋਈ ਸਿੱਖਿਆ ਪਾਲਿਸੀ ਨਹੀਂ। ਮੁੱਖ ਮੰਤਰੀ ਆਰਾਮ ਨਾਲ ਆਪਦੇ ਸਿਸਮਾ ਫਾਰਮ 'ਚ ਬੈਠਾ ਹੈ, ਉਹਦੇ ਕੋਲ ਜਿਹੇ ਜਿਹੇ ਉਹਨਾਂ ਦੇ ਸਪੋਕਸਮੈਨ ਨੇ, ਜਿਹੋ ਜਿਹਾ ਕੋਈ ਉਹਨਾਂ ਦਾ ਨਾਲ ਲੱਗਵਾ ਅਫਸਰ ਹੈ, ਉਹ ਤੋਂ ਲਿਖਾ ਕੇ ਲੈ ਜਾਂਦੇ ਨੇ ਵੀ ਆਹ ਬਿਆਨ ਜਾਰੀ ਕਰਨਾ ਜੀ, ਉਹ ਸਾਈਨ ਕਰਨ ਦਾ ਬਿਆਨ ਜਾਰੀ ਕਰਦੇ ਨੇ। 1% ਉਹਨੇ ਪੰਜਾਬ ਦੇ ਵਿੱਚ ਨਿੱਜੀ ਤੌਰ 'ਤੇ ਆ ਕੇ ਮੇਰੇ ਖਿਆਲ 2-3 ਵਾਰੀ ਪੰਜਾਬ ਆਇਆ ਹੋਊਗਾ, ਬਸ 2-3 ਵਾਰੀ 5 ਸਾਲ ਦੇ ਵਿੱਚ। ਦੂਜੇ ਪਾਸੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ, ਉਹ ਸ਼ੂਗਰ ਦੇ ਮਰੀਜ਼ ਨੇ, ਡਾਇਬਟਿਕ ਨੇ, ਫਿਰ ਵੀ ਉਹ ਇਕੱਲੇ ਕਰੋਨਾ ਸੈਂਟਰ 'ਚ ਆ ਫਿਰਦੇ ਨੇ। ਮਨੀਸ਼ ਸੋਜੇ ਜੀ ਆ ਫਿਰਦੇ ਨੇ, ਗੌਤਮ ਜੀ ਆ ਫਿਰਦੇ ਨੇ, ਸਤਿੰਦਰ ਜੈਨ ਜੀ ਆ ਫਿਰਦੇ ਨੇ। ਜਿੰਨੇ ਵੀ ਮੰਤਰੀ ਨੇ ਸਾਰੇ ਮੰਤਰੀ ਆਪ ਇਕੱਲੇ ਕੋਵਿਡ ਸੈਂਟਰ ਦੇ ਵਿੱਚ ਸੀ। 37% ਉਹਦਾ ਪੋਜ਼ਿਟਿਵਿਟੀ ਸੀ ਉੱਥੇ ਜੀ। ਐਡਾ ਬੁਰਾ ਹਾਲ ਸੀ ਦਿੱਲੀ ਵਿੱਚ। ਅੱਜ ਉੱਥੇ 5% ਰਹਿ ਗਿਆ ਜੀ। ਔਰ ਉਹਨਾਂ ਨੇ ਵਿਦਨ ਵੀਕ ਉਹਨਾਂ ਕਹਿੰਦੇ ਵੀ 3% 'ਤੇ ਆ ਜਾਂਦੀ। ਸਾਰਾ ਸੰਭਾਲ ਲਿਆ ਉਹਨਾਂ ਨੇ, ਜਿਨ੍ਹਾਂ ਦੇ ਲੋਕਾਂ ਨੂੰ ਸੋਚ ਹੈ ਉਹਨਾਂ ਦੀ। ਕਿਸੇ ਨੂੰ ਵੀ ਪੈਸੇ ਲੱਗਦਾ। ਉਹਦੇ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ 20,000 ਰੁਪਈਆ ਡੇਲੀ ਲੱਗਦਾ ਜੀ, ਇੱਕ ਬੰਦਾ ਜਿਹੜਾ ਪ੍ਰਾਈਵੇਟ ਹਸਪੀਟਲ 'ਚ ਦਾਖਲ ਹੋ ਜਾਂਦਾ ਜੀ। ਕਿਸੇ ਨੂੰ ਪੁੱਛਣ ਵਾਲੀ ਹੈ ਨਹੀਂ। ਰੈਮਡੇਸਿਵਿਰ ਦਾ ਜਿਹੜਾ ਟੀਕਾ ਹੈ ਜੀ, ਜਿਹੜਾ ਕਿ ਮਤਲਬ 5 ਲੱਖ ਦੱਸਿਆ ਕਿ ਇਹਨਾਂ ਨੇ, ਕੋਈ 2 ਲੱਖ, 3 ਲੱਖ, 4 ਲੱਖ। ਕਰੋਨਾ ਬਲੈਕ ਜਿਹੜਾ ਹੁਣ ਫੰਗਸ ਆ ਰਹੀ ਹੈ, ਇਹਦਾ ਟੀਕੇ ਨਹੀਂ ਮਿਲ ਰਿਹਾ। ਬਲੈਕ ਜਿੰਨਾ ਮਰਜ਼ੀ ਲੈ ਲਓ ਜੀ, ਉਹਦੀ ਮਿਲ ਜਾਂਦੇ ਨੇ। ਮੈਨੂੰ ਪੁੱਛੋ ਕੱਲ੍ਹ ਹੀ ਫੋਨ ਆਇਆ ਮੈਨੂੰ, ਮੈਂ ਕਾਫੀ ਪੜਤਾਲ ਕੀਤੀ, CMO ਮਾਨਸਾ ਨੂੰ ਫੋਨ ਕੀਤਾ ਵੀ ਸਾਨੂੰ ਕੋਈ ਟੀਕਾ ਮਿਲ ਜੇ ਰੈਮਡੇਸਿਵਿਰ ਦਾ, ਬਲੈਕ ਫੰਗਸ ਦਾ। ਕਹਿੰਦੇ ਨਹੀਂ ਸਾਡੇ ਕੋਲ ਹੈ ਨਹੀਂ। ਪਰੰਤੂ ਉਹ ਲੁਧਿਆਣੇ ਤੋਂ ਲਿਆਏ 20,000 ਦਾ ਇੱਕ, ਜਦੋਂ ਕਿ ਉਹਦੀ ਕੀਮਤ ਸਾਰੀ 700 ਰੁਪਏ ਸ਼ਾਇਦ ਸੀ। 5 ਟੀਕੇ 1 ਲੱਖ ਰੁਪਏ ਦੇ ਲੈ ਕੇ ਲੁਧਿਆਣੇ ਤੋਂ ਬਲੈਕ 'ਚ ਲੈ ਕੇ ਆਏ ਜੀ। ਆਹ ਹਾਲ ਹੈ ਯਾਰ। ਤੁਸੀਂ ਸਰਕਾਰ ਮੰਤਰੀ ਕਰਦੇ ਕੀ ਨੇ ਜੀ? ਤੁਹਾਡੀ ਪੁਲਿਸ ਐਡੀ ਵੱਡੀ ਪੁਲਿਸ ਹੈ, 80,000 ਦੇ ਕਰੀਬ ਪੁਲਿਸ ਬੈਠੀ ਹੈ, ਤੁਹਾਡੇ ਮਤਲਬ ਵਿਜੀਲੈਂਸ ਵਾਲੇ ਬੈਠੇ ਨੇ ਜੀ, ਤੁਹਾਡੇ ਆਪਦੀਆਂ ਏਜੰਸੀਆਂ ਬੈਠੀਆਂ ਨੇ। ਤੁਸੀਂ ਇਹ ਤਾਂ ਘੱਟੋ ਘੱਟ ਬਚਾ ਲਓ। ਤੁਸੀਂ ਜਿਹੜੀ ਬਲੈਕ 'ਚ ਮਤਲਬ ਟੀਕੇ ਮਿਲਦੇ ਕਰੋਨਾ ਦੇ, ਬਲੈਕ ਫੰਗਸ ਦੇ, ਤੁਸੀਂ ਉਹ ਰੋਕਣਾ ਥੋੜੀ ਜ਼ਿੰਮੇਵਾਰੀ ਹੈ। ਜੇ ਟੀਕੇ ਨਹੀਂ ਸੈਂਟਰ ਸਰਕਾਰ ਦਿੰਦੀ, ਵੈਕਸੀਨੇਸ਼ਨ ਕਰਦੀ, ਤਾਂ ਤੁਸੀਂ ਇਹ ਤਾਂ ਰੋਕ ਲਓ ਜੀ। 18 ਤੋਂ 45 ਸਾਲ ਦੇ ਇਹਨਾਂ ਨੇ ਲੱਗਣੀ ਸੀ ਵੈਕਸੀਨ, ਉਹ ਵੈਕਸੀਨ ਨਹੀਂ ਮਿਲ ਰਹੀ। ਚਲੋ ਮੰਨ ਲੈਂਦੇ ਵੀ ਉਹ ਕੇਂਦਰ ਸਰਕਾਰ ਨੇ ਦੇਣੀ ਹੈ, ਪਰ ਜਿਹੜੀ ਤੁਹਾਡੀ ਬਲੈਕ ਮਾਰਕੀਟ ਹੋਈ ਉਹ ਤਾਂ ਰੋਕਣੀ ਤੁਹਾਡਾ ਫਰਜ਼ ਬਣਦਾ ਨਾ ਜੀ। ਸੋ ਇਹ ਕਾਫੀ ਵੱਡਾ ਇਹ ਘਾਟ ਹੈ। ਲੋਕ ਇਹਦੀ ਨੂੰ ਮਾਫ ਨਹੀਂ ਕਰਦੇ। ਕਰੋਨਾ ਦੇ ਕਾਰਨ ਜਿਹੜੀਆਂ ਆਰਥਿਕ ਮਾਰਾਂ ਚੱਲਦੇ ਨੇ, ਉਹ ਚਾਹੇ ਛੋਟੇ ਦੁਕਾਨਦਾਰ ਹੋਣ, ਚਾਹੇ ਛੋਟੇ ਇੰਸਟੀਚਿਊਟ, ਸਕੂਲ, ਕਾਲਜ ਹੋਣ,
ਇਹ ਘਾਟਾ ਕਿਵੇਂ ਪੂਰਾ ਹੋਊਗਾ? ਬਿਲਕੁਲ ਜੀ, ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਦੇਖੋ ਮੈਂ ਇਹੀ ਗੱਲ ਨੀਤ ਦੀ ਹੈ। ਕੇਜਰੀਵਾਲ ਸਾਹਿਬ ਨੇ ਜਦੋਂ ਇਸ ਕਰੋਨਾ ਸੰਕਟ ਹੁੰਦਾ ਹੈ, ਕਰੋਨਾ ਉਹ ਲਾਉਂਦਾ ਲੋਕਡਾਊਨ ਦਾ, ਬਕਾਇਦਾ 5-5 ਹਜ਼ਾਰ ਰੁਪਏ ਹਰੇਕ ਟੈਕਸੀ ਵਾਲਿਆਂ ਦੇ, ਛੋਟੇ ਦੁਕਾਨਦਾਰਾਂ ਦੇ, ਜਾਂ ਹੋਰ ਵੀ ਜਿੱਥੇ ਕੋਈ ਘਾਟਾ ਪੈਂਦਾ ਉਹਨਾਂ ਦੀ ਪਰਚੇਜਿੰਗ ਪਾਵਰ ਨੂੰ ਕਾਇਮ ਰੱਖਣ ਵਾਸਤੇ, ਰੋਟੀ ਖਾਣ ਵਾਸਤੇ, ਜਿੱਥੇ ਉਹ ਮਤਲਬ ਫੂਡ ਕਿੱਟਾਂ ਦੇ ਰਿਹਾ ਹੈ ਤੇ ਨਾਲ ਪੈਸੇ ਹੀ ਪਾ ਰਿਹਾ ਜੀ। ਪਰੰਤੂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਨੀਤੀ ਹੈ ਨਹੀਂ। ਪਹਿਲਾਂ ਜਦੋਂ ਕਾਂਗਰਸ ਸਰਕਾਰ ਆਈ ਤਾਂ 2.5 ਲੱਖ ਕਾਰਡ ਆਟਾ ਦਾਲ ਦੇ ਕੱਟਦੇ ਇਹਨਾਂ ਨੇ। ਤੁਸੀਂ ਆਦੇ ਪਿੰਡ ਜਾ ਕੇ ਦੇਖ ਲਿਓ ਜੀ। ਮੇਰੇ ਪਿੰਡ 'ਚ ਮੈਂ ਤੁਹਾਨੂੰ ਗੁਆਂਢ ਦੇ ਵਿੱਚ ਇੱਥੇ ਹਜ਼ਾਰਾਂ ਇਹੋ ਜਿਹੇ ਮਤਲਬ ਲੋਕ ਨੇ, ਸੈਂਕੜੇ ਲੋਕ ਜਿਹੜੇ ਗਰੀਬ ਨੇ, ਜਿਹਨਾਂ ਨੂੰ ਆਟਾ ਦਾਲ ਬਣਨਾ ਚਾਹੀਦਾ ਸੀ, ਕਾਰਡ ਨਹੀਂ ਬਣਿਆ। ਹੁਣ ਵੀ ਮੈਂ ਪਰਸੋਂ ਮੇਰੇ ਕੋਲ ਆਏ, ਮੈਂ ਕਾਫੀ 100-150 ਮੈਂ ਫਾਰਮ ਭਰ ਕੇ ਭੇਜਿਆ, ਉਹਨਾਂ ਨੇ ਬਸ ਲਾ ਰੱਖਿਆ, ਕਹਿੰਦੇ ਜੀ ਉਸ ਤੋਂ ਹਰਜਿੰਦ ਨਹੀਂ ਆਈ ਹੈਗੀ। ਹੁਣ ਫੇਰ ਕੱਟਦੇ ਲੋਕਡਾਊਨ ਦੇ ਵੀ ਪਿਛਲੇ ਸਾਲ ਉਹ ਨਹੀਂ ਬਣ ਰਹੇ, ਅਵੇ ਝੇਟਾਂ ਦੇ ਸ਼ਾਇਦ ਬਣ ਰਹੇ ਹੁਣ, ਇਹਨਾਂ ਦੇ 1-2 ਸ਼ਾਇਦ ਇਹ ਬਣ ਰਹੇ ਹੁਣ। ਸੋ ਲੋੜ ਇਸ ਗੱਲ ਦੀ ਹੈ ਵੀ ਜੇ ਥੋੜ੍ਹਾ ਲੋਕਡਾਊਨ ਲੱਗਿਆ ਤਾਂ ਜਿਹੜੇ ਟੈਕਸੀ ਵਾਲੇ ਨੇ, 3 ਵੀਲਰ ਵਾਲੇ ਨੇ, ਰਕਸ਼ਾ ਰੇਹੜੀ ਵਾਲੇ ਨੇ, ਛੋਟੇ ਦੁਕਾਨਦਾਰ ਨੇ, ਰੇਹੜੀ ਵਾਲੇ ਨੇ, ਇਹਨਾਂ ਨੂੰ ਕੋਈ ਸਹੂਲਤ ਦਿੰਦੇ ਇਹਨਾਂ ਦੀ ਜੀ। ਔਰ ਜਿਹੜੇ ਆਟਾ ਦਾਲ ਦੇਣੀ ਹੈ ਬਕਾਇਦਾ ਇਹਨਾਂ ਨੂੰ 3 ਮਹੀਨਿਆਂ ਦਾ ਫਰੀ ਰਾਸ਼ਨ ਦੇਣਾ ਚਾਹੀਦਾ ਸੀ ਜੀ। ਇੱਕ ਸਰਕਾਰ ਦਾ ਫਰਜ਼ ਬਣਦਾ ਹੈ। ਅਸੀਂ ਬਕਾਇਦਾ ਹੁਣ ਅਸੀਂ ਆਪ ਦਾ ਡਾਕਟਰ ਸ਼ੁਰੂ ਕੀਤੇ, ਮੈਂ ਸ਼ੁਰੂ ਕੀਤੇ, ਭਾਈ ਜੇ ਕਿਸੇ ਨੇ ਕੋਈ ਰਾਏ ਲੈਣੀ ਹੈ ਅਸੀਂ ਨੰਬਰ ਦਿੱਤਾ, ਇਸ ਨੰਬਰ 'ਤੇ ਤੁਸੀਂ ਗੱਲ ਕਰੋ, ਤੁਹਾਨੂੰ ਬਕਾਇਦਾ ਤੁਹਾਨੂੰ ਰਾਏ ਦਿੱਤੀ ਜਾਊਗੀ ਜਿੰਨੇ ਕੁ ਅਸੀਂ ਕਰ ਸਕਦੇ ਹਾਂ ਜੀ। ਪਰੰਤੂ ਹੁੰਦਾ ਸਰਕਾਰ ਦੇ, ਸੱਤਾ ਦੇ ਜੀ। ਹੁਣ ਅਸੀਂ ਕਈ ਵਾਰੀ ਡਿਬੇਟ ਦੇ ਵਿੱਚ ਮਤਲਬ ਬੋਲ ਜਾਂਦੇ ਹਾਂ, ਸਾਨੂੰ ਕਹਿੰਦੇ ਤੁਸੀਂ ਵਿਰੋਧ ਕਰਦੇ ਹੋ, ਹੋਰ ਸਾਡਾ ਕੰਮ ਕੀ ਹੈ? ਅਸੀਂ ਇੱਕ ਲੀਡਰ ਹਾਂ, ਅਸੀਂ ਆਪੋਜੀਸ਼ਨ 'ਚ ਹੈਗੇ ਹਾਂ, ਅਸੀਂ ਆਪ ਸਾਡੇ ਕੋਲ ਕੋਈ ਇਹੋ ਜਿਹੀ ਨਹੀਂ ਹੈਗੀ ਪਾਵਰ ਵੀ ਅਸੀਂ ਤੁਹਾਨੂੰ ਉਹ ਚੀਜ਼ ਕਰ ਸਕੀਏ। ਤੁਸੀਂ ਸੱਤਾ ਨੇ ਕਰਨੀ ਹੈ, ਸੱਤਾ ਨੂੰ ਸਵਾਲ ਕਰਨਾ ਸਾਡਾ ਫਰਜ਼ ਬਣਦਾ ਹੈ ਜੀ। ਅਸੀਂ ਲੋਕਾਂ ਦੀਆਂ ਮੰਗਾਂ ਲੈ ਕੇ, ਜੇ ਸਾਡੀ ਮੰਗ ਗਲਤ ਹੈ ਤੁਸੀਂ ਦੱਸ ਦਿਓ, ਜੇ ਅਸੀਂ ਆਲੋਚਨਾ ਕਰਦੇ ਹਾਂ ਤਾਂ ਜੇਕਰ ਗਲਤ ਕਰਾਂਗੇ ਤਾਂ ਲੋਕ ਆਪੇ ਪਛਾਣ ਲੈਣਗੇ ਜੀ। ਸੋ ਕਾਫੀ ਕੁਝ ਮੁੱਦੇ ਹੈਗੇ ਨੇ ਜੋ ਸਾਡਾ ਸਕੀਮਾਂ ਨਾਲੋਂ ਬਿਹਤਰ ਇਹ ਨਹੀਂ ਜੀ, ਮੰਨ ਕੇ ਚਲੋ ਵੀ ਕਿਸੇ ਘਰ ਦੇ ਵਿੱਚ ਹਰੇਕ ਘਰ 'ਚ ਰੁਜ਼ਗਾਰ ਪੈਦਾ ਹੋ ਜੇ, ਸਕੀਮਾਂ ਦੀ ਲੋੜ ਹੀ ਪਵੇ, 8-10 ਸਕੀਮਾਂ ਦੀ ਲੋੜ ਹੀ ਪਵੇ। ਨਹੀਂ ਬਿਲਕੁਲ ਤੁਹਾਡੀ ਗੱਲ ਇਹ ਗੱਲ ਅਸਲ ਵਿੱਚ ਇਹੀ ਹੈ ਵੀ ਸਾਨੂੰ ਆਟਾ ਦਾਲ ਨਹੀਂ, ਆਟਾ ਤਾਂ ਲੈਣ ਜੋਗੇ ਬਣਾ ਦਿਓ ਜੀ। ਜੇ ਕੋਈ ਬੰਦਾ ਮੁਲਾਜ਼ਮ ਲੱਗਿਆ, ਕੰਮ ਧੰਦਾ ਲੱਗਿਆ, ਉਹ ਇੱਕ ਲੰਮੀ ਲੌਂਗ ਟਰਮ ਪਾਲਿਸੀ ਹੁੰਦੀ ਹੈ ਵੀ ਅਸੀਂ ਕਿਸ ਤਰ੍ਹਾਂ ਦੇਣਾ ਜੀ। ਹੁਣ ਜੇ ਕਾਰਪੋਰੇਸ਼ਨ ਬਣਾਈ ਹੁੰਦੀ ਜੀ ਆਟਾ ਇਹਦੀ ਮਤਲਬ ਜਿਹੜੀ ਮਾਈਨਿੰਗ ਦੀ ਜੀ, ਤਾਂ ਮੇਰਾ ਖਿਆਲ ਅਸੀਂ ਹਜ਼ਾਰਾਂ ਬੰਦਿਆਂ ਨੂੰ, ਕਈ ਹਜ਼ਾਰ ਬੰਦਿਆਂ ਨੂੰ ਨੌਕਰੀ ਦੇ ਸਕਦੇ ਸੀ ਜੀ। ਸ਼ਰਾਬ ਦੀ ਕਾਰਪੋਰੇਸ਼ਨ ਬਣਾਈ ਹੁੰਦੀ ਜੀ ਦਿੱਲੀ ਪੈਟਰਨ ਤੇ, ਤਾਂ ਉਹ ਸਰਕਾਰੀ ਠੇਕੇ ਹੁੰਦੇ ਤੇ ਉਹਦੇ 4-4 ਬੰਦੇ ਹਰੇਕ ਪਿੰਡ ਦੇ ਵਿੱਚ ਨੌਕਰੀ ਲੱਗੇ ਹੁੰਦੇ ਜੀ। ਹੋਰ ਇੰਡਸਟਰੀ ਆਈ ਹੁੰਦੀ ਜੀ, 18,000 ਯੂਨਿਟ ਅੱਜ ਬੰਦ ਹੋ ਗਏ, ਲੱਖਾਂ ਲੋਕ ਇੰਡਸਟਰੀ ਲੱਗੇ ਸੀ ਜੀ। ਅੱਜ ਥਰਮ ਪਲਾਂਟ ਬੰਦ ਕਰਤਾ ਜੀ, ਥਰਮ ਪਲਾਂਟ ਬਠਿੰਡੇ ਵਾਲਾ ਬੰਦ ਕੀਤਾ, ਘੱਟੋ ਘੱਟ 28,000 ਬੰਦਾ ਸਿੱਧੇ ਤੌਰ ਤੇ ਬੇਰੁਜ਼ਗਾਰ ਹੋ ਗਿਆ ਜੀ। 3700 ਪੋਸਟ ਇਹਨਾਂ ਨੇ ਮਤਲਬ ਜਿਹੜੀ ਹੈਗੀ ਸੀਗੀ ਉਹ ਬਿਜਲੀ ਬੋਰਡ 'ਚ ਖਤਮ ਕਰਤੀ, 40,000 ਪੋਸਟ ਬਿੱਲੀ ਪਈ ਹੈ। ਤੁਸੀਂ ਯਾਰ ਬੰਦੇ ਰੱਖੋ, ਤੁਸੀਂ ਨੌਕਰੀਆਂ ਦਿਓ, ਤੁਹਾਨੂੰ ਨੌਕਰੀ ਲੋੜ ਨਹੀਂ ਪਊਗੀ ਗੱਲ ਕਰਨ ਦੀ। ਜਿਹੜੇ ਕੋਈ ਬੰਦੇ ਕੰਮ ਧੰਦੇ ਨਹੀਂ ਰਹਿ ਗਏ, ਚਲੋ ਹਰੇਕ ਦੇਸ਼ 'ਚ ਗਰੀਬ ਬੰਦੇ ਹੁੰਦੇ ਆ ਜਿਹਨੂੰ ਲੋੜ ਪੈਂਦੀ ਹੈ, ਅਮਰੀਕਾ 'ਚ ਵੀ ਹੈਗੇ ਨੇ, ਕੈਨੇਡਾ 'ਚ ਵੀ ਹੈਗੇ ਨੇ, ਉਹਨਾਂ ਨੂੰ ਸਰਕਾਰ ਦੇਵੇ, ਪਰੰਤੂ ਤੁਸੀਂ ਰੁਜ਼ਗਾਰ ਤਾਂ ਦਿਓ। ਕਿੱਡਾ ਵੱਡਾ ਗੱਪ ਮਾਰਿਆ, ਹੁਣ ਕਹਿੰਦੇ 16 ਲੱਖ ਨੌਕਰੀਆਂ ਦਿੱਤੀਆਂ ਜੀ। ਦੇਖੋ ਸੁੱਖੀ ਤੁਸੀਂ ਸਿਆਣੇ ਹੋ, 50 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਜੀ। ਜੇ 16 ਲੱਖ ਤੁਸੀਂ ਨੌਕਰੀ ਦੇਤੀਆਂ, ਇਹਦਾ ਮਤਲਬ ਹਰੇਕ ਤੀਜੇ ਘਰ ਨੌਕਰੀ ਮਿਲ ਗਈ। ਤਾਂ ਮੰਗਾਣੀਆਂ ਪਿੰਡ ਦੇ ਵਿੱਚ ਤਾਂ ਮੇਰਾ ਖਿਆਲ ਹੈ ਹੁਣ ਇੱਕ 100 ਘਰ ਨੌਕਰੀ ਮਿਲ ਚਾਹੀਦੀ ਸੀ, 100 ਬੰਦਾ, ਪਰ ਲੱਗੇ ਵੀ ਪਰ ਇੱਕ ਵੀ ਨਹੀਂ। ਬੈਠੇ ਤੁਸੀਂ ਟੈਟ ਪਾਸ ਕਰੀ ਬੈਠੇ ਹੋ, ਐਡੇ ਕੁਆਲੀਫਾਈਡ ਬੰਦੇ ਬੈਠੇ ਹੋ ਜੀ। ਸੋ ਐਡਾ ਕੱਪ ਮਾਰਦੇ ਯਾਰ 16 ਲੱਖ, ਇਹਨਾਂ ਨੇ ਕੀਤਾ ਕੀ? ਐਡੀ ਹੈਰਾਨੀ ਦੀ ਗੱਲ ਹੈ, ਸਮਝ ਨਹੀਂ ਆਉਂਦੀ ਵੀ ਲੋਕਾਂ ਨੂੰ ਮੂਰਖ ਸਮਝਦੇ ਨੇ। ਜੇ ਕਿਤੇ ਕੋਈ ਰੇਹੜੀ ਵਾਲਾ ਬੰਦਾ ਹੈ, ਉਹ ਵੀ ਅਸੀਂ ਕਹਿੰਦੇ ਨੌਕਰੀ ਲਿਖਦਾ ਵੀ ਇਹ ਬੰਦਾ ਅਸੀਂ ਰੇਹੜੀ ਲਵਾਈਏ ਦੀ ਜੀ, ਇਹ ਸਿਰਫ ਰੁਜ਼ਗਾਰ ਵਾਸਤੇ ਹੈ। ਜੇ ਉਹ ਟਰਾਈਡੈਂਟ ਲਾਉਂਦੇ ਸੀ ਪਹਿਲਾਂ, ਹਰੇਕ ਨੂੰ ਲੱਗਦੇ ਹੁੰਦੇ ਬਰਨਾਲੇ ਵਾਲੇ, ਉਹਨੂੰ ਕਹਿੰਦਾ ਵੀ ਹੁਣ ਤੁਸੀਂ ਪਹਿਲਾਂ ਇੰਪਲਾਇਮੈਂਟ ਐਕਸਚੇਂਜ ਨਾਂ ਦਰਜ ਕਰਾਓ, ਉੱਥੋਂ ਕਾਰਡ ਲੈ ਕੇ ਆਓ ਵੀ ਨੌਕਰੀ ਨੂੰ ਅਸੀਂ ਦਿੱਤੀ ਜੀ। ਜੇ ਤੁਸੀਂ ਕਿਸੇ ਵੱਡੇ ਸ਼ੋਅਰੂਮ ਤੇ ਲੱਗਿਆ, ਕੱਪੜਿਆਂ ਦੇ ਫੈਂਸੀ ਡਰੈਸ ਵਾਲਾ ਸ਼ੋਅਰੂਮ ਹੈ, ਉਹ ਜਿਹੜੇ 4 ਬੰਦੇ ਕੰਮ ਕਰਦੇ ਨੇ ਉਹਦਾ ਨਾਂ ਲਿਖ ਲੈਂਦੇ ਵੀ ਇਹ ਸਵੇ ਰੁਜ਼ਗਾਰ ਬੰਦਾ, ਨੌਕਰੀ ਅਸੀਂ ਦਵਾਈ। ਇੱਥੋਂ ਤੱਕ ਕਿ ਜੱਟਾਂ ਦੇ ਕੋਈ ਜੇ ਸੀਰੀ ਬਾਈ ਲੱਗਿਆ, ਉਹ ਵੀ ਐਵੇਂ ਜਦੋਂ ਜੱਟ ਦੇ ਸੀਰੀ ਪਾਈ ਵੀ ਸਾਡੀ ਸਰਕਾਰ ਰਾਹੀਂ ਲੱਗਿਆ ਵੀ ਇਹਨੂੰ ਨੌਕਰੀ ਮਿਲੀ ਹੈ, ਨੌਕਰੀ ਕੰਮ ਤਾਂ ਕਰ ਰਿਹਾ, ਜੱਟ ਦੇ ਸੀਰੀ ਤਾਂ ਲੱਗਿਆ ਪਿਆ ਪੰਜਾਬ ਸਰਕਾਰ। ਸੋ ਇਹੋ ਜਿਹੀਆਂ ਮਤਲਬ ਭੱਦੀਆਂ ਕਿਸਮ ਦੀਆਂ ਗੱਲਾਂ ਟਿੱਪਣੀਆਂ, ਮੈਂ ਤਾਂ ਹੈਰਾਨ ਇਸ ਗੱਲ ਤੇ ਹਾਂ ਵੀ ਕਹਿੰਦੇ ਨੂੰ ਵੀ ਸੰਗ ਹੋਣੀ ਚਾਹੀਦੀ ਹੈ ਸਾਨੂੰ ਵੀ 16 ਲੱਖ ਨੌਕਰੀ ਕਿਤੇ ਮਿਲਦੀ ਦੇਖੀਏ ਕਿਤੇ। ਕਾਂਗਰਸ ਸਰਕਾਰ ਦੇ ਸਿੱਖਿਆ ਢਾਂਚੇ ਵੱਲੋਂ ਨਾ ਹੁਣ ਕੀ ਕੀਤਾ ਹੋਇਆ ਹੈ, ਜਿਹੜੇ ਸਕੂਲਾਂ ਦੇ ਵਿੱਚ ਇਹਨਾਂ ਨੂੰ ਕਹਿਤਾ ਵੀ 100%, 7% ਕਹਿਤਾ ਵੀ 100% ਰਿਜ਼ਲਟ ਦਿਓ। ਇਹ ਚੰਗੀ ਗੱਲ ਹੈ ਕੋਈ? ਇਹ ਨਹੀਂ, ਹੋਰ ਵੀ ਮੈਂ ਕਹਿੰਦਾ ਉਹੀ ਤਾਂ ਗੱਲ ਆ ਨਾ, ਪੰਜਾਬ ਦੇ ਵਿੱਚ ਹਰੇਕ ਥਾਂ ਦੇ ਉੱਤੇ ਠੱਗੀ ਮਾਰੀ ਜਾ ਰਹੀ ਲੋਕਾਂ ਨੂੰ ਜੀ। ਮਾਨਸਿਕ ਤੌਰ ਤੇ ਇਹਨਾਂ ਨੂੰ ਇੱਕ ਠੱਗਿਆ ਜਾ ਰਿਹਾ ਹੈ। ਸਕੂਲਾਂ ਦੇ ਵਿੱਚ ਤੱਕ ਮੈਂ ਤਾਂ ਨੇੜੇ ਜੁੜਿਆ ਹੋਇਆ ਜੀ, ਮੈਨੂੰ ਇਸ ਬਾਰੇ ਪੂਰਾ ਗਿਆਨ ਹੈ।
ਐਤਕੀ ਇਹਨਾਂ ਨੇ ਕੀ ਕਰਨਾ ਸੀਗਾ ਵੀ ਅਸੀਂ 100% ਰਿਜ਼ਲਟ ਦੇਣਾ ਜੀ, ਅਸੀਂ ਦਿਖਾ ਦਾਂਗੇ ਵੀ ਦਿੱਲੀ ਤੋਂ ਸਾਡੀ ਸਰਕਾਰ ਦੇਖੋ ਰਿਜ਼ਲਟ ਸਾਡਾ 100% ਆ ਗਿਆ। ਲੈਕਚਰ ਤੁਹਾਡੇ ਪੂਰੇ ਨਹੀਂ, ਮੈਂ ਵਿਧਾਨ ਸਭਾ 'ਚ ਬੋਲਿਆ ਐਤਕੀ, ਮੈਂ ਤੁਹਾਨੂੰ ਹੁਣੀ ਰਿਕਾਰਡ ਦਿਖਾਉਣਾ, ਮੇਰੇ ਕੋਲ ਰਿਕਾਰਡ ਪਏ ਸਾਰੇ, ਇਹ ਬੋਲਿਆ ਸੀ ਮੈਂ। ਨੰਬਰ 2 ਦੇ ਉੱਤੇ ਜਿਹੜੇ ਮਾਰਕਿੰਗ ਕਰਨ ਵਾਲੇ ਸੀਗੇ ਉਹਨੂੰ ਕਹਿਤਾ ਸੀ ਵੀ ਕੋਈ ਇਹਨਾਂ ਨੇ ਮਤਲਬ ਵੀ ਜਿੰਨਾ ਜੇ ਕਿਸੇ ਅਰਜ਼ੀ ਲਿਖੀ ਹੈ ਸੇਵਾ ਵੇਖੇ ਮੁੱਖ ਅਧਿਆਪਕ ਵਿੱਚੋਂ ਕੁਛ ਮਰਜ਼ੀ ਲਿਖਤਾ 10 ਨੰਬਰ ਦੇ ਦਿਓ। ਜੇਕਰ ਫਿਰ ਵੀ ਤੁਹਾਡਾ ਬੱਚਾ ਪਾਸ ਨਹੀਂ ਹੁੰਦਾ ਤਾਂ ਉਹਦਾ ਪਿਛਲਾ ਰਿਜ਼ਲਟ ਵੇਖ ਲਓ, ਜੇ ਫਿਰ ਵੀ ਪਾਸ ਨਹੀਂ ਹੁੰਦਾ ਪਿਛਲਾ ਰਿਜ਼ਲਟ ਵੇਖ ਲਓ, ਜੇਕਰ ਨਹੀਂ ਹੁੰਦਾ ਤਾਂ ਆਪ ਕਰ ਲਓ ਯਾਰ। 60% ਤੋਂ ਘੱਟ ਨੰਬਰ ਨਹੀਂ ਹੋਣੇ ਚਾਹੀਦੇ ਕਿਸੇ ਦੇ। ਯਾਰ ਤੁਸੀਂ ਇਹ ਦੱਸੋ ਬੁਢਲਾਡੇ ਦੇ ਵਿੱਚ ਲੜਕੀਆਂ ਸਕੂਲ ਹੈ ਜੀ, 150 ਦੇ ਕਰੀਬ ਲੜਕੀ ਪੜ੍ਹਦੀ ਹੈ, 150 ਤੁਸੀਂ 179 ਲੜਕੀਆਂ ਦੇ 650 ਨੰਬਰ ਨੇ 90% ਲੜਕੀਆਂ ਦੇ, ਕਿਤੇ ਹੋ ਸਕਦਾ ਇਹ? ਤੁਸੀਂ ਕਿਉਂ ਉਹ ਬੱਚਿਆਂ ਨੂੰ ਕੀ ਕਰੋਗੇ ਤੁਸੀਂ? ਜੇ ਬੱਚਾ ਉਹ ਕਹੇ ਨਾ ਤਾਂ ਉਸ 650 ਚੋਂ 650 ਲੈਣ ਵਾਸਤੇ 100% ਰਿਜ਼ਲਟ ਆਉਂਦੇ, ਨਾ ਤਾਂ ਅਧਿਆਪਕ ਨੂੰ ਖੁਸ਼ੀ ਹੈ ਜੀ, ਨਾ ਬੱਚੇ ਨੂੰ ਖੁਸ਼ੀ ਹੈ, ਨਾ ਬੱਚੇ ਨੂੰ ਖੁਸ਼ੀ। ਜਦੋਂ ਅਸੀਂ 73 ਤੇ ਮੈਟ੍ਰਿਕ ਕੀਤੀ ਨਾ ਤਾਂ ਸਾਡੀ ਸੈਕੰਡ ਡਿਵੀਜ਼ਨ ਆਈ, ਫਸਟ ਜਿਹਨੂੰ ਅਸੀਂ ਕਹਿੰਦੇ 58% ਨੰਬਰ ਆਏ, ਗੁੱਡ ਸੈਕੰਡ ਡਿਵੀਜ਼ਨ, ਤਾਂ ਲੱਡੂ ਵੰਡੇ ਸੀ ਅਸੀਂ ਜੀ ਵੀ ਯਾਰ ਮੁੰਡਾ 50% ਵੱਧ ਨੰਬਰ ਲੈ ਗਿਆ। ਉਦੋਂ ਜੇ ਕੋਈ ਪਾਸ ਹੁੰਦਾ BA ਦੇ ਵਿੱਚੋਂ ਲੋਕ ਦੱਸਦੇ ਵੀ ਯਾਰ ਮੁੰਡਾ BA ਕਰ ਗਿਆ ਜੀ। ਹੁਣ ਤੁਸੀਂ 100% ਬੱਚਾ ਲਿਆਉਂਦਾ ਰਿਜ਼ਲਟ ਹੁੰਦਾ ਤਾਂ ਨਾ ਪ੍ਰਿੰਸੀਪਲ ਨੂੰ ਖੁਸ਼ੀ ਹੁੰਦੀ ਹੈ, ਨਾ ਅਧਿਆਪਕ ਨੂੰ, ਨਾ ਬੱਚੇ ਦੇ ਮਾਪਿਆਂ ਨੂੰ, ਕਿ ਪਤਾ ਵੀ ਸਭ ਕੁਝ ਫਰਾਡ ਹੈ। ਸੋ ਇਹ ਫਰਾਡ ਮਾਰ ਕੇ ਤੁਸੀਂ ਸਾਨੂੰ ਬੌਧਿਕ ਤੌਰ ਤੇ ਬੌਣੇ ਕਰ ਰਹੇ ਹੋ ਜੀ। ਉਹ ਬੱਚਾ ਕੀ ਕੱਲ੍ਹ ਨੂੰ JVD ਦੀ ਐਡਮਿਸ਼ਨ ਹੋਊਗੀ ਤਾਂ ਸਾਰੇ ਬੱਚਿਆਂ ਦੀ 100% ਹੈ, ਕਿਹਨੂੰ ਐਡਮਿਸ਼ਨ ਦਿਓਗੇ ਤੁਸੀਂ ਜੀ? ਸੋ ਐਡਾ ਵੱਡਾ ਬਲੱਫ ਜੋ ਐਜੂਕੇਸ਼ਨ ਨਾਲ ਕਰ ਰਹੇ ਨੇ। ਔਰ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਇੱਕ ਰੂਹਾਨੀਅਤ ਨਾਲ ਜੁੜਿਆ ਹੋਇਆ ਵਿਸ਼ਾ ਹੈ, ਵਿਦਿਆ ਗਿਆਨ ਦਾ ਰਸਤਾ ਹੈ। ਸਭ ਵਿਦਿਆ ਜੇ ਵਿਚਾਰ ਕਰਾਂਗੇ ਤਾਂ ਪਰਉਪਕਾਰੀ ਹੋਊਗੀ। ਗੁਰਪ੍ਰਸਾਦੀ ਵਿਦਿਆ ਵਿਚਾਰੀ ਪੜ੍ਹ ਬਾਵੇ ਮਾਣ, ਗੁਰੂ ਦੀ ਕਿਰਪਾ ਨਾਲ ਜੇ ਵਿਦਿਆ ਮਿਲਦੀ ਹੈ, ਪੜ੍ਹ ਕੇ ਮਾਣ ਮਿਲਦਾ, ਸਨਮਾਨ ਮਿਲਦਾ। ਤੁਸੀਂ ਉਸ ਵਿਦਿਆ ਵਰਗੀ ਅਦਭੁਤ ਚੀਜ਼ ਨੂੰ ਤੁਸੀਂ ਅੱਜ ਉਹਦਾ ਮਖੌਲ ਉਡਾਤਾ ਜੀ। ਸਮਾਰਟ ਸਕੂਲ ਦੀ ਗੱਲ ਸੁਣ ਲਓ, ਟੀਚਰਾਂ ਨੇ, ਮੈਂ ਵਿਧਾਨ ਸਭਾ 'ਚ ਬੋਲਿਆ ਸਰ ਜੋ ਗੱਲ, ਮੈਂ ਤੁਹਾਨੂੰ ਰਿਕਾਰਡ ਪਿਆ ਦਿਖਾ ਦਾਂ, ਮੇਰੇ ਕੋਲ ਕਾਪੀ ਆ ਜਾਂਦੀ ਹੈ ਜੀ। ਵਿਧਾਨ ਸਭਾ 'ਚ ਮੈਂ ਬੋਲਿਆ ਜੀ, ਮਹਾਂ ਸਾਡੇ ਟੀਚਰ ਝੋਲੀਆਂ ਬੰਨ੍ਹ ਕੇ ਗਏ ਨੇ ਮਾਪਿਆਂ ਕੋਲ, ਬੱਚੇ ਗਏ ਨੇ। ਮੈਂ ਉਹਦੇ ਕਿਸ਼ਨਗੜ੍ਹ ਗਿਆ ਸੀ, ਮੈਨੂੰ 2000 ਦੀ ਪਰਚੀ ਕੱਟੀ ਸੀ ਮੇਰੀ, ਮੈਂ ਪਰਚੀ ਦਿਖਾਤੀ ਆ ਦੇਖੋ 2000, ਮੈਂ ਕੱਲ੍ਹ ਮੈਂ ਜਾ ਕੇ ਆ ਕਿਸੇ ਸਕੂਲ 'ਚ, ਪਿਛਲੇ ਸਾਲ ਬੋਲਿਆ ਸੀ ਮੈਂ ਕਿ ਮੇਰੀ ਪਰਚੀ ਕੱਟੀ ਗਈ ਹੈ। ਚਲੋ ਦੇ ਤਾਂ ਕੋਈ ਵੱਡੀ ਗੱਲ ਨਹੀਂ, ਬੱਚਿਆਂ ਨੇ ਟੀਚਰਾਂ ਨੇ ਆਪ ਮਿਹਨਤ ਕੀਤੀ ਹੈ, ਮਾਪਿਆਂ ਨੇ ਮਿਹਨਤ ਕੀਤੀ ਹੈ, ਤੁਹਾਡਾ ਕੀ ਦੇਣਾ ਹੈ? ਤੁਸੀਂ ਮਤਲਬ ਇਕੱਲਾ ਇਹ ਰੰਗ ਰੂਪ ਕਰਕੇ ਤਾਂ ਨਹੀਂ ਸਮਾਰਟ ਸਕੂਲ ਬਣਦਾ ਜੀ। ਬੋਹਾ ਸਕੂਲ ਦਾ ਮਤਲਬ ਕੀ ਨਾਂ ਲਿਆ ਜੀ, ਮੈਂ ਐਤਕੀ ਰਿਆਉਂਦ ਕਲਾਂ ਦਾ ਨਾਂ ਲਿਆ, ਮੈਂ ਐਤਕੀ ਕਿਉਂਕਿ ਇਹਦਾ ਅਸੀਂ ਗਰ ਸਕੂਲ ਦਾ ਮੈਂ ਇੱਕ ਵੀ ਲੈਕਚਰਰ ਨਹੀਂ। ਬੋਹਾ ਦੇ ਵਿੱਚ 16 ਦੇ ਵਿੱਚੋਂ 3-4 ਲੈਕਚਰਰ ਨੇ ਸਿਰਫ ਜੀ। ਆਰਟਸ ਦਾ ਗਰੁੱਪ ਦਾ ਲੈਕਚਰਰ ਹੀ ਹੈ ਨਹੀਂ ਬੋਹਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ, ਲੈਕਚਰਰ ਇੰਗਲਿਸ਼ ਹੈ ਨਹੀਂ ਜੀ, ਔਰ ਮਾਸਟਰ ਵੀ ਇੰਗਲਿਸ਼ ਦਾ ਕੋਈ ਹੈ ਨਹੀਂ। ਇੱਕ ਟੀਚਰ, ਇੱਕ ਲੈਕਚਰਰ ਰਿਆਉਂਦ ਕਲਾਂ ਹੈ, ਇੱਕ ਲੈਕਚਰਰ ਸਿਰਫ ਗੰਡੂ ਕਲਾਂ ਹੈ, ਅੱਛਾ ਇੱਕ ਲੈਕਚਰਰ ਸਿਰਫ ਆਲਮਪੁਰ ਮੰਦਰ ਹੈ ਜੀ। ਬੋਹਾ ਗਰ ਸਕੂਲ 'ਚ ਲੈਕਚਰਰ ਹੀ ਕੋਈ ਨਹੀਂ ਜੀ। ਦੋਨੇ ਬੁਢਲਾਡੇ ਸਕੂਲਾਂ ਦੀ ਮੈਂ ਹਾਲਤ ਕਰਤੀ, ਤੇ ਤੁਸੀਂ ਰਿਜ਼ਲਟ ਫਿਰ ਕਿੱਥੋਂ ਆ ਗਿਆ ਫਿਰ ਜੀ? ਤੁਸੀਂ ਇਹ ਤਾਂ ਪੂਰੀ ਕਰੋ ਨਾ, ਤੁਸੀਂ ਜਿਹੜੇ ਲੈਕਚਰਾਂ ਦੀਆਂ ਪੋਸਟਾਂ ਨੇ ਜੀ। ਸੋ ਇਹਦੇ ਵੱਲ ਕੋਈ ਧਿਆਨ ਨਹੀਂ ਜੀ, ਤਾਂ ਰੱਬ ਆਸਰੇ ਚਲਾਈ ਜਾਂਦਾ, ਸਿਰਫ ਇਹਦਾ ਆਪਣੀ ਕਮਿਸ਼ਨ ਖਾਈ ਜਾਂਦੇ ਨੇ ਤੇ ਆਪਦੀ ਬਦਲੀਆਂ ਕਰਤੀਆਂ, ਉਧਰੋਂ ਪੈਸੇ ਲੈ ਲਏ, ਬਦਲੀਆਂ ਕਰਤੀਆਂ ਉਧਰੋਂ ਪੈਸੇ ਲੈ ਲਏ ਹੋਰ ਮਹਿਕਮੇ ਦੇ ਵਿੱਚੋਂ। ਤੇ ਮਤਲਬ ਜਿਹਨੂੰ ਅਸੀਂ ਫਟੈਂਸੀ ਕਹਿ ਸਕਦੇ ਹਾਂ, ਕਲਪਨਾ ਦੇ ਆਧਾਰਿਤ ਜਿਹੜਾ ਰਾਜਨੀਤੀ ਐ ਨਹੀਂ ਚੱਲਦਾ ਹੈਗਾ। ਪੰਜਾਬ ਦਾ ਬੇੜਾ ਬਿਠਾ ਰੱਖਿਆ ਇਹਨਾਂ ਨੇ, ਇਹ ਸਾਡੇ ਵਾਸਤੇ ਸਾਰਿਆਂ ਵਾਸਤੇ ਨੁਕਸਾਨਦੇਹ। ਨਗਰ ਕੌਂਸਲ ਦੀਆਂ ਚੋਣਾਂ ਹੁੰਦੀਆਂ ਨੇ, ਬੁਢਲਾਡਾ ਤੇ ਬੋਹਾ ਤੁਹਾਡੀ ਵੋਟ ਪੈਂਦੀ ਹੈ, ਬਰੇਟੇ ਵੋਟ ਨਹੀਂ ਪਾਉਂਦੀ ਤੇ ਤੁਹਾਡੇ ਸਵਾਲ ਉੱਠਦੇ ਨੇ। ਸਵਾਲ ਵੀ ਜਿਹੇ ਤੁਸੀਂ ਪੈਸੇ ਲਏ ਨੇ, ਜਾਣ ਕੇ ਨਹੀਂ ਆਏ, ਇਹ ਕੀ ਸੱਚ ਹੈ ਇਹਦਾ? ਦੇਖੋ ਇੱਕ MLA ਜਿੰਨੀਆਂ ਵੀ ਨਗਰ ਪਾਲਿਕਾਂ ਜਾਂ ਨਗਰ ਪੰਚਾਇਤਾਂ ਜੋ ਵੋਟ MLA ਦੀ ਵੋਟ ਹੁੰਦੀ ਹੈ ਜੀ। ਬੋਹਾ 'ਚ ਮੈਂ ਗਿਆ, ਮੇਰੇ ਕੋਲ ਆਏ ਬੰਦੇ ਵੀ ਬਹੁਤ ਇੱਧਰ ਵੋਟ ਪਾਉਣੀ ਹੈ, ਜਿਹਦਾ ਲਾਈਕ ਮਾਈਂਡਡ ਬੰਦਿਆਂ ਦੀ ਅਸੀਂ ਉਹਨੂੰ ਵੋਟ ਪਾਈ, ਬੰਦਾ ਪ੍ਰਧਾਨ ਸਾਡਾ ਬਣਿਆ ਜਿਹਦੀ ਮੈਂ ਚਾਹੁੰਦਾ ਸੀ ਜੀ। ਬੁਢਲਾਡੇ ਵਿੱਚ ਮੈਂ ਬਹੁਤ ਸਾਰੇ 'ਚ ਕਿਹਾ ਸੀ ਵੀ ਜਿੱਥੇ ਜਿਹੜਾ ਕੋਈ ਕਾਂਗਰਸ ਦਾ ਬੰਦਾ ਹੈ ਜਾਂ ਅਕਾਲੀਆਂ ਦਾ, ਮੈਂ ਉਹਨੂੰ ਵੋਟ ਨਹੀਂ ਪਾਉਣੀ ਜੀ। ਜੇਕਰ ਆਜ਼ਾਦ ਬੰਦਾ ਖੜਾ ਹੁੰਦਾ ਤਾਂ ਵੋਟ ਪਾਊਂਗਾ ਜੀ। ਤੇ ਮੈਂ ਬੁਢਲਾਡੇ ਵੀ ਵਾਕਆਊਟ ਕਰਨਾ ਸੀਗਾ ਜੇਕਰ ਦੋਨੇ ਕਾਂਗਰਸੀ ਖੜੇ ਹੁੰਦੇ ਜਿਵੇਂ ਪਹਿਲਾਂ ਸੀਗੇ ਜੀ। ਪਰੰਤੂ ਮੇਰੀ ਜਿੱਦ ਕਰਨ ਦੇ ਉੱਤੇ ਇੱਕ ਸੁਖਪਾਲ ਸਿੰਘ ਨਾਂ ਦਾ ਜਿਹੜਾ ਬੰਦਾ ਸੀਗਾ ਆਜ਼ਾਦ ਖੜਾ ਸੀ, ਅਸੀਂ ਉਹਦਾ ਨਾਂ ਉਹਨਾਂ ਨੇ ਪੁੱਟ ਕਰਤਾ ਵੀ ਇਹ ਬਣਾ ਦਈਏ। ਮੈਂ ਕਿਹਾ ਬਿਲਕੁਲ ਮੈਂ ਵੋਟ ਪਾਊਂਗਾ ਜੀ। ਅਸੀਂ ਉਹ ਵੋਟ ਪਾਈ, ਉਹ ਬੰਦਾ ਪ੍ਰਧਾਨ ਬਣ ਗਿਆ ਜੀ। ਬਰੇਟਿਆਂ ਦੇ ਵਿੱਚ ਇੱਕ ਪਾਸੇ ਕਾਂਗਰਸੀ ਸੀ ਗਰੁੱਪ ਸੀਗਾ, ਦੂਜੇ ਪਾਸੇ ਦੂਜਾ ਗਰੁੱਪ ਸੀ। ਤੁਸੀਂ ਹੈਰਾਨ ਮੰਨੋਗੇ 17 ਤਰੀਕ ਨੂੰ ਵੋਟਾਂ ਪਈਆਂ, ਮੇਰੇ ਕੋਲੇ ਕੋਈ ਬੰਦਾ ਵੋਟ ਮੰਗਣੀ ਨਹੀਂ ਆਇਆ ਜੀ। ਤਾਂ ਵੋਟ ਮੈਂ ਕਿਹਨੂੰ ਪਾਵਾਂ ਫਿਰ? ਮੈਂ ਚਲੋ ਮੈਂ ਫਿਰ ਵੀ ਸਾਨੂੰ ਵੋਟਾਂ ਪਈਆਂ, ਮੈਂ 10 ਵਜੇ ਵਗ ਗਿਆ ਪਾਰਟੀ, ਮੈਂ 5 ਵਾਰੀ ਕੋਈ ਨਹੀਂ ਬਣਾਤੀ ਜੀ। ਬੋਹਾ ਬਰੇਟਿਆਂ ਦੇ ਵਿੱਚ ਵੀ ਆਹ ਬੰਦੇ ਮੇਰੀ ਵੋਟ ਦਾ ਇਹ ਕਰਨਗੇ, ਗੱਲਬਾਤ ਕਰਨਗੇ ਜੀ। ਕਾਕੂ ਬਰੇਟਾ, ਅਸ਼ੋਕ ਕੁਮਾਰ ਜੀ, ਕੇਵਲ ਸ਼ਰਮਾ ਜੀ, ਸਾਡਾ ਬਲਾਕ ਪ੍ਰਧਾਨ ਚਮਕੌਰ ਜੀ, ਤੇ ਹਰਜਿੰਦਰ ਸਿੰਘ ਜਿੰਦਾ,
ਜੀ ਉਹਨਾਂ ਨੇ ਗੱਲਬਾਤ ਕੀਤੀ ਵੀ ਆ ਫਲਾਣੇ, ਕਿਉਂਕਿ ਜਦੋਂ ਕੋਈ ਬੰਦਾ ਵੋਟ ਪਾਉਂਦਾ ਨਾ ਜੀ ਤਾਂ ਸਾਡਾ ਵੀ ਇੱਕ ਨਿੱਜੀ ਇਹ ਹੁੰਦਾ ਹੈ ਵੀ ਯਾਰ 2022 ਚ ਅਸੀਂ ਇਲੈਕਸ਼ਨ ਲੜਨੀ ਹੈ ਪਾਰਟੀ ਨੇ ਜੀ, ਭਾਵੇਂ ਕਿਸੇ ਨੂੰ ਲੜਨੀ ਹੋਵੇ ਜੀ ਜੀ ਜੀ, ਤੇ ਸਾਡੀ ਤੁਸੀਂ ਕੀ ਮਦਦ ਕਰੋਗੇ ਪਾਰਟੀ ਦੀ ਇਲੈਕਸ਼ਨ ਦੇ ਵਿੱਚ ਜੀ, ਮਤਲਬ ਵੋਟ ਲੈਣੀ ਹੁੰਦੀ ਹੈ। ਸਾਡਾ ਅਸੀਂ ਕੁਝ ਬਣਾਉਣਾ ਹੁੰਦਾ ਹੈ ਉਦੋਂ ਜੀ ਦੀ ਗੱਲ, ਜੀ ਹਰੇਕ ਨੂੰ ਫਰਜ਼ੀ ਕਹਿਣ ਦਾ ਜੀ। ਤੇ ਈਵਨ ਮੈਂ ਉਹਨਾਂ ਕੋਲ ਅਸੀਂ ਚਲੇ ਗਏ ਇੱਕ ਸੈਲਰ ਦੇ ਵਿੱਚ, ਸਸਪਾਲੀਆ ਸੈਲਰ ਵੱਜਦਾ, ਜਿਹੜੇ ਬੰਦੇ ਨੂੰ ਖੜਾ ਕਰਨਾ ਕਹਿੰਦੇ ਸੀ ਉਹ ਬੰਦੇ ਭੱਜ ਗਏ ਉੱਥੋਂ। ਅਸੀਂ ਬੜੇ ਨਿਰਾਸ਼ ਹੋਏ ਯਾਰ, ਅਸੀਂ ਵੋਟ ਪਾਉਣ ਵਾਸਤੇ ਗੱਲ ਕਰਨ ਗਏ, ਸਾਡਾ ਬੰਦੇ ਭੱਜ ਗਿਆ। ਅਸੀਂ 5 ਮੈਂਬਰੀ ਕਮੇਟੀ ਬਣਾਤੀ ਸੀਗੀ ਜੀ, ਤੇ ਵੀ ਜਿਵੇਂ ਤੁਸੀਂ ਫੈਸਲਾ ਕਰੋ ਮੇਰੀ ਵੋਟ ਦਾ ਜੀ, ਕਿਉਂਕਿ ਸਾਰੇ ਬੰਦੇ ਇਨਵੋਲਵ ਨਹੀਂ ਕਰ ਸਕਦੇ, ਕਮੇਟੀ ਬਣਾ ਦਿੰਦੇ ਆਪਾਂ ਆਮ ਤੌਰ ਤੇ ਜੀ। ਤਾਂ ਅਸੀਂ 17 ਤਰੀਕ ਨੂੰ ਗਏ ਉੱਥੇ, ਤੇ ਉਹ ਕਹਿੰਦੇ ਚਲੋ ਸ਼ੈਲਰ ਹੈ ਸਸਪਾਲੀਆ ਕਹਿੰਦਾ ਉੱਥੇ ਗੱਲ ਕਰਨੀ ਬਣਦੀ ਹੈ ਵੀ ਉੱਥੇ ਚਲੇ ਜਾਓ। ਅਸੀਂ ਉੱਥੇ ਬਾਕੀ ਖੁਦ ਆਪ ਵੋਟ ਪਾਉਣ ਲਈ ਮੈਨੂੰ ਕਿਹਾ ਨਹੀਂ ਕਿਸੇ ਨੇ ਵੀ ਮੈਨੂੰ ਵੋਟ ਪਾਓ ਜੀ। ਮੈਂ ਇੱਕ ਵੋਟ ਉੱਥੇ ਜਾਂਦੀ ਹੈ ਉਹ ਵੀ ਐਮਐਲਏ ਜੀ, ਮੈਂ ਨਹੀਂ ਐਮਐਲਏ ਵੱਡਾ, ਮਤਲਬ ਇੱਕ ਐਮਐਲਏ ਜਿਹੜਾ ਰੁਤਬਾ ਹੈ ਜੀ ਜੀ, ਪਰੰਤੂ ਜਿਹੜਾ ਐਮਐਲਏ ਜਿਹੜਾ ਬੰਦਾ ਪ੍ਰਧਾਨ ਬਣਨਾ ਸੀ ਉਹ ਉੱਥੇ ਹੈ ਨਹੀਂ ਸੀ। ਅਸੀਂ ਕਿਹਾ ਵੀ ਕਿੱਥੇ ਜਿਹੜਾ ਬੰਦਾ ਪ੍ਰਧਾਨ ਬਣਨਾ ਹੀ ਹੈ ਨਹੀਂ ਉਹੀ ਹੈ ਨਹੀਂ, ਤਾਂ ਬੜੀ ਮਾੜੀ ਗੱਲ ਹੈ, ਤੁਸੀਂ ਯਾਰ ਬੇਇੱਜ਼ਤੀ ਕਰਦੇ ਹੋ ਜੀ। ਚਲੋ ਅਸੀਂ ਵਾਪਸ ਆ ਗਏ, ਉਸ ਦਿਨ ਕੈਂਸਲ ਹੋ ਗਈ। ਅਗਲੇ ਵਾਰੀ 17 ਨੂੰ ਕੈਂਸਲ ਹੋਈ ਹੈ, 17 ਦੁਪਹਿਰੇ 1 ਵਜੇ ਸੀ ਜੀ, ਮੇਰੇ ਕੋਲ ਉਸ ਤੋਂ ਬਾਅਦ ਕੋਈ ਨਹੀਂ ਆਇਆ। 18 ਨੂੰ ਕੋਈ ਨਹੀਂ ਆਇਆ, 19 ਨੂੰ ਫਿਰ ਦੁਬਾਰਾ ਵੋਟਿੰਗ ਸੀ। ਜਦੋਂ ਕੋਈ ਬੰਦਾ ਵੋਟ ਮੰਗਣੀ ਨਹੀਂ ਆਇਆ ਜੀ, ਮੈਂ ਵੋਟ ਕੀ ਪਾਵਾਂ ਜੀ, ਕਾਂਗਰਸ ਨੂੰ ਵੋਟ ਪਾਉਣੀ ਨਹੀਂ ਸੀ ਜੀ, ਇਹਦਾ ਮੇਰਾ ਰਾਈਟ ਹੈ ਨਾ ਜੀ ਜੀ। ਤੇ ਸਾਡੀ ਪਾਰਟੀ ਨੇ ਫਿਰ ਬਬਲਾ ਜੀ ਆਏ, ਮੈਨੂੰ ਕਿਹਾ 10 ਵਜੇ, ਕਹਿੰਦੇ ਜੀ ਮੈਂ ਮਤਲਬ ਮੈਂ ਖੜਾ ਹੋਊਗਾ। ਦੇਖਿਆ ਵੀ ਦੇਖੋ ਗੱਲ ਇਹ ਹੈ, 3 ਬੰਦੇ ਚਾਹੀਦੇ ਆ ਜੀ ਪ੍ਰਧਾਨ ਬਣਨ ਵਾਸਤੇ ਜੀ। ਇੱਕ ਬੰਦਾ ਪ੍ਰਪੋਜ਼ ਕਰਦਾ ਜੀ, ਦੂਜਾ ਬੰਦਾ ਸੈਕੰਡ ਕਰਦਾ ਜੀ, ਜਿਹਨੂੰ ਵੋਟ ਪਾਉਣੀ। 3 ਬੰਦੇ ਘੱਟੋ ਘੱਟ ਇੱਕ ਬੰਦੇ ਨਾਲ ਹੋਣਾ। ਐਮਐਲਏ ਪ੍ਰਪੋਜ਼ ਨਹੀਂ ਕਰ ਸਕਦਾ, ਉਹ ਇਕੱਲਾ ਵੋਟ ਪਾ ਸਕਦਾ ਜੀ। ਉੱਥੇ ਜਾ ਕੇ 116 ਨੰਬਰ ਦੁਕਾਨ ਹੈ ਕੇ ਸ਼ਰਮਾ ਜੀ ਦੀ, ਤੁਸੀਂ ਜਾ ਕੇ ਦੱਸ ਦਿਓ ਮੇਰੇ ਨਾਲ 3 ਬੰਦੇ ਘੱਟੋ ਘੱਟ ਹੈਗੇ ਨੇ ਜੀ, ਜਾਂ ਸਾਰੇ 6 ਬੰਦੇ ਆ ਹੈਗੇ, ਮੈਂ 5 ਮਿੰਟਾਂ ਵਿੱਚ ਆ ਜੀ, ਕਿਉਂਕਿ ਤੁਸੀਂ ਸਹੁੰ ਚੱਕੋਗੇ 11 ਵਜੇ 11:30 12 ਵਜੇ ਤੱਕ ਵੋਟਿੰਗ ਹੋਊਗੀ ਜੀ। ਪਰੰਤੂ ਉਹਨਾਂ ਵੱਲੋਂ ਤੁਸੀਂ ਹੈਰਾਨ ਦੀ ਗੱਲ ਹੈ ਵੀ ਇੱਕ ਬੰਦੇ ਨੇ ਪ੍ਰਧਾਨ ਬਣਨਾ ਹੋਵੇ, ਅਸੀਂ ਨਹੀਂ ਕਹਿੰਦੇ ਵੀ ਸਾਡੀ ਕੋਈ ਚਾਪਲੂਸੀ ਕਰੋ ਜਾਂ ਹੋਰ ਕਰੋ, ਸਾਨੂੰ ਕੋਈ ਮੰਗਣ ਦਾ ਹੋਵੇ ਨਾ ਵੋਟ ਯਾਰ ਜੀ ਜੀ ਜੀ। ਅਸੀਂ ਵਾਕਆਊਟ ਕੀਤਾ ਹੈ, ਵਿਧਾਨ ਸਭਾ ਦੇ ਵਿੱਚ ਵੀ ਅਸੀਂ ਵਾਕਆਊਟ ਕਰਦੇ ਹਾਂ ਵਧੀਆ ਮਸਲਿਆਂ ਬਾਰੇ ਜੀ, ਲੋਕ ਸਭਾ 'ਚ ਵੀ ਲੋਕ ਜਿੱਥੇ ਵੀ ਵੋਟਿੰਗ ਹੁੰਦੀ ਹੈ ਵਾਕਆਊਟ ਕਰਦੇ ਆ। ਕਾਂਗਰਸ ਨੂੰ ਵੋਟ ਅਸੀਂ ਪਾਉਣੀ ਨਹੀਂ, ਦੂਜਾ ਹੱਥ ਕੋਈ ਵੋਟ ਮੰਗਣੀ ਆਇਆ ਤਾਂ ਫਿਰ ਵੋਟ ਕਿਉਂ ਪਾਉਣੀ ਜੀ ਅਸੀਂ? ਉੱਥੇ ਮੈਂ ਡਬਲੂ ਮੰਗੂ ਆਏ ਥੋੜੀ ਵੀ ਇਕੱਲਾ ਜਾ ਕੇ ਉੱਥੇ ਖੜਾ ਮੈਂ ਜਾ ਕੇ, ਉਹਦਾ ਕੋਈ ਚੰਗਾ ਵੀ ਲੱਗਦਾ ਸੀ। ਸਾਡੀ ਫਿਰ ਪਾਰਟੀ ਕਹਿੰਦੀ ਵੀ ਦੇਖੋ ਜੀ 11 ਵਜੇ ਕੋਈ ਨਹੀਂ ਆਇਆ ਆਪਣੇ ਕੋਲੇ, ਘੱਟੋ ਘੱਟ 6 ਬੰਦੇ ਤਾਂ ਹੁੰਦੇ ਨਾ ਜੀ, ਤਾਂ ਹੀ ਗੱਲ ਬਣਨੀ ਸੀ। ਜਦੋਂ ਕਿ ਵੋਟ ਮੰਗਣੀ ਆਇਆ ਤਾਂ ਬੰਦੇ ਜਿਹੜੇ ਆਪਣੇ ਸਾਡੇ ਪੋਲੀਟੀਕਲ ਰਾਜਨੀਤਿਕ ਬੰਦੇ ਹੈਗੇ ਸੀ ਉੱਥੇ, ਸਾਡੇ ਨੇਤਾ ਸੀ ਬੇਟਿਆਂ ਦੇ, ਉਹ ਕਹਿੰਦੇ ਵੀ ਕੋਈ ਲੋੜ ਨਹੀਂ ਆਉਂਦੀ ਜੀ। ਮੈਂ ਉਹਨਾਂ ਦੀ ਹਦਾਇਤ ਤੇ ਵੋਟ ਪਾਉਣ ਨਹੀਂ ਗਿਆ ਜੀ, ਵਾਕਆਊਟ ਕੀਤਾ ਮੈਂ ਇਸ ਕਰਕੇ, ਕਿਉਂਕਿ ਕੋਈ ਧਰੀ ਨਹੀਂ ਗੱਲ ਬਣਦੀ ਸੀ। ਜਿਹੜੇ ਉਹ ਮੈਂ ਤਾਂ ਹੈਰਾਨ ਇਸ ਗੱਲ ਦੇ ਵੀ ਲੋਕ ਇਸ ਗੱਲ ਨੂੰ ਕਿਸ ਤਰ੍ਹਾਂ ਲੈਂਦੇ ਨੇ ਵੀ ਜੀ ਤੁਸੀਂ ਐਂ ਹੋ ਗਿਆ ਜੀ, ਕਿਸੇ ਨੇ ਇੱਕ ਪੋਸਟ ਪਾਤੀ ਵੇਖ ਗਿਆ ਜੀ, ਵੀ ਇਹਦਾ ਮਤਲਬ ਵੀ ਪੈਸੇ ਲੈ ਕੇ ਵੋਟ ਪੈਂਦੀ ਹੁੰਦੀ ਹੈ, ਬਿਨਾਂ ਪੈਸੇ ਵੋਟ ਪੈ ਨਹੀਂ ਸਕਦੀ। ਅਸੀਂ ਫੋਨ ਕਰਦੇ ਆ ਨਾ, ਤੁਹਾਡੀ ਇੱਕ ਆਡੀਓ ਵਾਇਰਲ ਹੁੰਦੀ ਹੈ, ਉਹ ਜਿਹੜੀ ਬਹੁਤ ਮਾੜੀ ਹੈ। ਨਹੀਂ ਉਹਦੇ ਵਿੱਚ ਮੈਂ ਕੋਈ ਇਹ ਨਹੀਂ ਕਿਹਾ ਮੈਂ ਕੋਈ ਪੈਸੇ ਲੈਣੇ ਨੇ, ਮੈਂ ਤਾਂ ਕਿਤੇ ਕਿਹਾ ਨਹੀਂ ਕਿਸੇ ਨੂੰ ਜੀ। ਮੈਂ ਤਾਂ ਉਹਨੂੰ ਕਿਹਾ ਵੀ ਤੂੰ ਇਹ ਗੱਲ ਕਰੀ ਕੀ ਜਾਂਦੇ ਬਾਈ, ਤੁਸੀਂ ਇਹ ਗੱਲ ਕਰੋ, ਤੁਸੀਂ ਜ਼ਿੰਮੇਵਾਰ ਬੰਦੇ ਆ ਯਾਰ, ਤੁਸੀਂ 4 ਸਾਲ ਤੋਂ ਤੁਹਾਨੂੰ ਪਤਾ ਲੱਗਿਆ ਬੁੱਧਰਾਮ ਕਿਵੇਂ ਵਿਚ ਰਿਹਾ ਹੈ। ਅੱਛਾ ਜਦੋਂ ਬੰਦਾ ਨੇ ਲਿਖਤਾ ਤੇ ਇੱਕ ਕੋਈ ਬੋਹਾ ਦਾ ਸੀ ਬੰਦਾ, ਉਹਨੇ ਨਹੀਂ ਕਰਤਾ, ਮੈਂ ਨਾਲ ਦੀ ਨਾਲ ਉਹਦੇ ਕੇਸ ਕਰਤਾ ਕੱਲ ਜੀ, ਡੈਫਾਮੇਸ਼ਨ ਦਾ ਕੇਸ ਕਰਤਾ, ਮਾਨਹਾਨੀ ਦਾ ਕੇਸ ਕਰਤਾ ਉਹਨੂੰ। ਤੇ ਪਹਿਲਾਂ ਮੈਂ ਐਸਐਸਪੀ ਨੂੰ ਲਿਖਿਆ ਜੀ ਵੀ ਜੇ ਇਹਨਾਂ ਦੇ ਆਈਡੀਆਂ ਚੈੱਕ ਕਰੋ ਵੀ ਕੀ ਆਈਡੀਆਂ ਠੀਕ ਨੇ ਇਹਨਾਂ ਦੀਆਂ, ਤਾਂ ਉਹ ਸਾਡੇ ਕੋਲ ਰਿਪੋਰਟ ਆ ਗਈ। ਤੇ ਕਿਉਂਕਿ ਇਹਦੇ ਵਿੱਚ ਡੈਫਾਮੇਸ਼ਨ ਦਾ ਕੇਸ ਹੀ ਪੈਂਦਾ ਕੋਰਟ ਦੇ ਵਿੱਚ ਜੀ, ਪੁਲਿਸ ਕੋਲ ਐਫਆਈਆਰ ਦੀ ਡਾਇਰੈਕਟ ਦਰਜ ਨਹੀਂ ਹੁੰਦੀ ਜੀ। ਤਾਂ ਮੈਂ ਕੱਲ ਹੀ ਸਬਮਿਟ ਕਰਾ ਕੇ ਆਇਆ ਜੀ ਕੋਰਟ ਦੇ ਵਿੱਚ ਵੀ ਭਾਈ ਸਬੂਤ ਕਰੋ, ਤੁਸੀਂ ਐ ਕਿਸੇ ਖਿਲਾਫ ਤੁਸੀਂ ਐ ਥੋੜ੍ਹੀ ਲਿਖ ਦੋਗੇ ਜੀ। ਠੀਕ ਹੈ ਵੀ ਤੁਸੀਂ ਕੋਈ ਬੰਦਾ ਕਹਿੰਦਾ ਜੀ ਮੁੱਖ ਮੰਤਰੀ ਖਿਲਾਫ ਲਿਖੀ ਹੈ, ਮੋਦੀ ਖਿਲਾਫ ਲਿਖੀ ਹੈ, ਮੈਂ ਦੇਖੋ ਕਿਸੇ ਖਿਲਾਫ ਤੁਸੀਂ ਨੀਤੀ ਖਿਲਾਫ ਲਿਖ ਸਕਦੇ ਹੋ, ਤੁਸੀਂ ਆਮ ਆਦਮੀ ਪਾਰਟੀ ਦੀ ਨੀਤੀ ਖਿਲਾਫ ਬੋਲ ਚਲੋਗੇ, ਮੈਨੂੰ ਕਰ ਲਈ। ਤੁਸੀਂ ਨਿੱਜੀ ਤੌਰ ਤੇ ਆਪਾਂ ਲੋਕਲ ਬੰਦੇ ਆ ਜੀ, ਮਹਿੰਗਾਣੀਆਂ ਦਾ ਬੰਦਾ ਮਹਿੰਗਾਣੀਆਂ ਦੇ ਬੰਦੇ ਨੂੰ ਕੋਈ ਕਹੇ ਤਾਂ ਜਾਇਜ਼ ਚੁੱਭਦਾ ਹੈ ਜੀ। ਤੁਸੀਂ ਐ ਥੋੜੀ ਕਿਸੇ ਨੂੰ ਕਹੋਗੇ ਬਿਨਾਂ ਗੱਲ ਤੋਂ ਵੀ ਵਿਕ ਗਿਆ ਜਾਂ ਹੋਰ ਕਰ ਗਿਆ, ਵਿਕਣਾ ਹੀ ਵੱਡੀ ਗੱਲ ਹੁੰਦੀ ਹੈ ਜੀ। ਤੁਸੀਂ ਬੰਦੇ ਦਾ ਕਿਰਦਾਰ, ਉਦੋਂ ਪਹਿਲਾਂ ਪ੍ਰਿੰਸੀਪਲ ਰਿਹਾ ਮੈਂ, ਉਦੋਂ ਪਹਿਲਾਂ ਮੈਂ ਲੈਕਚਰਰ ਰਿਹਾ, ਮੈਂ ਟੀਚਰ ਰਿਹਾ, ਮੈਂ ਪ੍ਰਾਇਮਰੀ ਟੀਚਰ ਰਿਹਾ ਜੀ। ਮੇਰਾ ਕਿਰਦਾਰ ਉਹ ਹੈ। 4 ਸਾਲ ਦੇ ਵਿੱਚ ਆਪਾਂ ਕਿਸੇ ਨਾਲ ਕੋਈ ਇਹੋ ਜਿਹੀ ਗੱਲ ਕੀਤੀ ਹੋਵੇ, ਤੁਸੀਂ ਗੱਲੇ ਸਿੱਧੀ ਲਿਖਤੀ ਜੀ, ਤਾਂ ਫਿਰ ਤੁਸੀਂ ਹੁਣ ਕੋਰਟ ਦੇ ਵਿੱਚ ਜਵਾਬ ਦਿਓ ਤੁਸੀਂ ਜੀ। ਜੇ ਮੈਂ ਸੱਚਾ ਤਾਂ ਹੀ ਮੈਂ ਕੋਰਟ ਦੇ ਵਿੱਚ ਡੈਫਾਮੇਸ਼ਨ ਦਾ ਕੇਸ ਕੀਤਾ ਉਹਨਾਂ ਤੇ ਕਰਤਾ। ਸਰ ਬਹੁਤ ਵੱਡੇ ਪੱਧਰ ਤੇ ਕਿਸਾਨੀ ਅੰਦੋਲਨ ਸਿਖਰਾਂ ਤੇ ਆ, ਉਹਦੇ ਵਿੱਚੋਂ ਜਿੱਥੇ ਕਿਸਾਨ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਉੱਥੇ ਹੀ ਲੱਖਾ ਸਿਧਾਣਾ ਨਾਮ ਆਉਂਦਾ ਹੈ, ਇੱਕ ਦੀਪ ਸਿੱਧੂ ਆਉਂਦਾ ਹੈ। ਦੀਪ ਸਿੱਧੂ ਬਾਰੇ ਜਿਹੜੀਆਂ ਕਿਆਸ ਰਹੀਆਂ ਲੋਕਾਂ ਦੀਆਂ ਵੀ ਇਹ ਭਾਜਪਾ ਦਾ ਜੀ, ਆਰਐਸ ਦਾ ਬੰਦਾ ਹੈ, ਤੁਹਾਡੀ ਕੀ ਰਾਏ ਹੈ ਇਹਦੇ ਬਾਰੇ? ਦੇਖੋ ਜੀ ਇਹਨਾਂ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਜੀ। ਲੋਕ ਬੜੇ ਸਿਆਣੇ ਨੇ ਜੀ,
ਕੋਈ ਦੇਖੋ ਜਦੋਂ ਕੋਈ ਅੰਦੋਲਨ ਚੱਲਦਾ ਹੈ ਆਪਾਂ ਲਹਿਰਾਂ ਦਾ ਇਤਿਹਾਸ ਪੜ੍ਹਿਆ ਜੀ, ਸਟੱਡੀ ਕੀਤੀ ਹੈ ਕਾਫੀ ਸਟੱਡੀ। ਮੈਂ ਮੇਰਾ ਆਪਣੀ ਨਿੱਜੀ ਲਾਇਬ੍ਰੇਰੀ ਅੰਦਰ ਪਈ ਹੈ, ਬਹੁਤ ਕਿਤਾਬਾਂ ਸਟੱਡੀ ਕੀਤਾ ਹੈ ਜੀ। ਹੁਣ ਤਾਂ ਟਾਈਮ ਘੱਟ ਮਿਲਦਾ ਜੀ, ਮੈਂ ਪਹਿਲਾਂ ਬਹੁਤ ਸਟੱਡੀ ਕੀਤੀ ਹੈ ਜੀ। ਲਹਿਰਾਂ ਦੇ ਇਤਿਹਾਸ ਦੇ ਵਿੱਚ ਇਹ ਆਮ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਕੋਈ ਬੰਦਾ ਕਿਸ ਤਰ੍ਹਾਂ ਨਿਕਲਦਾ ਹੈ, ਕੋਈ ਕਿਵੇਂ ਕਿ ਨਿਕਲਦਾ ਹੈ। ਜਿੱਥੇ ਵੀ ਅੰਦੋਲਨ ਚੱਲਦੇ ਨੇ, ਭਾਵੇਂ ਉਦੋਂ ਪਹਿਲਾਂ ਸੀ ਜੀ, ਸਾਡੇ ਆਜ਼ਾਦੀ ਅੰਦੋਲਨ ਚੱਲਿਆ, ਉਸ ਤੋਂ ਬਾਅਦ ਸੀਗੇ, ਸੋ ਉਹ ਤੋਂ ਜਿਹੜੇ ਲੋਕ ਨੇ ਉਹ ਨਿਖਰ ਕੇ ਸਾਹਮਣੇ ਆ ਜਾਂਦੇ ਆ ਜੀ ਵੀ ਕਿਹੜੇ ਬੰਦੇ ਨੇ ਮਤਲਬ ਲਹਿਰ ਦੇ ਹੱਕ 'ਚ ਕੀਤਾ ਗੱਲ, ਕਿਹੜੇ ਲਹਿਰ ਨੇ ਆਪਣੀ ਨਿੱਜੀ ਹਿੱਤ ਲੈ ਕੇ ਕੰਮ ਕੀਤਾ ਹੈ ਜੀ, ਕਿਹੜੇ ਬੰਦੇ ਨੇ ਅਸੀਂ ਮਤਲਬ ਕੀ ਕੀਤਾ, ਉਹ ਟੋਟਲ ਲੋਕਾਂ ਦੇ ਸਾਹਮਣੇ ਸਾਰਾ ਪੇਸ਼ ਹੋ ਜਾਊਗਾ। ਮੈਂ ਕਿਸੇ ਨਿੱਜੀ ਤੌਰ ਤੇ ਕਮੈਂਟ ਨਹੀਂ ਕਰਦਾ ਜੀ। ਤਾਜ਼ਾ ਘਟਨਾਕ੍ਰਮ ਹੈ ਗੁਰਮੀਤ ਸਿੰਘ ਰਾਮ ਰਹੀਮ ਦੀ ਉਹਦੀ ਜੇਲ੍ਹ ਦੇ ਬਾਹਰ ਆਉਣ ਦੇ ਲਈ ਇੱਕ ਅਰਦਾਸ ਕੀਤੀ ਜਾਂਦੀ ਹੈ। ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਗੱਲ ਇਹ ਹੈ ਵੀ ਅਸੀਂ ਚਾਹੁੰਦੇ ਹਾਂ ਵੀ ਪੰਜਾਬ ਨੇ ਬੜਾ ਸੰਤਾਪ ਹੰਢਾਇਆ ਜੀ। 84 ਦੇ ਵਿੱਚ ਵੀ ਬਹੁਤ ਸੰਤਾਪ ਹੰਢਾਇਆ, ਖਾੜਕੂਵਾਦ ਦੇ ਵਿੱਚ ਵੀ ਸੰਤਾਪ ਹੰਢਾਇਆ। ਜਿਹੜਾ ਕੋਈ ਬੰਦਾ ਕੋਈ ਪਾਰਟੀ ਪਿੱਛੇ ਲੱਗ ਕੇ ਕੋਈ ਬੰਦਾ ਕਿਸੇ ਗਲਤ ਤੋਂ ਮਤਲਬ ਪੰਜਾਬ ਨੂੰ ਲਾਂਭੂ ਲਾਉਣਾ ਚਾਹੁੰਦਾ ਹੈ ਜੀ, ਤਾਂ ਉਹਦੀ ਅਸੀਂ ਨਿਖੇਧੀ ਕਰਦੇ ਵੀ ਗਲਤ ਕੀਤਾ ਹੈ। ਕੋਈ ਵੀ ਕੋਈ ਐਕਸ਼ਨ ਹੈ ਜੀ, ਭਾਵੇਂ ਉਹ ਰਾਮ ਰਹੀਮ ਦਾ ਮਸਲਾ ਹੈ, ਭਾਵੇਂ ਕਿਸੇ ਹੋਰ ਦਾ ਮਸਲਾ ਹੈ, ਭਾਵੇਂ ਸਿੱਖ ਧਰਮ ਦੇ ਵਿੱਚ ਪਹਿਲਾਂ ਕਿੰਨੇ ਵਾਰੀ ਕੀਤਾ ਗਿਆ, ਮੰਦਰਾਂ ਦੇ ਵਿੱਚ ਅੰਗ ਸਿੱਟੇ ਗਏ, ਹਰਿਮੰਦਰ ਸਾਹਿਬ ਦੇ ਵਿੱਚ ਦੇਖੋ ਕਿਸ ਤਰ੍ਹਾਂ ਮਾਸ ਦੇ ਲੋਥੜੇ ਮਿਲੇ ਸੀ ਪਹਿਲਾਂ 84 'ਚ। ਤੇ ਜਿਹੜੀਆਂ ਲੋਕ ਵਿਰੋਧੀ ਸ਼ਕਤੀਆਂ ਨੇ, ਅੱਗ ਲਾਉਣ ਵਾਲੀ ਸ਼ਕਤੀਆਂ ਨੇ ਜੀ, ਉਹ ਚਾਹੁੰਦੀਆਂ ਨੇ ਵੀ ਅਸੀਂ ਮਤਲਬ ਲੋਕਾਂ ਨੂੰ ਕਿਵੇਂ ਭੜਕਾਈਏ ਜੀ। ਸੋ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਨੇ, ਸ਼ਾਂਤੀ ਵਿੱਚ ਹੀ ਵਿਕਾਸ ਹੁੰਦਾ ਹੈ ਜੀ। ਸੋ ਇਹੀ ਜੀ ਕਿਸੇ ਗੱਲ ਤੋਂ ਗੁਰੇਜ਼ ਕੀਤਾ ਜਾਵੇ ਜਿਹਦੇ ਨਾਲ ਲੋਕਾਂ ਦੀ ਭਾਵਨਾਵਾਂ ਭੜਕਣ, ਇਹ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਜਿਹੜੇ ਗਤੀਵਿਧੀਆਂ ਨੇ ਆਪਾਂ ਬਾਖੂਬੀ ਜਾਣਦੇ ਹਾਂ, ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੁਬਾਰੇ ਆਪਣਾ ਅਕਸ਼ 2022 'ਚ ਬਚਾ ਪਾਊਗਾ? ਦੇਖੋ ਬਰਗਾੜੀ ਕਾਂਡ, ਕੋਟਕਪੂਰਾ ਕਾਂਡ, ਬਹਿਬਲ ਕਲਾਂ ਕਾਂਡ ਜੀ, ਇਹ ਕਾਂਡ ਲੋਕਾਂ ਦੇ ਜਜ਼ਬੇ ਨਾਲ ਲੋਕਾਂ ਦੀ ਮਾਨਸਿਕਤਾ ਵਿੱਚ ਘਰ ਕਰ ਚੁੱਕਿਆ ਜੀ। ਤੁਸੀਂ ਇਹਦਾ ਰਿਜ਼ਲਟ ਜਿਹੜਾ ਹੈਗਾ ਉਹਨਾਂ ਨੇ ਪਹਿਲਾਂ ਭੁਗਤ ਲਿਆ ਵੀ ਜਿਹੜੀ 10 ਸਾਲ ਪਾਰਟੀ ਰਹੀ ਹੈ ਜੀ, ਉਹ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੇ ਵਿੱਚ ਯੋਗ ਨਹੀਂ ਸੀਗੀ ਜੀ। ਸਾਡੇ ਵਰਗੇ ਬੰਦੇ ਅਸੀਂ ਸੈਕੰਡ ਨੰਬਰ ਤੇ ਆ, ਉਦੋਂ ਸਾਡੇ ਗਾਹਾਂ ਸੁਖਬੀਰ ਸਿੰਘ ਸਾਤੋਂ ਗਾਹਾਂ ਅੱਗੇ ਬੈਠਾ ਜੀ। ਸੋ ਲੋਕ ਮੇਰਾ ਖਿਆਲ ਹੁਣ ਕਾਫੀ ਚੇਤਨ ਹੋ ਚੁੱਕੇ ਨੇ, ਸੋਸ਼ਲ ਮੀਡੀਆ ਜ਼ਮਾਨਾ ਵੀ ਹੈਗਾ ਜੀ, ਤੇ ਲੋਕ ਵਿੱਚ ਚੇਤਨ ਵੀ ਹੋ ਚੁੱਕੇ ਨੇ। ਮੇਰਾ ਖਿਆਲ ਹੈ ਵੀ ਅਕਾਲੀ ਦਲ ਤੇ ਕਾਂਗਰਸ ਨੂੰ ਇਸ ਤੋਂ ਬਾਅਦ ਮੂੰਹ ਨਹੀਂ ਲਾਉਣਗੇ। ਭਾਵੇਂ ਤੁਸੀਂ ਕਈ ਲੋਕ, ਮੈਂ ਤੁਹਾਡੇ ਕੁਐਸਚਨ ਸ਼ਾਇਦ ਤੁਸੀਂ ਇਹ ਮੈਨੂੰ ਕਰੋ ਵੀ ਕੱਲ ਨੂੰ ਇਹ ਇਕੱਠੇ ਹੋ ਜਾਣਗੇ, ਪਹਿਲਾਂ ਵੀ ਇਕੱਠੇ ਹੋਏ ਨੇ, ਇਹ ਦੁਬਾਰਾ ਵੀ ਇਕੱਠੇ ਹੋਣ ਦੀ ਸੰਭਾਵਨਾ ਇਹਨਾਂ ਦੀ ਹੈਗੀ ਹੈ ਜੀ। ਕਿਉਂ? ਉਹਨਾਂ ਨੂੰ ਪਤਾ ਵੀ ਆਮ ਆਦਮੀ ਪਾਰਟੀ ਨਾ ਜੇ ਕਿਤੇ ਜੀ, ਜੇਕਰ ਆਮ ਆਦਮੀ ਪਾਰਟੀ ਆਉਂਦੀ ਹੈ ਤਾਂ ਲੋਕਾਂ ਨੂੰ ਚੰਗੀ ਸਿਹਤ ਸਹੂਲਤਾਂ ਮਿਲਣਗੀਆਂ, ਚੰਗੀ ਐਜੂਕੇਸ਼ਨ ਸਹੂਲਤਾਂ ਮਿਲਣਗੀਆਂ, ਚੰਗੀ ਗੁੱਡ ਗਵਰਨੈਂਸ ਮਿਲੂਗੀ, ਲੋਕਾਂ ਦੇ ਮਾਨਸਿਕਤਾ ਦੇ ਮੁਤਾਬਕ ਉਹਨਾਂ ਨੂੰ ਜਿਹੜਾ ਕੰਮ ਮਿਲੂਗਾ ਜੀ। ਠੀਕ ਹੈ ਜੀ, ਕਿਸੇ ਕਿਸਮ ਦੀ ਕੋਈ ਹੇਰਾਫੇਰੀ ਨਹੀਂ ਹੋਊਗੀ, ਉਹਨਾਂ ਦੇ ਜਿਹੜੇ ਲੀਡਰ ਨੇ ਉਹ ਇਮਾਨਦਾਰੀ ਨਾਲ ਕੰਮ ਕਰਨਗੇ। ਜਦੋਂ ਇੱਕ ਵਾਰੀ ਆਮ ਆਦਮੀ ਪਾਰਟੀ ਆ ਗਈ ਉਸ ਤੋਂ ਬਾਅਦ ਜਾਣੀ ਨਹੀਂ ਜੀ, ਉਹਨਾਂ ਨੂੰ ਪਤਾ ਜੀ। ਤੇ ਇਹਨਾਂ ਦੇ ਕਾਲੇ ਕਾਰਨਾਮੇ ਜੱਠਾ ਵੀ ਵੱਡੀ ਪੱਧਰ ਤੇ ਖੁੱਲੂਗਾ ਜੀ। ਤੇ ਇਹਨਾਂ ਚਾਹੁੰਦੇ ਵੀ ਇਹ ਜੇ ਨਾ ਆਮ ਆਦਮੀ ਪਾਰਟੀ ਆਵੇ, ਅਸੀਂ ਰਹੀਏ ਉੱਤਰ ਕਾਟੋ ਮੈਂ ਚੜਾ ਰਹੀਏ, ਤਾਂ ਇਹ ਖੇਡ ਪਿਛਲੇ ਵਾਰ ਰਾਸ ਆ ਗਈ ਸੀ। ਮੇਰਾ ਖਿਆਲ ਹੈ ਕਿ ਭਾਵੇਂ ਜੇ ਕਾਂਗਰਸੀ ਕਹਿਣ ਵੀ ਅਸੀਂ ਦੁਬਾਰਾ ਅਕਾਲੀਆਂ ਨੂੰ ਲਿਆਵਾਂਗੇ ਜਾਂ ਅਕਾਲੀ ਕਹਿਣ ਵੀ ਚਲੋ ਦੁਬਾਰਾ ਫਿਰ ਕਾਂਗਰਸੀ ਰਿਵਾਈਵ ਕਰ ਜਾਣ ਸਾਡੇ ਵੋਟਾਂ ਨਾਲ, ਲੋਕ ਇਹਦੀ ਸਮਝ ਚੁੱਕੇ ਨੇ। ਪਿਛਲੇ ਵਾਰੀ ਕਾਂਗਰਸ 10 ਸਾਲਾਂ ਬਾਅਦ ਸੱਤਾ ਤੋਂ ਬਾਹਰ ਸੀ, ਲੋਕ ਐਂ ਸਮਝ ਗਏ ਸੀ ਸ਼ਾਇਦ ਅਮਰਿੰਦਰ ਸਿੰਘ ਕੁਝ ਕਰਕੇ ਦਿਖਾਊਗਾ ਜੀ। ਪਰੰਤੂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜਿਸ ਤਰ੍ਹਾਂ ਲੋਕਾਂ ਦੀ ਜਿਹੜੀ ਉਮੀਦਾਂ ਤੇ ਪਾਣੀ ਫੇਰਿਆ ਜੀ ਕੈਪਟਨ ਅਮਰਿੰਦਰ ਸਿੰਘ ਨੇ, ਤੇ ਉਸ ਤੋਂ ਬਾਅਦ ਜਿਹੜਾ ਹੁਣ ਕਾਲਾ ਦੌਰ ਚੱਲਿਆ ਭ੍ਰਿਸ਼ਟਾਚਾਰ ਦਾ ਜੀ, ਲੋਕਾਂ ਦੇ ਮਸਲੇ ਹੱਲ ਨਹੀਂ ਹੋਏ ਕਿਸੇ ਕਿਸਮ ਦੇ, ਤੇ 3 ਲੱਖ ਕਰੋੜ ਦਾ ਕਰਜ਼ਾ ਹੈ ਸੁਖੀ ਜੀ ਅੱਜ ਪੰਜਾਬ ਦੇ, 3 ਲੱਖ ਕਰੋੜ ਦਾ ਕਰਜ਼ਾ, ਔਰ 20,316 ਕਰੋੜ ਰੁਪਏ ਇਕੱਲੇ ਵਿਆਜ ਦੀ ਕਿਸ਼ਤ ਹੈ ਜੀ, ਜਦੋਂ ਕਿ 11,000 ਕਰੋੜ ਸਿਰਫ ਸਿੱਖਿਆ ਦਾ ਬਜਟ ਹੈ। ਸੋ ਸਾਡੇ ਪੰਜਾਬ ਨੂੰ ਤਹਿਸ਼ ਨਹਿਸ਼ ਕਰਤਾ ਇਹਨਾਂ ਪਾਰਟੀਆਂ ਨੇ, ਇਹਨਾਂ ਲੋਕਾਂ ਨੇ। ਇਹਨਾਂ ਕੋਲੇ ਕੋਈ ਰੋਡ ਮੈਪ ਨਹੀਂ, ਸਿਰਫ ਦੇਖੋ ਸ਼ਰੇਆਮ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਜ਼ਿਲ੍ਹਾ 2 ਫੈਕਟਰੀਆਂ ਫੜੀ ਜਾਂਦੀਆਂ ਨੇ, ਖੰਨੇ ਕੋਲੇ ਫੈਕਟਰੀ ਫੜੀ ਜਾਂਦੀ ਹੈ, ਲੰਬੀ ਦੇ ਵਿੱਚ ਬਾਗ 'ਚ ਫੈਕਟਰੀ ਫੜੀ ਜਾਂਦੀ ਹੈ ਜੀ। ਕੋਈ ਕਿਸੇ ਕਿਸਮ ਦੇ ਪਰਸੇਦਾਰੀ ਨਹੀਂ ਹੁੰਦਾ। ਤੁਸੀਂ ਅਸੀਂ ਜਾਣਦੇ ਹਾਂ ਵੀ ਇੱਥੇ ਪਿੱਛੇ ਤੁਹਾਨੂੰ ਪਤਾ ਲੱਗਿਆ ਸੀ, ਸਾਨੂੰ ਸਾਡੇ ਐਸ ਵੀ ਇੰਨੇ ਤੇ ਬੰਦੇ ਦੇ ਅਪਰਾਧਿਕ ਮਾਮਲੇ ਦਰਜ ਨੇ ਜੀ ਜੀ ਜੀ। ਤੁਸੀਂ ਵੀ ਸ਼ਾਇਦ ਸੋਚਦੇ ਹੋਗੇ, ਇਹ ਕੁਐਸਚਨ ਵੀ ਬਣਦਾ ਸੀ ਮੇਰੇ, ਹੁਣ ਯਾਦ ਆਇਆ। ਅਪਰਾਧਿਕ ਮਾਮਲਾ ਦਰਜ ਕੀ ਹੋਇਆ ਸਾਡੇ ਤੇ ਕਿ ਅਸੀਂ ਥਰਮਲ ਪਲਾਂਟ ਬੰਦ ਕਰਤਾ ਜੀ। ਉੱਥੇ ਲੋਕਾਂ ਨੇ ਧਰਨਾ ਮਾਰਤਾ ਸੀ, ਧਰਨੇ 'ਚ ਗਏ ਵੀ ਥਰਮਲ ਪਲਾਂਟ ਦੀਆਂ ਚਿਮਨੀਆਂ ਦੇ ਵਿੱਚੋਂ ਧੂੰਆਂ ਨਿਕਲਣਾ ਚਾਹੀਦਾ ਸੀ, ਚੱਲਣੀ ਚਾਹੀਦੀ ਸੀ। ਤੁਸੀਂ ਅੱਜ ਥਰਮਲ ਪਲਾਂਟ ਨਾਲ 28,000 ਲੋਕਾਂ ਨੂੰ ਘਰੇ ਭੇਜਤਾ ਸਿੱਧੇ ਤੌਰ ਤੇ ਜੀ। ਤੁਸੀਂ ਥਰਮਲ ਪਲਾਂਟ ਚਲਾਓ। ਅਸੀਂ ਉੱਥੇ ਬਕਾਇਦਾ ਵਿੱਤ ਮੰਤਰੀ ਦੇ ਖਿਲਾਫ ਬੋਲੇ ਆ, ਧਰਨਾ ਮਾਰਿਆ ਜੀ, ਸਾਡੇ 'ਤੇ ਮਾਮਲਾ ਦਰਜ ਹੋ ਗਿਆ ਜੀ। ਅਸੀਂ ਜਾਣਦੇ ਹਾਂ ਵੀ ਸਾਊ ਧਰਮ ਸੋਤ ਨੇ ਲੋਕਾਂ ਦੇ ਵਜੀਫੇ ਖਾ ਗਿਆ
ਜੀ ਬੁਰਾ ਨਾਂ ਬੋਲਦਾ ਹੈ ਹਰੇਕ ਦੇ ਉੱਤੇ। ਜੀ ਧਰਨਾ 14 ਦਿਨ ਮਾਰਿਆ ਸੀ ਨਾਭੇ ਦੇ ਵਿੱਚ, ਪਤਾ ਮੁੱਖ ਮੰਤਰੀ ਦੀ ਕੋਠੀ ਘੇਰਨ ਗਏ, ਸਾਨੂੰ ਫੜ ਕੇ ਅੰਦਰ ਕਰਤਾ, ਉੱਥੇ 17 ਸੈਕਟਰ ਜੇਲ੍ਹ ਦੇ ਵਿੱਚ ਸਾਡੇ ਤੇ ਮਾਮਲਾ ਦਰਜ ਹੋ ਗਿਆ ਜੀ। ਜੇਕਰ ਇਹੋ ਜਿਹੇ ਨੂੰ ਤੁਸੀਂ ਮਾਮਲੇ ਦਰਜ ਲੋਕਾਂ ਦੇ ਹਿੱਤਾਂ ਦੇ ਕੰਮ ਕਰਨ ਵਾਸਤੇ ਸਾਡੇ ਤੁਸੀਂ ਮਾਮਲਾ ਦਰਜ ਕਰਦੇ ਹੋ ਜੀ ਤਾਂ ਸਾਨੂੰ ਕੋਈ ਜ਼ਿਆਦਾ ਬਰੀ ਨਹੀਂ ਹੈ ਜੀ। ਅਸੀਂ ਕੋਈ ਦੂਜਾ ਕੰਮ ਨਹੀਂ ਕੀਤਾ ਹੈਗਾ। ਅਸੀਂ ਲੋਕਾਂ ਦੇ ਥਰਮ ਪਲਾਂਟ ਨੂੰ ਬੰਦ ਕਰਾਉਣ ਦੇ ਖਿਲਾਫ ਧਰਨਾ ਮਾਰਦੇ ਹੋ, ਸਾਡੇ ਤੇ ਪਰਚਾ ਕਰੋ ਭਾਵੇਂ 2 ਕਰੋ। ਵਜੀਵੇ ਖਾਣ ਵਾਸਤੇ ਤੁਸੀਂ ਸਾਡੇ ਵਾਸਤੇ ਸਾਨੂੰ ਤੁਸੀਂ ਅੰਦਰ ਕਰਦੇ ਹੋ, ਜੀ ਸਾਡੇ ਪਾਸੇ ਦਰਜ ਕਰਦੇ ਹੋ MLA ਤੇ। ਅਸੀਂ ਗਵਰਨਰ ਦਾ ਘਰ ਘੇਰਨ ਗਏ ਹਾਂ ਕਿਸਾਨੀ ਮਸਲਿਆਂ ਬਾਰੇ, ਸਾਡੇ ਤੇ ਪਰਚਾ ਦਰਜ ਕਰਦੇ ਹੋ ਜੀ। ਠੀਕ ਹੈ, ਪਰਚਾ ਹੁੰਦੇ ਹੀ ਅਪਰਾਧਕ ਹੈ ਉਹਨਾਂ ਦੀ ਨਜ਼ਰਾਂ ਦੇ ਵਿੱਚ, ਤਾਂ ਸਾਨੂੰ ਸਵਾਗਤ ਹੈ, ਕੋਈ ਇਸ ਗੱਲ ਨਹੀਂ ਹੈ ਜੀ। ਸੋ ਇਸ ਕਰਕੇ ਮਤਲਬ ਜਿਹੜਾ ਹੈਗਾ ਇਹ ਸਾਰਾ ਲੋਕਾਂ ਨੂੰ ਚੰਗੀ ਤਰ੍ਹਾਂ ਜੀ ਪਤਾ ਹੈ। ਲੋਕ ਪਰਚਿਆਂ ਦੀ ਗੱਲ ਚੱਲੀ ਆ, ਆਮ ਤੌਰ ਤੇ ਨਾ ਪਿੰਡ ਪੱਧਰ ਤੇ ਵੀ ਵੱਡੇ ਲੀਡਰਾਂ ਵੱਲੋਂ ਪਾੜੇ ਪਾਏ ਜਾਂਦੇ ਨੇ, ਤੇ ਦੂਜੀ ਪਾਰਟੀ ਦਾ ਬੰਦਾ ਦੂਜੀ ਪਾਰਟੀ ਦੇ ਉੱਤੇ ਕਿਸੇ ਨਾ ਕਿਸੇ ਟੇਢੇ ਤਰੀਕੇ ਨਾਲ ਪਰਚੇ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਕਿਤੇ ਤੁਸੀਂ ਤਾਂ ਨਹੀਂ ਇਹ ਖੇਡ ਖੇਡ ਰਹੇ ਅੰਦਰ? ਨੋ ਅਸੀਂ ਕਰਾਈ ਨਹੀਂ ਕਿਸੇ ਜੀ। ਅਸੀਂ ਤਾਂ ਸਾਡਾ ਇੱਕ ਵੀ ਨਾਂ ਨਹੀਂ ਕਿਤੇ ਪਰਚੇ, ਸਾਡੇ ਦੇ ਪਰਚਾ ਪਾਇਆ ਪਿੱਛੇ ਜਾਇ ਸੀ ਨਾ ਵੀ MLA ਦੇ ਪਰਚੇ ਪਾਏ ਨੇ ਜੀ, ਵਿਧਾਇਕਾਂ ਦੇ ਸਾਡੇ ਉਹ ਪਰਚੇ ਨੇ ਜਿਹੜੇ ਅਸੀਂ ਥਰਮ ਪਲਾਂਟ ਬੰਦ ਕਰਾਉਣ ਵਾਸਤੇ ਧਰਨਾ ਮਾਰਦੇ ਸੀਗੇ। ਅਸੀਂ ਤਾਂ ਕਿਸੇ ਸਾਡੇ ਦਾ ਨਾਂ ਹੀ ਨਹੀਂ ਕਿਤੇ ਚੱਲਦਾ, ਅਸੀਂ ਤਾਂ ਬਚਾਉਣ ਵਾਲੇ ਆ ਜੀ। ਪਰਚੇ ਜਿਹੜਾ ਪਰਚਾ ਪੈਂਦਾ ਨਾ ਜੀ, ਉਹ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਜੀ, ਇਹ ਨਜਾਇਜ਼ ਜਿਹੜੇ ਨਜਾਇਜ਼ ਕੰਮ ਕਰਦੇ ਆ ਉਹਨਾਂ ਨੂੰ ਲੁਕਾਉਣ ਵਾਸਤੇ ਪਰਚੇ ਦਰਜ ਕਰਦੇ ਜੀ। ਜਿਵੇਂ ਬਖੜਿਆਲ ਪਿੰਡ ਦਾ ਪਿੱਛੇ ਜਿਹੇ ਕੇਸ ਹੋਇਆ, ਬਖੜਿਆਲ ਪਿੰਡ ਦੇ ਉੱਤੇ 2 ਗਰੀਬ ਦਲਿਤ ਵਿਚਾਰੀ ਉਹ ਸਰਪੰਚ ਸੀਗਾ ਤੇ ਉਹਦੇ ਉੱਤੇ ਜਾਣ ਬੁੱਝ ਕੇ ਵਿਚਾਰੀ ਉਹ 4 ਕੁੜੀਆਂ ਨੇ ਗਰਭਵਤੀ ਹੈ, ਉਹਦੇ ਉੱਤੇ ਪਰਚਾ ਦਰਜ ਕਰਤਾ ਵੀਡੀਓ ਰਾਹੀਂ ਭਗਵੰਤ ਕੌਰ ਵੱਲੋਂ ਜੀ। ਕਰਵਾਏ ਪਤਾ ਸੀ ਪਾਰਟੀ ਪਤਾ ਸੀਗਾ, ਗਰਭਪਾਤ ਵੀ ਹੋ ਗਿਆ ਜੀ। ਤੇ ਮਤਲਬ ਇਹ ਐਡੀ ਭੜੀ ਘਟਨਾ ਉਹਨੇ ਕੁਝ ਵੀ ਨਹੀਂ ਕੀਤਾ ਵਿਚਾਰੇ ਨੇ। ਉਹ ਗਿਆ ਉੱਥੇ ਸਿਰਫ ਇਹ ਕਹਿਣ ਵਾਸਤੇ ਗਿਆ ਸੀ ਕਿ ਵੀਡੀਓ ਸਾਹਿਬ ਸਾਡੇ ਪਿੰਡ ਦੀ ਬੋਲੀ ਕਰੋ। ਸਾਨੂੰ 3 ਵਾਰੀ ਕਹਿਤਾ, ਮੈਂ ਖੁਦ ਕਿਹਾ ਵੀ ਤੂੰ ਬੋਲੀ ਕਰਾਉਣ ਵਾਸਤੇ ਗਿਆ ਸੀਗਾ ਜੀ, ਕਹਿੰਦਾ ਸਾਡੇ ਗੱਲ 'ਚ ਹੱਥ ਪਾ ਲਿਆ ਜੀ, ਸਾਨੂੰ ਕੋਈ ਪੁੱਠਾ ਬੋਲਿਆ ਵਿਚਾਰਾ, ਕੋਈ ਪੁੱਠਾ ਤੁਸੀਂ ਜਾ ਕੇ ਦੇਖੇ ਸਰਪੰਚ ਦੇ ਮੂੰਹ 'ਚ ਬੋਲਣੀ ਹੈ, ਐਡਾ ਵਿਚਾਰਾ ਗਰੀਬ ਸਰਪੰਚ। ਚਲੋ ਮਤਲਬ ਕਹਿਣ ਦਾ ਮਤਲਬ ਵੀ ਇਹ ਪਰਚੇ ਦਰਜ ਕਰਨੇ ਅੱਜ ਉਹ ਜ਼ਮਾਨਤ ਨੇ ਬਹੁਤ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆ ਜਿਹੜੇ ਕੋਈ ਪਰਚੇ ਦਰਜ ਕਰਦੇ, ਭਾਵੇਂ ਉਹ ਕਿਸੇ ਵੀ ਹਲਕੇ 'ਚ ਹੋਣ। ਆਪਣੇ ਰਾਜਨੀਤਿਕ ਹਿੱਤਾਂ ਨੂੰ, ਆਪਣੇ ਨਿੱਜੀ ਹਿੱਤਾਂ ਨੂੰ ਦੇਖਦੇ ਹੋਏ ਪਰਚੇ ਦਰਜ ਜਿਹੜੇ ਹੁੰਦੇ ਨੇ ਉਹ ਬਹੁਤ ਹੀ ਮਾੜੀ ਗੱਲ ਹੈ। ਤੇ ਮੇਰਾ ਖਿਆਲ ਹੈ ਵੀ ਸਾਡੀ ਸਰਕਾਰ ਆ ਗਈ ਤਾਂ ਅਸੀਂ ਇਹ ਸਾਰੇ ਕੈਂਸਲ ਕਰਾਂਗੇ ਜੀ। ਸੱਤਾ ਦਾ ਜ਼ੋਰ ਹੀ ਕੁਝ ਜ਼ਿਆਦਾ ਹੀ ਹੋ ਜਾਂਦਾ ਹੈ, ਖਾਸ ਕਰਕੇ ਪੰਜਾਬ ਦੀ ਸੱਤਾ ਦੇ ਵਿੱਚ ਬਰੇਟੇ ਚੋਣਾਂ ਹੁੰਦੀਆਂ ਨੇ। ਕੁਲਵੰਤ ਰਾਏ ਸਿੰਗਲਾ ਜੀ ਵੱਲੋਂ ਜਿਹੜੇ ਵੀ MC ਖੜੇ ਕੀਤੇ ਗਏ ਬਹੁਤ ਬੁਰੀ ਤਰ੍ਹਾਂ ਹਾਰੇ ਨੇ, ਪਰ ਪ੍ਰਧਾਨ ਫਿਰ ਵੀ ਬਣਾ ਜਾਂਦੇ ਨੇ। ਉਹ ਪ੍ਰਧਾਨ ਬਣਾਉਣ ਪਿੱਛੇ ਪਤਾ ਕੀ ਬਣਦਾ ਨਹੀਂ ਸੀਗਾ ਜੇਕਰ ਮੇਰੇ ਕੋਲ ਆਉਂਦੇ ਹੋ ਜੀ। ਭਾਈ ਸਾਹਿਬ ਤੁਸੀਂ ਦੇਖੋ ਇੱਥੇ ਬੁਲਾਡੇ ਅਸੀਂ ਕੀਤਾ ਜੀ, ਸਾਡੇ ਕੋਲ ਸਾਰੇ ਬੰਦੇ ਮਿਲੇ, ਅਸੀਂ ਪਲੈਨਿੰਗ ਬਣਾ ਲਈ ਕੋਈ। ਪ੍ਰਧਾਨ ਜਿਹੜਾ ਜੋ ਕਾਂਗਰਸ ਦਾ ਸੀ ਹਾਰ ਗਿਆ ਜੀ। ਬੋਹਾ ਦੇ ਵਿੱਚ ਸਾਡੇ ਬੰਦੇ ਦੂਜੇ ਬੰਦੇ ਮੈਨੂੰ ਮਿਲੇ, ਅਸੀਂ ਜਾ ਕੇ ਗੱਲ ਕੀਤੀ, ਮੈਂ ਆਪ ਗਿਆ ਉੱਥੇ, ਪ੍ਰਧਾਨ ਕਾਂਗਰਸ ਦਾ ਸੀ ਹਾਰ ਗਿਆ ਜੀ। ਜੇਕਰ ਇਹ ਬੰਦੇ ਬਰੇਟੇ ਵਾਲੇ ਬੰਦੇ ਵੀ ਸਿਆਣੇ ਹੁੰਦੇ, 5-6 ਬੰਦੇ ਹੁੰਦੇ ਜੀ, ਮੈਨੂੰ ਕੋਈ ਬੰਦਾ ਵੋਟ ਮੰਗਣੀ ਆ ਯਾਰ, ਫੋਨ ਨਹੀਂ ਕੀਤਾ ਬੰਦੇ ਨੇ, ਕਮਾਲ ਦੀ ਗੱਲ ਹੈ। ਹੁਣ ਮੈਂ ਐਡਾ ਆਇਆ ਤਾਂ ਨਹੀਂ ਵੀ ਐਂ ਸਿੱਧੀ ਵੋਟ ਪਾ ਦਈਏ ਕਿਸੇ ਨੂੰ ਜੀ, ਠੀਕ ਹੈ। ਮੈਂ ਕਿਹਨੂੰ ਵੋਟ ਪਾਉਂਦਾ ਬਈ? ਕਾਂਗਰਸ ਵੋਟ ਪਾਉਂਦਾ ਨਹੀਂ ਸੀ। ਇਹਨਾਂ ਦੀ ਬੰਦਿਆਂ ਦੀ ਅਣਜਾਣਪਣਾ ਸਮਝ ਲੈ ਜੀ, ਕਮਲਪਣਾ ਸਮਝ ਲੈ, ਇਹਨਾਂ ਦੇ ਕਰਕੇ ਅੱਜ ਉਹ ਬੰਦੇ ਜਿੱਤ ਗਏ। ਨਹੀਂ ਉੱਥੇ ਵੀ ਬੁਲਾਡੇ ਤੇ ਬੋਹਾ ਮੰਗੋ ਹੁੰਦਾ, ਉੱਥੇ ਵੀ ਬੰਦਾ ਆਪਣਾ ਪ੍ਰਧਾਨ ਬਣਦਾ ਕੋਈ ਨਾ ਕੋਈ। ਜੇਕਰ ਆਉਂਦੇ ਮੈਨੂੰ ਬੁਲਾ ਲੈਂਦੇ ਵੀ ਲਿਆ ਭਾਈ, ਅਸੀਂ ਮੈਂ ਬਾਕੀ ਚਲਿਆ ਗਿਆ ਸੀ ਉਹਨਾਂ ਕੋਲੇ, ਇਕੱਠੇ ਹੁੰਦੇ ਅਸੀਂ, ਕੋਈ ਪਲੈਨਿੰਗ ਬਣਾਉਂਦੇ ਜੀ ਤਾਂ ਕਰ ਲੈਂਦੇ ਕੰਮ। ਇਹ ਤਾਂ ਨਹੀਂ ਸੀ ਵੀ ਨਹੀਂ ਕਰਦੇ ਸੀ ਕੰਮ ਜੀ। ਜੇ ਕੋਈ ਬੰਦਾ ਵੋਟ ਮੰਗਣੀ ਨਾ ਆਵੇ ਤਾਂ ਉਹਨਾਂ ਕਰਕੇ ਉਹ ਹੋਇਆ ਜਿੱਥੇ ਕੋਈ ਇਹੋ ਜਿਹੀ ਗੱਲ ਹੋਊਗੀ। ਹੁਣ ਮੈਂ ਕਹਿੰਦਾ ਕੋਈ ਥੋੜ੍ਹੀ ਰੋਕ ਸਕਦਾ ਜੀ। ਮੈਂ ਤਾਂ ਜੇ ਦੋਨੇ ਥਾਂ 'ਤੇ ਆਪਦਾ ਜਾਇਜ਼ ਵੋਟ ਪਾਈ ਹੈ, ਸਵਾਲ ਹੀ ਪੈਦਾ ਹੁੰਦਾ ਬੰਦੇ। ਇਹ ਸੁਖਪਾਲ ਸਿੰਘ ਆ ਬੁਲਾਡੇ ਵਾਲਾ ਤੇ ਬੜਾ ਸ਼ਰੀਫ ਬੰਦਾ ਹੈ, ਉਹ ਦਿਹਾੜੀ ਨਿੱਤ ਕਿਰਤੀ ਬੰਦਾ ਹੈ ਜੀ। ਕੋਈ ਵਿਚਾਰੇ ਉਹਨੇ 560 ਰੁਪਏ ਉਹਦੀ ਜੇਬ ਸੀ ਉਸ ਦਿਨ, ਸਿਰਫ ਉਹਨੇ ਮਹਾਰਾਜ ਦਾ ਦੇ ਕੀਤੀ ਹੈ ਤੇ ਚਾਹ ਪਾਣੀ ਪਿਆ ਜੀ। ਕਿਸੇ ਕਿਸਮ ਦੀ ਕਿਸੇ ਨੂੰ ਉਹਨੇ ਮਤਲਬ ਕੋਈ ਵੋਟ ਨਹੀਂ ਮੁੱਲੀ, ਕਿਸੇ ਨੂੰ ਕੋਈ MC ਨਹੀਂ ਮੁੱਲਿਆ, ਨਾ ਵਿਚਾਰੇ ਕੋਲ ਕਪੈਸਿਟੀ ਹੈ। ਵੀ ਮੈਂ ਕਹਿੰਦਾ ਉਹ ਜੀ ਇੱਕ ਕਿਰਤੀ ਬੰਦਾ ਹੈ ਜੀ ਜੀ। ਤੇ ਅੱਜ ਬਿਲਕੁਲ ਪ੍ਰਧਾਨ ਬਣਿਆ ਬੈਠਾ ਸੀ, ਬਣਾਇਆ ਸੀ, ਇਹ ਚਾਹੁੰਦੇ ਸੀ ਇਹ ਜਿਹਾ ਉਸ ਨੂੰ ਕਰਨਾ ਜੀ। ਸੋ ਕਹਿੰਦਾ ਵੀ ਜੇ ਆਪਾਂ ਕਹਿੰਦੇ ਵੀ ਲੋਕ ਯਾਰ ਪੈਸੇ ਲੈਂਦੇ ਆ MCਆਂ ਦੀ ਤੋਂ, ਵੀ ਸ਼ਰਾਬਾਂ ਪੀਂਦੇ ਆ। MC ਬਣ ਤੋਂ ਬਾਅਦ ਜਿਹੜੇ ਬੰਦੇ ਪੈਸੇ ਲੈਂਦੇ ਆ ਉਹ ਬਹੁਤ ਮਾੜੀ ਗੱਲ ਹੈ। ਤੁਸੀਂ ਪੈਸੇ ਕਿਉਂ ਲੈਂਦੇ ਬਈ? ਤੁਹਾਡਾ ਕੀ ਹੱਕ ਬਣਦਾ? ਤੁਸੀਂ ਇਲਾਕੇ ਦੇ ਇੱਕ ਵਾਰਡ 'ਚੋਂ MC ਬਣੇ ਹੋ, ਤੁਸੀਂ ਵਾਰਡ ਦੀ ਮਤਲਬ ਮੀਟਿੰਗ ਕੀਤੀ ਜੀ। ਮੈਂ ਜੇ ਸਮੱਸਿਆ ਸੀ ਤਾਂ ਮੈਂ ਆਪਣੇ ਇੱਥੋਂ ਦੇ ਵਾਲਿਆਂ ਨੂੰ, ਉੱਥੋਂ ਵਾਲਿਆਂ ਨੂੰ, ਉੱਥੇ 5 ਮੈਂਬਰੀ ਕੋਈ ਨੂੰ ਨਾਈ ਜਾ ਕੇ ਪੁੱਛ ਲਓ ਕੇਵਲ ਸ਼ਰਮਾ ਜੀ ਨੂੰ, ਉਹਨਾਂ ਹਦਾਇਤਾਂ ਮੁਤਾਬਕ ਚੱਲੇ ਆ ਵੀ ਭਾਈ ਬੋਲੋ ਕਿੱਧਰ ਵੋਟ ਪਾਓ ਜੀ। ਉਹਨਾਂ ਨੇ ਕਿਹਾ ਵੋਟ ਪਾਉਣ ਨਹੀਂ ਆਉਣਾ ਕਿਉਂਕਿ ਆਪਣੇ ਕੋਲ ਕੋਈ ਨਹੀਂ ਆਇਆ ਬੰਦਾ ਜੀ, ਅਸੀਂ ਨਹੀਂ ਆਏ। ਹਾਂਜੀ ਦੋਸਤੋ, ਬੁਲਾਡਾ ਵਿਧਾਨ ਸਭਾ ਹਲਕਾ ਬੁੱਧਰਾਮ ਜੀ ਨਾਲ ਕੀਤੀ ਹੋਈ ਇੰਟਰਵਿਊ ਤੁਹਾਡੇ ਹੀ ਸਵਾਲ ਨੇ ਜੋ ਅਸੀਂ ਜਵਾਬ ਲਏ ਨੇ, ਤੁਹਾਡੀਆਂ ਹੀ ਗੱਲਾਂ ਨੇ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਨੇ। ਤੁਸੀਂ ਜੋ ਗੱਲਾਂ ਖੁੰਡਾਂ 'ਤੇ ਬੈਠੇ ਕਰਦੇ ਹੋ
ਘਰਾਂ 'ਚ ਬੈਠ ਕੇ ਕਰਦੇ ਹੋ ਜਿਹੜੀਆਂ ਗੱਲਾਂ ਤੁਹਾਨੂੰ ਲੱਗਦਾ ਸੀ ਕਿ ਅਸੀਂ ਬੁੱਧਰਾਮ ਜੀ ਤੋਂ ਇਹ ਸਵਾਲਾਂ ਦੇ ਜਵਾਬ ਲੈਣੇ ਆ, ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ। ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਰਹਿ ਗਿਆ ਬਾਕੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਜਲਦ ਮਿਲਾਂਗੇ। ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਸਵਾਲ, ਆਪਣੀਆਂ ਗੱਲਾਂ ਰੱਖ ਸਕਦੇ ਹੋ। ਸੋ ਬਣੇ ਰਹੋ ਸਿਰਲੇਖ ਦੇ ਨਾਲ।